ਚਲੋ ਆਓ ਆਪਾਂ ਪਰਮੇਸ਼ਰ ਦਾ ਵਚਨ ਦੇਖਾਂਗੇ। ਦੂਜਾ ਕੁਰਿੰਥੀਆਂ ਉਹਦਾ 4 ਅਧਿਆਏ पेज नंबर 236। दूजा कुरिन्थिया 4 अध्याय और आप पढ़ांगे ਉਹਦਾ 16 17 18। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂਕਿ ਸਾਡਾ ਹੌਲਾ ਜਿਹਾ ਕਸ਼ਟ ਛਿਨ ਭਰਦਾ ਹੈ ਦਾ ਹੀ ਹੈ, ਭਾਰੀ ਸਗੋਂ ਅਤ ਭਾਰੀ ਅਤੇ ਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿਸਣ ਵਾਲੀ ਅਵਸਥਾ ਨੂੰ ਤਾਂ ਨਹੀਂ, ਸਗੋਂ ਅਣਡਿੱਠ ਅਵਸਥਾ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿਸਣ ਵਾਲੀਆਂ ਅਵਸਥਾ ਅਨਿੱਤ ਹਨ, ਪਰ ਅਣਡਿੱਠ ਅਵਸਥਾ ਨਿੱਤ ਹਨ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਰ ਦਾ ਵਚਨ ਪਰਮੇਸ਼ਰ ਦੇ ਆਤਮਾ ਦੁਆਰਾ ਲਿਖਾਇਆ ਗਿਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਆਕਾਸ਼ ਧਰਤੀ ਟਲ ਜਾਏਗਾ ਪਰ ਮੇਰਾ ਵਚਨ ਕਦੇ ਨਹੀਂ ਟਲੇਗਾ। ਪਰਮੇਸ਼ਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਆਪਣੇ ਵਚਨ ਦੇ ਦੁਆਰਾ ਹੀ ਸਾਨੂੰ ਕੁਝ ਸਿਖਾਉਣਾ ਚਾਹੁੰਦੇ ਨੇ। ਔਰ ਸਹੀ ਦੇ ਵਿੱਚ ਪਰਮੇਸ਼ਰ ਦਾ ਜੋ ਵਚਨ ਹੈ ਉਹ ਇਨਸਾਨ ਦੇ ਲਈ ਹੈ। ਔਰ ਇਨਸਾਨ ਦੀ ਗੱਲ ਕਰੀਏ ਤਾਂ ਇਨਸਾਨ ਇੱਕ ਜ਼ਮੀਨ ਹੈ। ਔਰ ਜ਼ਮੀਨ ਮਤਲਬ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਕਿੱਥੋਂ ਬਣਾਇਆ ਹੈਗਾ? ਮਿੱਟੀ ਦੇ ਵਿੱਚੋਂ। ਔਰ ਜੋ ਪਰਮੇਸ਼ਵਰ ਦਾ ਵਚਨ ਹੈ ਉਹ ਇੱਕ ਬੀਜ ਹੈ। ਹੁਣ ਦੇਖੋ ਜੋ ਜ਼ਮੀਨ ਹੈ ਉਹਦੇ ਵਿੱਚ ਕੀ ਬੀਜਿਆ ਜਾਂਦਾ ਹੈਗਾ? ਬੀਜ। ਅੱਜ ਦੇਖੋ ਪਰਮੇਸ਼ਵਰ ਦਾ ਜੋ ਵਚਨ ਹੈ ਇੱਕ ਬੀਜ ਦੀ ਨਿਆਈ ਕੀ ਹੈ? ਉਹ ਸਾਡੇ ਜੀਵਨ ਦੇ ਵਿੱਚ ਜਾਣ ਵਾਲਾ ਗਾ। ਔਰ ਸਹੀ ਦੇ ਵਿੱਚ ਆਪਾਂ ਕੀ ਬਣਨਾ ਗਾ? ਜ਼ਮੀਨ ਬਣਨਾ ਗਾ। ਇੱਕ ਵਾਰ ਪ੍ਰਭੂ ਯਿਸੂ ਮਸੀਹ ਨੇ ਇੱਕ ਉਦਾਹਰਨ ਦਿੱਤੀ ਸੀ। ਤਾਂ ਕੀ ਕਿਹਾ ਸੀ ਪ੍ਰਭੂ ਯਿਸੂ ਮਸੀਹ ਨੇ? ਕਿ ਇੱਕ ਇਨਸਾਨ ਸੀਗਾ, ਉਹ ਚਲਾ ਗਿਆ ਬੀਜ ਬੀਜਣ ਦੇ ਲਈ। ਔਰ ਬੀਜ ਬੀਜਣ ਦੇ ਲਈ ਗਿਆ ਤਾਂ ਉਸਨੇ ਕੀ ਕੀਤਾ? ਬੀਜਣ ਦੇ ਲਈ ਜ਼ਿਆਦਾ ਬੀਜ ਨੂੰ ਸੁੱਟਿਆ ਤਾਂ ਬੀਜ ਕਿੱਥੇ ਡਿੱਗਿਆ? ਇੱਕ ਤਾਂ ਪੈਸੇ 'ਚ ਡਿੱਗ ਗਿਆ ਤੇ ਇੱਕ ਕੰਡਿਆਲੀਆਂ 'ਚ, ਇੱਕ ਪਥਰੀਲੀ ਜ਼ਮੀਨ ਦੇ ਵਿੱਚ ਤੇ ਇੱਕ ਚੰਗੀ ਜ਼ਮੀਨ ਦੇ ਵਿੱਚ। ਮਤਲਬ ਇੱਥੋਂ ਪਤਾ ਚੱਲਦਾ ਗਾ ਜ਼ਮੀਨ ਕਿੰਨੇ ਤਰ੍ਹਾਂ ਦੀ ਹੈ? ਜ਼ਮੀਨ 4 ਤਰ੍ਹਾਂ ਦੀ। ਮਤਲਬ ਇਨਸਾਨ ਹੈ ਜੋ ਉਹ ਕਿੰਨਾ ਤਰ੍ਹਾਂ ਦੇ ਨੇ? ਇਨਸਾਨ 4 ਤਰ੍ਹਾਂ ਦੇ ਮਿਲਦੇ ਨੇ। ਤੇ ਬੀਜ ਕਿੰਨਾ ਤਰ੍ਹਾਂ ਦਾ? ਬੀਜ ਕਿੰਨੇ ਤਰ੍ਹਾਂ ਦਾ? ਇੱਕ ਤਰ੍ਹਾਂ ਦਾ ਬੀਜ। ਲੇਕਿਨ ਬੀਜ ਦੇ ਵਿੱਚ ਗਲਤੀ ਨਹੀਂ ਹੁੰਦੀ, ਕਦੇ ਵੀ ਗਲਤੀ ਬੀਜ ਦੇ ਵਿੱਚ ਨਹੀਂ ਹੁੰਦੀ, ਲੇਕਿਨ ਗੜਬੜੀ ਕਿੱਥੇ ਹੁੰਦੀ ਹੈ? ਜ਼ਮੀਨ ਦੇ ਵਿੱਚ। ਹੁਣ ਦੇਖੋ ਜਿਹੜਾ ਬੀਜ ਹੈ ਉਹ ਕਿੱਥੇ ਡਿੱਗ ਗਿਆ? ਰਸਤੇ ਵਿੱਚ। ਉੱਥੇ ਲਿਖਿਆ ਕਿ ਉਹ ਕੌਣ ਲੈ ਗਿਆ? ਪੰਛੀ ਚੁਗ ਲੈ ਗਏ। ਔਰ ਉਹਦੇ ਵਿੱਚ ਲਿਖਿਆ ਗਾ ਕਿ ਜਿਹੜਾ ਬੀਜ ਸੀਗਾ ਉਹ ਕਿੱਥੇ ਡਿੱਗਿਆ? ਕੰਡਿਆਲੀ ਜ਼ਮੀਨ ਦੇ ਵਿੱਚ। ਮਤਲਬ ਉੱਗਿਆ ਤਾਂ ਸੀ, ਲੇਕਿਨ ਹੋਇਆ ਕਿ ਜਦ ਉਹ ਉੱਗਿਆ, ਜਦ ਵਧਿਆ, ਲੇਕਿਨ ਝਾੜੀਆਂ ਨੇ ਉਹਨੂੰ ਦੱਬ ਲਿਆ। ਫਿਰ ਸੀਗਾ ਪਥਰੀਲੀ ਜ਼ਮੀਨ ਦੇ ਵਿੱਚ, ਉਹ ਵੀ ਜਲਦੀ ਉੱਗਿਆ, ਲੇਕਿਨ ਜਿਹੜੀ ਜੜ ਸੀ ਉਹ ਮਜ਼ਬੂਤ ਨਹੀਂ ਸੀ, ਡੂੰਘਾਈ ਤੱਕ ਨਹੀਂ ਗਈ, ਲੇਕਿਨ ਉਹ ਬਾਅਦ ਦੇ ਵਿੱਚ ਸਫਲ ਨਹੀਂ ਹੋ ਸਕਿਆ। ਫਿਰ ਇੱਕ ਜਿਹੜਾ ਬੀਜ ਸੀਗਾ ਉਹ ਡਿੱਗਾ ਚੰਗੀ ਜ਼ਮੀਨ ਦੇ ਵਿੱਚ, ਤੇ ਜਿਹੜੀ ਜ਼ਮੀਨ ਸੀ ਫਲਦਾਈ। ਮਤਲਬ ਆਪਾਂ ਕੀ ਬਣਨਾ ਗਾ? ਆਪਾਂ ਉਹੀ ਜ਼ਮੀਨ ਬਣਨਾ ਗਾ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਕੀ ਕਰੀਏ? ਸੁਣ ਸਕੀਏ। ਔਰ ਸੁਣ ਕੇ ਕੈਸਾ ਕਰੀਏ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਲੈ ਕੇ ਆਈਏ? ਫਲ ਲੈ ਕੇ ਆਈਏ। ਅਗਰ ਅਸੀਂ ਫਲ ਲੈ ਕੇ ਆਵਾਂਗੇ ਤਾਂ ਸਹੀ ਦੇ ਵਿੱਚ ਸਾਡਾ ਪਰਮੇਸ਼ਰ ਕੀ ਹੈ? ਖੁਸ਼ ਹੁੰਦਾ ਗਾ। ਹੁਣ ਦੇਖੋ ਅੱਜ ਕਿੰਨੇ ਲੋਕ ਨੇ ਜੋ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਨੇ, ਲੇਕਿਨ ਸੁਣ ਕੇ ਸੁਣਨ ਦੇ ਵਿੱਚ ਚੰਗਾ ਲੱਗਦਾ, ਲੇਕਿਨ ਮੰਨਦੇ ਨੇ ਉਹ ਬਹੁਤ ਘੱਟ ਲੋਕ ਨੇ। ਕਿਉਂਕਿ ਆਪਾਂ ਗੱਲ ਕਰੀਏ ਪ੍ਰਭੂ ਯਿਸੂ ਮਸੀਹ ਦੀ, ਪ੍ਰਭੂ ਯਿਸੂ ਮਸੀਹ ਜਦ ਇਸ ਧਰਤੀ ਉੱਪਰ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਜ਼ਿਆਦਾਤਰ ਜਦ ਵੀ ਗੱਲਬਾਤ ਕਰਦੇ ਸੀਗੇ ਉਹ ਸਵਰਗ ਦੀ ਗੱਲ ਕਰਦੇ ਸੀਗੇ। ਇਨਸਾਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰੇ, ਲੇਕਿਨ ਪ੍ਰਭੂ ਯਿਸੂ ਮਸੀਹ ਜਦ ਵੀ ਗੱਲ ਕਰਦੇ ਸੀਗੇ ਉਹ ਸਵਰਗ ਦੀ ਗੱਲ ਕਰਦੇ ਸੀਗੇ। ਹੁਣ ਦੇਖੋ ਇਹ ਉਦਾਹਰਨ ਦਿੱਤੀ ਜਿਹੜੀ ਕਿਹੜੀ? ਇੱਕ ਕਿਸਾਨ ਨੇ ਬੀਜ ਬੀਜਣਾ ਸ਼ੁਰੂ ਕੀਤਾ ਸੀਗਾ, ਉਹਦੇ ਲਈ ਵੀ ਦੇਖੋ ਇੱਕ ਸਵਰਗ ਦੀ ਗੱਲ ਹੈ। ਮਤਲਬ ਪ੍ਰਭੂ ਯਿਸੂ ਮਸੀਹ ਦੱਸਣਾ ਚਾਹੁੰਦੇ ਨੇ ਕਿ ਇਸ ਤਰ੍ਹਾਂ ਹੁੰਦਾ ਗਾ। ਲੇਕਿਨ ਦੇਖਣ ਵਾਲੀ ਗੱਲ ਹੈ, ਅਗਰ ਆਪਾਂ ਇਹਨੂੰ ਧਿਆਨ ਨਾਲ ਲਾ ਕੇ ਦੇਖੀਏ, ਐਸਾ ਕੋਈ ਕਿਸਾਨ ਨਹੀਂ ਹੈ ਜਾਂ ਐਸਾ ਕੋਈ ਇਨਸਾਨ ਨਹੀਂ ਹੈ ਜਿਹੜਾ ਖੇਤੀ ਕਰਦਾ ਹੋਵੇ ਕਿ ਉਹ ਬੀਜਾਂ ਨੂੰ ਇਹ ਰਸਤੇ ਵਿੱਚ ਸੁੱਟਦਾ ਹੋਵੇ ਜਾਂ ਪਹਾੜੀ ਵਿੱਚ ਆਪਣੇ ਪਥਰੀਲੀ ਜ਼ਮੀਨ ਵਿੱਚ ਸੁੱਟ ਦੇਵੇ ਜਾਂ ਫਿਰ ਕੰਡਿਆਂ ਵਿੱਚ ਸੁੱਟ ਦੇਵੇ। ਇਨਸਾਨ ਐਸਾ ਕਦੇ ਵੀ ਨਹੀਂ ਕਰਦਾ। ਉਹ ਕੀ ਕਰਦਾ? ਉਹ ਖੇਤ ਵਿੱਚ ਬੀਜ ਨੂੰ ਬੀਜਦਾ ਗਾ। ਲੇਕਿਨ ਇਹਦਾ ਆਤਮਿਕ ਅਰਥ ਦੇਖੋ, ਇਹਦਾ ਆਤਮਿਕ ਅਰਥ ਇਹ ਨਿਕਲਦਾ ਗਾ ਕਿ ਇਨਸਾਨ ਹੈ ਜੋ ਇਸ ਤਰ੍ਹਾਂ ਦਾ ਹੈਗਾ। ਮਤਲਬ ਜਿੰਨੇ ਵੀ ਲੋਕ ਸੰਗਤ ਵਿੱਚ ਆਉਂਦੇ ਨੇ
ਉਹ ਜ਼ਿਆਦਾਤਰ ਇਸ ਤਰ੍ਹਾਂ ਦੇ ਲੋਕ ਨਹੀਂ ਕਿ ਸਾਰੇ ਲੋਕ ਪਰਮੇਸ਼ਵਰ ਦੇ ਵਚਨ ਨੂੰ ਸੁਣ ਕੇ ਮੰਨਣ ਵਾਲੇ ਹੀ ਨੇ। ਉਹਦੇ ਵਿੱਚ ਕੀ ਨੇ, ਕਈ ਲੋਕ ਵਚਨ ਨੂੰ ਸੁਣਦੇ ਨੇ ਤੇ ਕਈ ਲੋਕ ਵਚਨ ਨੂੰ ਸੁਣ ਕੇ ਸਾਰੇ ਉਸ ਨੂੰ ਛੱਡ ਦਿੰਦੇ ਨੇ, ਤੇ ਕਈ ਲੋਕ ਐਸੇ ਹੁੰਦੇ ਨੇ ਵਚਨ ਨੂੰ ਸੁਣ ਕੇ ਆਨੰਦ ਨਾਲ ਭਰ ਜਾਂਦੇ ਨੇ ਵੀ ਹੁਣ ਤੋਂ ਬਾਅਦ ਕੀ ਹੈ, ਆਪਾਂ ਆਗਿਆਕਾਰੀ ਕਰਾਂਗੇ, ਹੁਣ ਤੋਂ ਬਾਅਦ ਕੀ ਹੈ, ਅਸੀਂ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਾਂਗੇ। ਲੇਕਿਨ ਜਦ ਕੀ ਹੁੰਦਾ ਵੀ ਕੋਈ ਚਿੰਤਾ ਆ ਜਾਏ ਜਾਂ ਲੋਕ ਕੁਝ ਕਹਿ ਦੇਣ ਤਾਂ ਇਨਸਾਨ ਕੀ ਹੁੰਦਾ ਗਾ, ਉਹ ਕਮਜ਼ੋਰ ਪੈ ਜਾਂਦਾ ਗਾ। ਚਲੋ ਮਤਲਬ ਮੈਂ ਜੋ ਗੱਲ ਕਰ ਰਿਹਾ ਸੀਗਾ ਕਿ ਪ੍ਰਭੂ ਯਿਸੂ ਮਸੀਹ ਜਦ ਵੀ ਗੱਲ ਕਰਦੇ ਸੀਗੇ ਉਹ ਸਵਰਗ ਦੀ ਗੱਲ ਕਰਦੇ ਸੀਗੇ। ਹਾਂ, ਇਨਸਾਨ ਚਾਹੇ ਜੋ ਵੀ ਹੈ, ਜੈਸੀ ਵੀ ਗੱਲ ਕਰੇ, ਲੇਕਿਨ ਪ੍ਰਭੂ ਯਿਸੂ ਮਸੀਹ ਉਹਦਾ ਉੱਤਰ ਉਹ ਸਵਰਗ ਦੇ ਵਿੱਚੋਂ ਹੀ ਦਿੰਦੇ ਸੀਗੇ, ਸਵਰਗ ਦੇ ਅਨੁਸਾਰ ਦਿੰਦੇ ਸੀਗੇ, ਤਾਂ ਕਿ ਇਨਸਾਨ ਸਵਰਗ ਲਈ ਤਿਆਰ ਹੋ ਜਾਏ। ਇੱਕ ਵਾਰ ਇੱਕ ਇਨਸਾਨ ਸੀਗਾ ਨਿਕੋਦਿਮਸ ਇਨਸਾਨ ਸੀਗਾ, ਤੇ ਉਹ ਕੀ ਕਰਨ ਆਇਆ ਪ੍ਰਭੂ ਯਿਸੂ ਮਸੀਹ ਦੇ ਕੋਲ ਰਾਤ ਦੇ ਵੇਲੇ ਆਇਆ, ਆ ਕੇ ਪ੍ਰਭੂ ਯਿਸੂ ਮਸੀਹ ਦੀ ਵਡਿਆਈ ਕਰ ਰਿਹਾ ਗਾ। ਕੀ ਕਹਿ ਰਿਹਾ ਗਾ ਕਿ ਪ੍ਰਭੂ ਜੀ, ਗੁਰੂ ਜੀ, ਤੁਸੀਂ ਜੋ ਕੰਮ ਕਰਦੇ ਹੋ, ਹਾਂ ਉਹ ਕੰਮ ਤੁਹਾਡੇ ਨਾਲ ਤੁਹਾਡਾ ਮਤਲਬ ਪਰਮੇਸ਼ਵਰ ਰਹਿ ਕੇ ਕੰਮ ਕਰਦਾ ਗਾ, ਮੈਂ ਗੱਲ ਨੂੰ ਜਾਣਦਾ ਗਾ। ਹੁਣ ਦੇਖੋ ਇਹ ਇਨਸਾਨ ਕੌਣ ਸੀਗਾ, ਇਹ ਤਾਂ ਫਰੀਸੀ ਸੀਗਾ, ਇਹ ਤਾਂ ਲੋਕਾਂ ਨੂੰ ਸਿਖਾਉਣ ਵਾਲਾ ਸੀਗਾ। ਹੁਣ ਇਸ ਨੇ ਗੱਲ ਕੀਤੀ, ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕੀਤੀ, ਪ੍ਰਭੂ ਯਿਸੂ ਮਸੀਹ ਦੀ ਵਡਿਆਈ ਕੀਤੀ। ਕਾਹਦੇ ਲਈ? ਕਿ ਪ੍ਰਭੂ ਜੀ ਮੈਂ ਜਾਣਦਾ ਗਾ, ਗੁਰੂ ਜੀ ਮੈਂ ਜਾਣਦਾ ਗਾ ਕਿ ਤੁਸੀਂ ਉੱਪਰੋਂ ਆਏ ਹੋ। ਹੁਣ ਦੇਖੋ ਉਹਨੇ ਤਾਂ ਪ੍ਰਭੂ ਯਿਸੂ ਮਸੀਹ ਦੀ ਵਡਿਆਈ ਕੀਤੀ, ਲੇਕਿਨ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ, ਆਪਾਂ ਪੜਾਂਗੇ ਯਹੂਨਾ ਉਹਦਾ 3 ਅਧਿਆਇ, ਉਹਦਾ ਪੜੋ ਤੁਸੀਂ, ਚਲੋ 2 ਤੋਂ ਪੜੋ। ਉਹ ਰਾਤ ਨੂੰ ਯੀਸ਼ੂ ਦੇ ਕੋਲ ਆਇਆ ਅਤੇ ਉਹਨੂੰ ਆਖਿਆ, ਸਵਾਮੀ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਵਰ ਦੀ ਵੱਲੋਂ ਆਏ ਹੋ, ਕਿਉਂਕਿ ਇਹ ਨਿਸ਼ਾਨ ਜਿਹੜੇ ਤੁਸੀਂ ਵਿਖਾਉਂਦੇ ਹੋ ਹੋਰ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਵਰ ਉਹਦੇ ਨਾਲ ਨਾ ਹੋਵੇ। ਦੇਖੋ ਪ੍ਰਭੂ ਯਿਸੂ ਮਸੀਹ ਦੀ ਤਾਰੀਫ ਕਰ ਰਿਹਾ ਗਾ, ਪ੍ਰਭੂ ਯਿਸੂ ਮਸੀਹ ਦੀ ਮਹਿਮਾ ਕਰ ਰਿਹਾ ਗਾ, ਲੇਕਿਨ ਦੇਖੋ ਪ੍ਰਭੂ ਯਿਸੂ ਮਸੀਹ ਨੇ ਆਪਣੀ ਤਾਰੀਫ ਸੁਣ ਕੇ ਕੁਝ ਕਿਹਾ ਨਹੀਂ, ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਯੀਸ਼ੂ ਨੇ ਉੱਤਰ ਦਿੱਤਾ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਤਾਂ ਪਰਮੇਸ਼ਵਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਆਪਣਾ ਧਿਆਨ ਬਣਾ ਕੇ ਰੱਖਿਓ। ਦੇਖੋ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਜੇ ਕੋਈ ਨਵੇਂ ਸਿਰਿਓਂ ਨਾ ਜੰਮੇ, ਨਵੇਂ ਸਿਰਿਓਂ ਨਾ ਪੈਦਾ ਹੋਵੇ, ਉਹ ਕੀ ਪਰਮੇਸ਼ਵਰ ਦੇ ਰਾਜ ਨੂੰ ਦੇਖ ਨਹੀਂ ਸਕਦਾ। ਹੁਣ ਦੇਖੋ ਇਨਸਾਨ ਨੇ ਗੱਲ ਕੀ ਕੀਤੀ, ਉਹ ਤਾਂ ਜੋ ਵੀ ਗੱਲ ਕਰ ਰਿਹਾ ਗਾ ਉਹ ਤਾਂ ਕੋਈ ਹੋਰ ਗੱਲ ਕਰ ਰਿਹਾ ਗਾ, ਲੇਕਿਨ ਪ੍ਰਭੂ ਯਿਸੂ ਮਸੀਹ ਜੋ ਗੱਲ ਕਰ ਰਹੇ ਨੇ ਉਹ ਗੱਲ ਕੋਈ ਹੋਰ ਕਰ ਰਹੇ ਨੇ। ਮਤਲਬ ਕਿ ਪ੍ਰਭੂ ਯਿਸੂ ਮਸੀਹ ਜੋ ਵੀ ਗੱਲ ਕਰ ਰਹੇ ਨੇ ਉਹ ਕਿਹੜੀ ਗੱਲ ਕਰ ਰਹੇ ਨੇ? ਉਹ ਤਾਂ ਆਤਮਾ ਦੀ ਗੱਲ ਕਰ ਰਹੇ ਨੇ, ਉਹ ਤਾਂ ਸਵਰਗ ਦੀ ਗੱਲ ਕਰ ਰਹੇ ਨੇ। ਲੇਕਿਨ ਇਹ ਇਨਸਾਨ ਤਾਂ ਮਤਲਬ ਜੋ ਵੀ ਗੱਲ ਕਰ ਰਿਹਾ ਗਾ ਉਹ ਤਾਂ ਪ੍ਰਭੂ ਯਿਸੂ ਮਸੀਹ ਦੀ ਵਡਿਆਈ ਦੀ ਗੱਲ ਕਰ ਰਿਹਾ ਗਾ। ਤਾਂ ਦੇਖੋ ਪ੍ਰਭੂ ਯਿਸੂ ਮਸੀਹ ਨੇ ਉਸ ਦਾ ਧਿਆਨ ਕਿੱਥੇ ਲਵਾਇਆ? ਸਿਰਫ ਸਵਰਗ ਦੀ ओर। ਅੱਗੇ ਆ ਕੇ ਪੜ੍ਹ ਕੇ ਦੇਖਿਓ ਤਾਂ ਉਸ ਇਨਸਾਨ ਦੇ ਨਾਲ ਜੋ ਵੀ ਗੱਲਬਾਤ ਹੋਈ, ਤੇ ਇੱਕ ਵਾਰ ਇੱਕ ਔਰਤ ਸੀ, ਸਾਮਰੀ ਔਰਤ ਦੇ ਬਾਰੇ ਗੱਲ ਕਰੋ ਤਾਂ ਉਹ ਪਾਣੀ ਭਰਨੇ ਆਈ, ਲੇਕਿਨ ਪ੍ਰਭੂ ਯਿਸੂ ਮਸੀਹ ਦੇ ਨਾਲ ਜਦ ਗੱਲਬਾਤ ਕੀਤੀ ਤਾਂ ਪ੍ਰਭੂ ਯਿਸੂ ਮਸੀਹ ਨੇ ਉਸ ਔਰਤ ਨੂੰ ਕੀ ਕਿਹਾ ਕਿ ਹੇ ਬੀਬੀ, ਮੈਨੂੰ ਪਾਣੀ ਪਿਆ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਨੂੰ ਪਿਆਸ ਲੱਗੀ ਹੈ, ਪ੍ਰਭੂ ਯਿਸੂ ਮਸੀਹ ਪਾਣੀ ਮੰਗ ਰਹੇ ਨੇ, ਤੇ ਜਦ ਉਸ ਔਰਤ ਨੇ ਕਿਹਾ ਕਿ ਤੁਸੀਂ ਤਾਂ ਯਹੂਦੀ ਹੋ ਔਰ ਤੁਹਾਨੂੰ ਪਤਾ ਹੈਗਾ ਕਿ ਯਹੂਦੀ ਸਾਹਮਣੇ ਨਾਲ ਵਰਤਦੇ ਨਹੀਂ ਹੈਗੇ, ਮਤਲਬ ਲੈਣ ਦੇਣ ਹੈ ਹੀ ਨਹੀਂ ਉਹਨਾਂ ਨਾਲ, ਲੇਕਿਨ ਤੂੰ ਮੇਰੇ ਤੋਂ ਪਾਣੀ ਮੰਗਦਾਗਾ। ਤਾਂ ਦੇਖੋ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ, ਹੇ ਬੀਬੀ, ਜੇ ਤੂੰ ਮੈਨੂੰ ਜਾਣਦੀ ਕਿ ਮੈਂ ਕੌਣ ਆ, ਤੂੰ ਮੇਰੇ ਕੋਲੋਂ ਮੰਗਦੀ, ਤੈਨੂੰ ਕੀ ਦਿੰਦਾ ਮੈਂ? ਅੰਮ੍ਰਿਤ ਜਲ ਦਿੰਦਾ। ਹੁਣ ਦੇਖਣ ਵਾਲੀ ਗੱਲ ਹੈ, ਯਿਸੂ ਮਸੀਹ ਨੇ ਗੱਲ ਕਿੱਥੋਂ ਸ਼ੁਰੂ ਕਰੀ? ਆਪਣੀ ਪਿਆਸ ਤੋਂ। ਤੇ ਫਿਰ ਗੱਲ ਕਿੱਥੇ ਕੀਤੀ ਪ੍ਰਭੂ ਯਿਸੂ ਮਸੀਹ ਨੇ? ਉਸ ਔਰਤ ਦੀ। ਕਹਿਣ ਦਾ ਮਤਲਬ ਕਿ ਯਿਸੂ ਮਸੀਹ ਜਦ ਵੀ ਗੱਲ ਕਰਦੇ ਸੀ, ਕਿਹੜੀ ਗੱਲ ਕਰਦੇ ਸੀ? ਸੰਸਾਰ ਦੀ ਗੱਲ ਨਹੀਂ ਕਰਦੇ ਸੀਗੇ। ਯਿਸੂ ਮਸੀਹ ਜਦ ਵੀ ਗੱਲ ਕਰਦੇ ਸੀਗੇ ਉਹ ਤਾਂ ਸਵਰਗ ਦੀ ਗੱਲ ਕਰਦੇ ਸੀਗੇ। ਇਨਸਾਨ ਚਾਹੇ ਕੋਈ ਵੀ ਹੈ, ਉਹ ਕੈਸਾ ਵੀ ਇਨਸਾਨ ਹੈ, ਅਗਰ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆਗਾ ਤੇ ਉਹ ਇਨਸਾਨ ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆਗਾ, ਉਹ ਇਨਸਾਨ ਜੋ ਮਰਜ਼ੀ ਗੱਲ ਕਰੇ। ਲੇਕਿਨ ਪ੍ਰਭੂ ਯਿਸੂ ਮਸੀਹ ਕਿਹੜੀ ਗੱਲ ਕਰਦੇ ਸੀਗੇ? ਉਹ ਤਾਂ ਸਿਰਫ ਔਰ ਸਿਰਫ ਸਵਰਗ ਦੀ ਗੱਲ ਕਰਦੇ ਸੀਗੇ। ਪ੍ਰਭੂ ਯਿਸੂ ਮਸੀਹ ਕਿਉਂ ਸਵਰਗ ਦੀ ਗੱਲ ਕਰਦੇ ਸੀਗੇ? ਕਿਉਂਕਿ ਜੋ ਇਨਸਾਨ ਹੈ ਇਹ ਬਣਿਆ ਕਿੱਥੋਂ ਹੈ? ਇਹ ਤਾਂ ਮਿੱਟੀ ਚੋਂ ਬਣਿਆਗਾ। ਮਿੱਟੀ ਮਤਲਬ ਇਹ ਧਰਤੀ ਤੋਂ। ਹੁਣ ਜੋ ਇਨਸਾਨ ਦਾ ਸਰੀਰ ਹੈ, ਸਾਰਿਆਂ ਨੂੰ ਪਤਾ ਗਾ ਕਿ ਪਾਪ ਦੀ ਵਜ੍ਹਾ ਦੇ ਕਰਕੇ ਇਨਸਾਨ ਦਾ ਸਰੀਰ ਹੈ ਉਹ ਕੀ ਹੈ? ਉਹ ਨਾਸ ਹੋਣ ਵਾਲਾ ਗਾ। ਲੇਕਿਨ ਉਹਦੇ ਅੰਦਰ ਇੱਕ ਆਤਮਾ ਗਾ, ਆਤਮਾ ਜਿਹੜਾ ਕਦੇ ਮਰਦਾ ਨਹੀਂ, ਆਤਮਾ ਜਿਹੜਾ ਕਦੇ ਬੁੱਢਾ ਨਹੀਂ ਹੁੰਦਾ, ਆਤਮਾ ਜਿਹੜਾ ਕਦੇ ਕਮਜ਼ੋਰ ਨਹੀਂ ਹੁੰਦਾ। ਹੁਣ ਉਹ ਆਤਮਾ ਕੀ ਹੈ? ਉਹ ਕਿੱਥੋਂ ਆਇਆਗਾ? ਉਹ ਤਾਂ ਸਵਰਗ ਦੇ ਵਿੱਚੋਂ ਆਇਆਗਾ। ਸਾਰੇ ਬੋਲੋ ਹਾਲੇਲੂਇਆ। ਹਾਂ, ਚੌਕਸੀ ਨਾਲ ਬੈਠੋ, ਧਿਆਨ ਨਾਲ ਬੈਠੋ। ਹਾਂ, ਉਹ ਆਤਮਾ ਕਿੱਥੋਂ ਆਇਆਗਾ? ਉਹ ਤਾਂ ਸਵਰਗ ਦੇ ਵਿੱਚੋਂ ਆਇਆਗਾ। ਹੁਣ ਦੇਖੋ ਸਾਡੇ ਜੋ ਪਰਮੇਸ਼ਵਰ ਨੇ ਉਹ ਆਤਮਾ ਦੇ ਪਰਮੇਸ਼ਵਰ ਨੇ। ਸਾਡੇ ਪਰਮੇਸ਼ਵਰ ਕੌਣ ਨੇ? ਆਤਮਾ ਦੇ ਪਰਮੇਸ਼ਵਰ। ਹੁਣ ਆਤਮਾ
ਇਸ ਧਰਤੀ ਉੱਪਰ ਕੋਈ ਵੀ ਫੈਕਟਰੀ ਨਹੀਂ ਬਣਾਉਂਦੀ, ਕੋਈ ਵੀ ਮਤਲਬ ਇਦਾਂ ਦੀ ਡਾਕਟਰ ਲੋਕ ਜਾਂ ਕੋਈ ਵੀ ਐਸੀ ਸਾਇੰਸ ਨਹੀਂ ਹੈ ਜੋ ਆਤਮਾ ਬਣਾਉਂਦੀ ਹੋਵੇ। ਲੇਕਿਨ ਆਤਮਾ ਬਣਦਾ ਕਿੱਥੋਂ ਹੈ, ਕਿਵੇਂ ਬਣਦਾਗਾ? ਇਹ ਸਵਰਗ ਦੇ ਵਿੱਚੋਂ ਆਇਆਗਾ। ਇਹਦਾ ਮਤਲਬ ਇਹ ਸਵਰਗੀ ਚੀਜ਼ਾਂ ਨਾਲ ਬਣਿਆ ਹੋਇਆਗਾ। ਇੱਥੇ ਤੱਕ ਕਿ ਸਾਡੇ ਵਿੱਚੋਂ ਕਿਸੇ ਨੇ ਵੀ ਆਪਣਾ ਆਤਮਾ ਨਹੀਂ ਦੇਖਿਆ ਹੋਇਆ। ਸਾਡੇ ਵਿੱਚੋਂ ਕੀ ਦੁਨੀਆ ਦੇ ਵਿੱਚ ਐਸਾ ਕੋਈ ਇਨਸਾਨ ਹੈ ਹੀ ਨਹੀਂ ਕਿ ਜਿਹਨੇ ਕਦੇ ਆਪਣਾ ਆਤਮਾ ਦੇਖਿਆ ਹੋਵੇ। ਲੇਕਿਨ ਉਸ ਇਨਸਾਨ ਦੇ ਅੰਦਰ ਇੱਕ ਆਤਮਾ ਹੈ ਜਿਹਦੇ ਨਾਲ ਇਨਸਾਨ ਕੀ ਹੈ, ਜਿੰਦਾ ਰਹਿੰਦਾਗਾ। ਜਿਹਦੇ ਨਾਲ ਇਨਸਾਨ ਕੀ ਹੈ, ਉਹ ਤਾਂ ਜਿੰਦਾ ਰਹਿੰਦਾਗਾ। ਇਸ ਕਰਕੇ ਜੋ ਉਹਦਾ ਆਤਮਾ ਗਾ, ਹਾਂ, ਉਹਦਾ ਮਾਲਕ ਕੌਣ ਹੈ? ਉਹਦਾ ਮਾਲਕ ਤਾਂ ਪ੍ਰਭੂ ਯਿਸੂ ਮਸੀਹ ਹੈ। ਹੁਣ ਜੋ ਪ੍ਰਭੂ ਯਿਸੂ ਮਸੀਹ ਹੈ, ਜਿਸ ਨੇ ਉਸ ਆਤਮਾ ਨੂੰ ਦਿੱਤਾ ਹੋਇਆ ਇਨਸਾਨ ਨੂੰ, ਔਰ ਆਤਮਾ ਰਹਿੰਦਾ ਕਿੱਥੇ ਹੈ? ਇਨਸਾਨ ਦੇ ਸਰੀਰ ਦੇ ਵਿੱਚ। ਹੁਣ ਸਰੀਰ ਕੀ ਹੈ? ਸਰੀਰ ਕਮਜ਼ੋਰ ਹੁੰਦਾਗਾ। ਸਰੀਰ ਕੀ ਹੈ? ਸਰੀਰ ਬੁੱਢਾ ਵੀ ਹੋ ਜਾਂਦਾਗਾ। ਸਰੀਰ ਕੀ ਹੈ? ਇਹ ਤਾਂ ਬਿਮਾਰ ਵੀ ਹੋ ਜਾਂਦਾਗਾ। ਔਰ ਸਰੀਰ ਕੀ ਹੈ? ਸਰੀਰ ਮਰ ਜਾਂਦਾਗਾ। ਲੇਕਿਨ ਆਤਮਾ ਨਾ ਕਮਜ਼ੋਰ ਹੋਵੇ, ਨਾ ਬੁੱਢਾ ਹੋਵੇ, ਨਾ ਕਦੇ ਮਰੇ, ਨਾ ਇਹਨੂੰ ਕਦੇ ਬੁਖਾਰ ਚੜੇ। ਕਦੇ ਸੁਣਿਆ ਆਪਾਂ ਨੇ ਕਿ ਕੋਈ ਕਹਿੰਦਾ ਹੋਵੇ ਭਾਈ ਮੇਰਾ ਆਤਮਾ ਨੂੰ ਬੁਖਾਰ ਚੜਿਆ ਹੋਏਗਾ? ਇਦਾਂ ਨਹੀਂ ਹੁੰਦਾ। ਲੇਕਿਨ ਹੁੰਦਾ ਕੀ ਆ? ਅੱਜ ਮੇਰਾ ਸਰੀਰ ਕਮਜ਼ੋਰ ਹੈ, ਅੱਜ ਮੇਰਾ ਸਰੀਰ ਥੱਕਿਆ ਲੱਗਦਾ ਮੈਨੂੰ, ਅੱਜ ਮੇਰੇ ਥੱਕਿਆ ਮੈਂ ਨੀਂਦ ਆ ਰਹੀ ਹੈ। ਲੇਕਿਨ ਸਹੀ ਦੇ ਵਿੱਚ ਆਤਮਾ ਨਾਲ ਕੋਈ ਵੀ ਇਦਾਂ ਦੀ ਗੱਲਬਾਤ ਹੁੰਦੀ ਨਹੀਂ। ਇਹਦਾ ਮਤਲਬ ਕਿ ਆਤਮਾ ਕੀ ਹੈ? ਆਤਮਾ ਉੱਤਮ ਹੈ ਸਰੀਰ ਨਾਲੋਂ। ਆਤਮਾ ਕੀ ਹੈ? ਆਤਮਾ ਉੱਤਮ ਹੈ ਸਰੀਰ ਦੇ ਨਾਲੋਂ। ਇਸ ਲਈ ਪ੍ਰਭੂ ਯਿਸੂ ਮਸੀਹ ਦੇ ਵਿੱਚ ਜੋ ਵੀ ਗੱਲ ਕਰਦੇ ਸੀਗੇ, ਉਹ ਤਾਂ ਆਤਮਾ ਦੇ ਲਈ ਗੱਲ ਕਰਦੇ ਸੀਗੇ, ਉਹ ਤਾਂ ਸਵਰਗ ਦੀ ਗੱਲ ਕਰਦੇ ਸੀਗੇ। ਕਿਉਂ? ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ, ਪੜ੍ਹੋ ਫਿਲਿਪੀਆ ਉਹਦਾ 3 ਅਧਿਆਇ, ਉਹਦਾ 20 ਵਚਨ। ਕਹਿੰਦੀ ਵੀ ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ, ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ। ਦੇਖੋ ਅਸੀਂ ਕਿੱਥੇ ਦੀ ਪਰਜਾਂਗੇ? ਸਵਰਗ ਦੀ ਪਰਜਾ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਆਇਆ, ਉਹ ਕਿੱਥੋਂ ਆਏ? ਉਹ ਤਾਂ ਸਵਰਗ ਤੋਂ ਹੀ ਆਏ। ਇਸ ਲਈ ਪ੍ਰਭੂ ਯਿਸੂ ਮਸੀਹ ਕੀ ਕਰਦੇ ਸੀਗੇ? ਸਵਰਗ ਦੀਆਂ ਗੱਲਾਂ ਦੱਸਦੇ ਸੀਗੇ। ਇਸ ਲਈ ਪ੍ਰਭੂ ਯਿਸੂ ਮਸੀਹ ਜਦ ਇਨਸਾਨ ਕੋਈ ਵੀ ਕੈਸੀ ਵੀ ਗੱਲ ਕਰੇ, ਲੇਕਿਨ ਪ੍ਰਭੂ ਯਿਸੂ ਮਸੀਹ ਕਿੱਥੇ ਲੈ ਕੇ ਜਾਂਦੇ ਸੀਗੇ? ਸਵਰਗ ਦੀ ਗੱਲ। ਇਨਸਾਨ ਕੀ ਕਹਿੰਦਾਗਾ? ਗੁਰੂ ਜੀ ਮੈਂ ਜਾਣਦਾਗਾ ਕਿ ਤੁਸੀਂ ਜੋ ਕੰਮ ਕਰਦੇ ਹੋ ਪਰਮੇਸ਼ਵਰ ਤੁਹਾਡੇ ਨਾਲ ਰਹਿ ਕੇ ਕੰਮ ਕਰਦੇ ਨੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਜੇ ਤੂੰ ਨਵੇਂ ਸਿਰੋਂ ਪੈਦਾ ਨਾ ਹੋਏ, ਇਨਸਾਨ ਜਿੰਨਾ ਚਿਰ ਨਵੇਂ ਸਿਰ ਤੋਂ ਪੈਦਾ ਨਾ ਹੋਵੇ ਤਾਂ ਮਤਲਬ ਸਵਰਗ ਨੂੰ ਦੇਖ ਵੀ ਨਹੀਂ ਸਕਦਾ। ਹੁਣ ਦੇਖੋ ਉਹ ਇਨਸਾਨ ਤਾਂ ਸੰਸਾਰ ਦੀ ਗੱਲ ਕਰ ਰਿਹਾ ਹੈਗਾ, ਲੇਕਿਨ ਪ੍ਰਭੂ ਯਿਸੂ ਮਸੀਹ ਉਹ ਤਾਂ ਆਤਮਾ ਦੀ ਗੱਲ ਕਰਦੇ ਨੇ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਚਾਹੁੰਦੇ ਨੇ ਕਿ ਇਨਸਾਨ ਦਾ ਜੋ ਆਤਮਾ ਗਾ ਉਹ ਕੀ ਕਰੇ? ਉਹ ਸਵਰਗ ਦੇ ਵਿੱਚ ਆ ਜਾਏ। ਇਨਸਾਨ ਦਾ ਜੋ ਸਰੀਰ ਹੈ ਉਹ ਮਿੱਟੀ 'ਚੋਂ ਬਣਿਆਗਾ। ਹੁਣ ਜੋ ਇਨਸਾਨ ਦਾ ਸਰੀਰ ਮਿੱਟੀ 'ਚੋਂ ਬਣਿਆਗਾ, ਇਹ ਅੱਜ ਨਹੀਂ ਤਾਂ ਕੱਲ੍ਹ ਨੂੰ ਇਹਦੀ ਇੱਕ ਬੁਨਿਆਦ ਹੈ। 70 ਸਾਲ, 80 ਸਾਲ, 100 ਸਾਲ ਜਾਂ ਵੱਧ ਤੋਂ ਵੱਧ 120 ਸਾਲ ਇਹਨੇ ਖਤਮ ਹੋ ਜਾਣਾ ਹੈਗਾ। ਖਤਮ ਹੋ ਜਾਣਾ। ਉਸ ਤੋਂ ਬਾਅਦ ਇਸ ਨੂੰ ਲੋਕ ਦੱਬ ਦੇਣਗੇ ਜਾਂ ਇਸ ਨੂੰ ਜਲਾ ਦੇਣਗੇ। ਇਹੀ ਕੰਮ ਇਹਦੇ ਨਾਲ। ਲੇਕਿਨ ਆਤਮਾ ਨੂੰ ਇੱਕ ਸਰੀਰ ਪਰਮੇਸ਼ਵਰ ਨਵਾਂ ਦਿੰਦੇ ਨੇ। ਜਾਂ ਤਾਂ ਫਿਰ ਉਹ ਸਦਾ ਲਈ ਸਵਰਗ ਦੇ ਵਿੱਚ, ਜਾਂ ਫਿਰ ਉਹ ਸਦਾ ਲਈ ਨਰਕ ਦੇ ਵਿੱਚ। ਇਸ ਲਈ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਜੋ ਇਨਸਾਨ ਦਾ ਆਤਮਾ ਗਾ, ਹਾਂ, ਉਸ ਲਈ ਪਰਮੇਸ਼ਵਰ ਕੀ ਕਰਦੇ ਨੇ? ਉਹ ਇਹੀ ਚਾਹੁੰਦੇ ਨੇ ਕਿ ਇਨਸਾਨ ਕੀ ਕਰੇ? ਆਪਣੇ ਆਤਮਾ ਨੂੰ ਬਚਾ ਸਕੇ। ਔਰ ਬਚਾ ਸਕੇ ਇਸ ਲਈ ਪ੍ਰਭੂ ਯਿਸੂ ਮਸੀਹ ਆਪਣੇ ਵਚਨਾਂ ਦੇ ਦੁਆਰਾ ਮਤਲਬ ਆਪਣੇ ਲੋਕਾਂ ਨੂੰ ਉਹ ਸਿਖਾਉਂਦੇ ਨੇ। ਕਿਉਂ ਸਿਖਾਉਂਦੇ ਨੇ? ਕਿਉਂਕਿ ਪ੍ਰਭੂ ਯਿਸੂ ਮਸੀਹ ਕੀ ਚਾਹੁੰਦੇ ਨੇ ਕਿ ਜੋ ਇਨਸਾਨ ਦਾ ਆਤਮਾ ਗਾ ਉਹ ਕੀ ਹੋ ਜਾਏ? ਉਹ ਬਚਾਇਆ ਜਾਏ। ਬਚਾਇਆ ਜਾਏ ਕਾਹਦੇ ਲਈ? ਕਿਉਂਕਿ ਉਸ ਨੂੰ ਜਦ ਇੱਕ ਸਰੀਰ ਮਿਲੇਗਾ ਤਾਂ ਉਹ ਕਾਹਦੇ ਲਈ ਮਿਲੇਗਾ? ਉਸ ਨੂੰ ਸਵਰਗ ਦੇ ਲਈ ਮਿਲੇਗਾ, ਔਰ ਜੋ ਸੰਦੀਪਕ ਜੀਵਨ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਬਾਈਬਲ ਦੇ ਵਿੱਚ, ਯਹੂਨਾ ਉਹਦਾ 14 ਅਧਿਆਇ, ਉਹਦਾ 2 ਵਚਨ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਦੇਖੋ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਕੀ ਕਿਹਾ ਪ੍ਰਭੂ ਯਿਸੂ ਮਸੀਹ ਨੇ? ਕਿ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ। ਮਤਲਬ ਨਿਵਾਸ ਘਰ, ਜਗ੍ਹਾ। ਨਿਵਾਸ ਮਤਲਬ ਜਗ੍ਹਾ। ਹੁਣ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਜਗ੍ਹਾ ਗਈ। ਮੇਰੇ ਪਿਤਾ ਦੇ ਘਰ ਵਿੱਚ ਕੀ ਹੈ? ਬਹੁਤ ਜਗ੍ਹਾ ਗਈ। ਹੁਣ ਦੇਖੋ ਜਗ੍ਹਾ ਤਾਂ ਬਹੁਤ ਹੈ, ਇਸ ਲਈ ਤਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਤੁਸੀਂ ਕੀ ਹੋ? ਸਵਰਗ ਦੀ ਪਰਜਾ ਹੋ। ਲੇਕਿਨ ਦੇਖੋ ਇਨਸਾਨ ਇਸ ਧਰਤੀ ਉੱਪਰ ਆ ਚੁੱਕਿਆ, ਇਸ ਧਰਤੀ ਉੱਪਰ ਆ ਚੁੱਕਿਆਗਾ। ਹੁਣ ਇਸ ਧਰਤੀ ਉੱਪਰ ਕੀ ਹੈ? ਇਸ ਧਰਤੀ ਉੱਪਰ ਬਹੁਤ ਕੁਛ ਹੈ। ਇਸ ਧਰਤੀ ਉੱਪਰ ਬਹੁਤ ਕੁਛ ਹੈ, ਜਿਹਦੇ ਕਰਕੇ ਕੀ ਹੈ? ਇਨਸਾਨ ਦਾ ਜੋ ਮਨ ਹੈ ਇਸ ਧਰਤੀ ਉੱਪਰ ਲੱਗਿਆ ਹੋਇਆਗਾ।
ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਇਸ ਧਰਤੀ ਉੱਪਰ ਲੱਗਿਆ ਹੋਇਆਗਾ, ਲੇਕਿਨ ਸਹੀ ਦੇ ਵਿੱਚ ਇਨਸਾਨ ਨੂੰ ਇੰਨਾ ਪਤਾਗਾ ਕਿ ਮੈਂ ਇਸ ਧਰਤੀ ਉੱਪਰ ਕੀ ਹਾਂ, ਪਰਦੇਸੀ ਹਾਂ। ਮੈਂ ਇਸ ਧਰਤੀ ਉੱਪਰ ਕੀ ਹਾਂ, ਮੈਂ ਇਸ ਧਰਤੀ ਉੱਪਰ ਮੁਸਾਫਰ ਹਾਂ। ਔਰ ਸਹੀ ਦੇ ਵਿੱਚ ਫਿਰ ਵੀ ਦੇਖੋ ਜੋ ਇਨਸਾਨ ਨੂੰ ਚਾਹੀਦਾਗਾ ਉਹ ਇਨਸਾਨ ਨਹੀਂ ਕਰ ਰਿਹਾ। ਜਿਸ ਤਰ੍ਹਾਂ ਚਾਹੀਦਾ ਇਨਸਾਨ ਨੂੰ ਉਸ ਤਰ੍ਹਾਂ ਉਹ ਕਰ ਨਹੀਂ ਰਿਹਾ। ਕਰ ਨਹੀਂ ਰਿਹਾ ਮਤਲਬ ਕਿ ਜਿਸ ਤਰ੍ਹਾਂ ਪਰਮੇਸ਼ਵਰ ਸਾਨੂੰ ਸਿਖਾਉਂਦੇ ਨੇ, ਜਿਸ ਤਰ੍ਹਾਂ ਪਰਮੇਸ਼ਵਰ ਸਾਨੂੰ ਦੱਸਦੇ ਨੇ, ਉਸ ਤਰ੍ਹਾਂ ਇਨਸਾਨ ਤੋਂ ਹੋ ਨਹੀਂ ਰਿਹਾ। ਲੇਕਿਨ ਦੇਖੋ ਪਰਮੇਸ਼ਵਰ ਹੈ ਸਹੀ ਦੇ ਵਿੱਚ ਉਸਨੇ ਇਕੱਲੇ ਸਾਨੂੰ ਹੀ ਨਹੀਂ, ਮਤਲਬ ਇਹ ਆਗਿਆ ਪਰਮੇਸ਼ਵਰ ਨੇ ਹਰ ਇੱਕ ਨੂੰ ਦਿੱਤੀ ਹੋਈ ਹੈ, ਲੇਕਿਨ ਉਹਦੀ ਆਗਿਆ ਨੂੰ ਮੰਨਣਾ ਨਾ ਮੰਨਣਾ ਇਹ ਇਨਸਾਨ ਦੇ ਹੱਥ ਵਿੱਚ ਹੈ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਦਾ ਜੋ ਰਸਤਾ ਹੈਗਾ, ਹਾਂ ਪ੍ਰਭੂ ਯਿਸੂ ਮਸੀਹ ਦਾ ਰਸਤਾ ਦੇਖਣ ਨੂੰ ਬਿਲਕੁਲ ਹੀ ਸਿੱਧਾ ਹੈਗਾ, ਸਿੱਧਾ ਮਤਲਬ ਇੱਧਰ ਉੱਧਰ ਜਾਣਾ ਹੀ ਨਹੀਂ, ਮਤਲਬ ਸਿੱਧੇ ਰਸਤੇ ਉੱਪਰ ਚੱਲਦੇ ਜਾਓ। ਲੇਕਿਨ ਯਿਸੂ ਮਸੀਹ ਦੇ ਰਸਤੇ ਉੱਪਰ ਕੀ ਹੈ, ਇਨਸਾਨ ਨੂੰ ਦੁੱਖ ਮਿਲਦਾ ਹੈਗਾ, ਇਨਸਾਨ ਨੂੰ ਦੁੱਖ ਮਿਲਦਾ ਹੈਗਾ, ਤਕਲੀਫ ਮਿਲਦੀ ਹੈ। ਕਿਉਂ? ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈਗਾ, ਉਹਦੇ ਨਾਲ ਲੋਕ ਲੜਾਈ ਝਗੜਾ ਕਰਦੇ ਨੇ, ਉਹਦੇ ਨਾਲ ਕੀ ਕਰਦੇ ਨੇ ਲੋਕ ਬੈਰ ਰੱਖਦੇ ਨੇ। ਔਰ ਇੱਕ ਵਾਰ ਕੀ ਹੋਇਆ ਕਿ ਇੱਕ ਪਰਮੇਸ਼ਰ ਦਾ ਦਾਸ ਸੀਗਾ, ਉਹ ਪ੍ਰਭੂ ਯਿਸੂ ਮਸੀਹ ਦਾ ਮਤਲਬ ਪ੍ਰਚਾਰ ਕਰ ਰਿਹਾ ਸੀਗਾ, ਪ੍ਰਚਾਰ ਕਰ ਰਿਹਾ ਸੀਗਾ। ਤਾਂ ਹੋਇਆ ਕਿ ਲੋਕ ਉਹਦੇ ਉੱਪਰ ਗੁੱਸਾ ਕਰ ਗਏ ਔਰ ਲੋਕਾਂ ਨੇ ਉਸਨੂੰ ਮਾਰਨਾ ਸ਼ੁਰੂ ਕਰਨਾ ਸੀਗਾ। ਲੇਕਿਨ ਹੋਇਆ ਕਿ ਆਪਾਂ ਪੜਾਂਗੇ ਰਸੂਲਾਂ ਉਹਦਾ 7 ਅਧਿਆਇ, ਉਹਦਾ 54। ਇਹ ਗੱਲਾਂ ਸੁਣਦੇ ਹੀ ਉਹਨਾਂ ਦੇ ਮਨ ਸੜ ਗਏ ਅਤੇ ਉਹ ਉਹਦੇ ਤੇ ਦੰਦ ਪੀਣ ਲੱਗੇ। ਪਰ ਉਸਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਆਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ਵਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਵੇਖਿਆ। ਸਾਰੇ ਬੋਲੋ ਹਾਲੇਲੂਇਆ। ਇਸਤੀਫਾਨ ਦੀ ਗੱਲ ਹੋ ਰਹੀ ਹੈ ਇੱਥੇ। ਦੇਖੋ ਇਸਤੀਫਾਨ ਨਾਮ ਦਾ ਬੰਦਾ ਜੋ ਮਤਲਬ ਮਸੀਹ ਦੇ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਇਨਸਾਨ ਹੋਇਆਗਾ। ਹੁਣ ਦੇਖੋ ਇਹਨੇ ਪੂਰਾ ਪ੍ਰਚਾਰ ਕੀਤਾ, ਸਭ ਕੁਝ ਪ੍ਰਚਾਰ ਕਰਨ ਤੋਂ ਬਾਅਦ ਲੋਕਾਂ ਨੇ ਕੀ ਕੀਤਾ, ਇਹਦਾ ਵਿਰੋਧ ਕੀਤਾ। ਔਰ ਲੋਕ ਹੁਣ ਇਹਦੇ ਉੱਪਰ ਦੰਦ ਪੀਣ ਲੱਗ ਗਏ, ਮਤਲਬ ਕਿ ਚੀਜ਼ਾਂ ਲੈਣ ਲੱਗ ਗਏ ਵੀ ਇਹਨੂੰ ਮਾਰ ਦਿਓ, ਇਹਨੂੰ ਖਤਮ ਕਰ ਦਿਓ। ਲੇਕਿਨ ਇਹਦਾ ਜੋ ਧਿਆਨ ਸੀਗਾ, ਇਹਦਾ ਧਿਆਨ ਲੋਕਾਂ ਵੱਲ ਨਹੀਂ ਗਿਆ, ਇਹਦਾ ਧਿਆਨ ਕਿਹਦੇ ਵੱਲ ਗਿਆ, ਸਿਰਫ ਔਰ ਸਿਰਫ ਉਸ ਪਰਮੇਸ਼ਵਰ ਵੱਲ। ਹੁਣ ਦੇਖੋ ਤੀਜੇ ਆਕਾਸ਼ ਵੱਲ ਦੇਖਿਆ, ਤੀਜਾ ਆਕਾਸ਼ ਖੁੱਲ ਗਿਆ ਇਹਦੇ ਲਈ। ਔਰ ਇਹ ਕੀ ਦੇਖ ਰਿਹਾਗਾ ਕਿ ਉੱਥੇ ਪਰਮੇਸ਼ਵਰ ਦੇ ਸੱਜੇ ਹੱਥ ਪ੍ਰਭੂ ਯਿਸੂ ਮਸੀਹ ਖੜਾ ਹੈਗਾ। ਔਰ ਇਹ ਗੱਲ ਇਸਨੇ ਲੋਕਾਂ ਨੂੰ ਬੋਲ ਕੇ ਦੱਸੀ ਵੀ। ਔਰ ਲੋਕਾਂ ਨੇ ਕੀ ਕੀਤਾ, ਇਸ ਨੂੰ ਪਥਰਾਓ ਕਰ ਕਰਕੇ ਮਾਰ ਦਿੱਤਾ। ਹੁਣ ਦੇਖੋ ਇੱਕ ਪਾਸੇ ਤਾਂ ਇਹਦੇ ਪੱਥਰ ਪੈ ਰਹੇ ਨੇ, ਔਰ ਦੂਜੇ ਪਾਸੇ ਕੀ ਹੈ, ਇਸ ਇਨਸਾਨ ਨੇ ਗੋਡੇ ਟੇਕੇ ਹੋਏ ਨੇ। ਔਰ ਗੋਡੇ ਟੇਕੇ ਤਾਂ ਕੀ ਕਹਿ ਰਿਹਾ, ਪ੍ਰਾਰਥਨਾ ਕਰ ਰਿਹਾ ਹੈਗਾ, ਹੇ ਪਿਤਾ ਇਹਨਾਂ ਨੂੰ ਮਾਫ ਕਰ। ਹੁਣ ਦੇਖੋ ਇਹਦਾ ਧਿਆਨ ਕਿੱਥੇ, ਇਹਦਾ ਧਿਆਨ ਤਾਂ ਪਰਮੇਸ਼ਵਰ ਦੀ ਵੱਲ, ਮਤਲਬ ਇਹਦਾ ਧਿਆਨ ਕਿੱਥੇ ਹੈ, ਇਹਦਾ ਧਿਆਨ ਉੱਪਰ ਲੱਗਿਆ ਹੋਇਆਗਾ। ਧਿਆਨ ਕਿਉਂ ਉੱਪਰ ਲੱਗਿਆ ਹੈਗਾ, ਕਿਉਂਕਿ ਇਹ ਜਾਣ ਚੁੱਕਿਆ ਹੈਗਾ ਕਿ ਮੈਂ ਧਰਤੀ ਉੱਪਰ ਕੀ ਹਾਂ, ਮੈਂ ਧਰਤੀ ਉੱਪਰ ਪਰਦੇਸੀ ਹਾਂ। ਪਰਦੇਸੀ ਮਤਲਬ ਕਿ ਮੈਂ ਅੱਜ ਨਹੀਂ, ਮੈਂ ਤਾਂ ਕੱਲ੍ਹ ਨੂੰ ਮਰ ਜਾਊਂਗਾ। ਅਗਰ ਮੈਂ ਅੱਜ ਮਸੀਹ ਦਾ ਇਨਕਾਰ ਕਰ ਦੇਵਾਂ, ਅਗਰ ਅੱਜ ਮੈਂ ਮਸੀਹ ਨੂੰ ਛੱਡ ਦੇਵਾਂ, ਲੇਕਿਨ ਮਰਨਾ ਤਾਂ ਮੈਂ ਫਿਰ ਵੀ ਹੈ। ਲੇਕਿਨ ਕੋਈ ਗੱਲ ਨਹੀਂ, ਚਾਹੇ ਮੈਨੂੰ ਦੁੱਖ ਮਿਲਦਾ ਗਾ, ਚਾਹੇ ਮੈਨੂੰ ਮਸੀਹ ਦੇ ਕਰਕੇ ਦੁੱਖ ਮਿਲਦਾ ਗਾ, ਮੈਂ ਦੁੱਖ ਸਹਿਣ ਕਰਾਂਗਾ, ਮੈਂ ਇਹ ਦੁੱਖ ਨੂੰ ਸਹਿਣ ਕਰਾਂਗਾ, ਚਾਹੇ ਕੁਛ ਹੋ ਜਾਏ। ਹੁਣ ਇਸਨੇ ਕੀ ਕੀਤਾ, ਹੇ ਪਿਤਾ ਇਹ ਲੋਕ ਮੇਰੇ ਨਾਲ ਕੀ ਕਰਦੇ ਨੇ, ਧੱਕਾ ਕਰਦੇ ਨੇ, ਇਹ ਲੋਕ ਮੈਨੂੰ ਮਾਰਦੇ ਨੇ, ਲੇਕਿਨ ਪਿਤਾ ਮੈਂ ਇਹਨਾਂ ਨੂੰ ਮਾਫ ਕਰ ਦਾਂਗਾ, ਮਾਫ ਕਰ ਦਿਓ ਤੁਸੀਂ ਵੀ ਇਹਨਾਂ ਨੂੰ। ਹੁਣ ਦੇਖੋ ਕਿੱਡੀ ਵੱਡੀ ਗੱਲ ਆ, ਕਿੱਡੀ ਵੱਡੀ ਗੱਲ ਆ। ਜਿਹੜੇ ਹੁਣ ਲੋਕ ਜ਼ੁਲਮ ਕਰ ਰਹੇ ਸੀਗੇ, ਕੀ ਉਹ ਲੋਕ ਜਾਣਦੇ ਨਹੀਂ ਸੀਗੇ, ਉਹ ਵੀ ਤਾਂ ਯਹੂਦੀ ਲੋਕ ਸੀਗੇ। ਇਹ ਤਾਂ ਉਹੀ ਲੋਕ ਸੀਗੇ ਜਿਨ੍ਹਾਂ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਬਾਰੇ ਸੁਣਿਆ ਸੀਗਾ। ਇਹ ਤਾਂ ਉਹੀ ਲੋਕ ਸੀਗੇ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਵੀ ਸੁਣਿਆ ਸੀਗਾ, ਚਮਤਕਾਰ ਵੀ ਦੇਖੇ ਸੀਗੇ, ਸਭ ਕੁਝ ਦੇਖਿਆ ਸੀਗਾ। ਲੇਕਿਨ ਇਹਨਾਂ ਹੀ ਲੋਕਾਂ ਨੇ ਕੀ ਕੀਤਾ, ਇਸਤੀਫਾਨ ਨੂੰ ਮਾਰ ਦਿੱਤਾ। ਔਰ ਸਹੀ ਦੇ ਵਿੱਚ ਦੇਖੋ ਕਿੱਡੀ ਵੱਡੀ ਗੱਲ ਕਿ ਜਦ ਇਸਤੀਫਾਨ ਨੂੰ ਮਾਰ ਦਿੱਤਾ, ਉਸਨੇ ਕੀ ਦੇਖਿਆ ਕਿ ਕੋਈ ਗੱਲ ਨਹੀਂ, ਮਰਨਾ ਤਾਂ ਹੈਗਾ ਹੀ, ਮਰਨਾ ਤਾਂ ਹੈਗਾ ਹੀ, ਲੇਕਿਨ ਯਿਸੂ ਮਸੀਹ ਦੇ ਪਿੱਛੇ ਚੱਲ ਕੇ ਮਰਾਂਗੇ। ਕੋਈ ਗੱਲ ਨਹੀਂ, ਲੋਕ ਨਿੰਦਿਆ ਕਰਦੇ ਨੇ, ਕਰਨ ਦਿਓ, ਕੋਈ ਗੱਲ ਨਹੀਂ, ਲੋਕ ਬੁਰਾਈ ਕਰਦੇ ਨੇ, ਕਰਨ ਦਿਓ, ਲੇਕਿਨ ਆਪਾਂ ਯਿਸੂ ਮਸੀਹ ਦਾ ਇਨਕਾਰ ਨਹੀਂ ਕਰਨਾ, ਯਿਸੂ ਮਸੀਹ ਦੇ ਪਿੱਛੇ ਨਹੀਂ ਚੱਲਣਾ। ਲੇਕਿਨ ਸਹੀ ਦੇ ਵਿੱਚ ਜੋ ਸਾਡੇ ਪਰਮੇਸ਼ਵਰ ਨੇ, ਉਹ ਪਰਮੇਸ਼ਵਰ ਉਹ ਬਹੁਤ ਹੀ ਮਹਾਨ ਪਰਮੇਸ਼ਵਰ ਨੇ। ਔਰ ਸਹੀ ਦੇ ਵਿੱਚ ਪਰਮੇਸ਼ਵਰ ਇਹਦੇ ਲਈ ਇਨਸਾਨ ਨੂੰ ਆਪਣੀ ਸਾਮਰਥ ਦਿੰਦੇ ਨੇ, ਆਪਣੀ ਸ਼ਕਤੀ ਵੀ ਦਿੰਦੇ ਨੇ, ਤਾਂ ਕਿ ਇਨਸਾਨ ਕੀ ਕਰੇ, ਉਹ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕਰ ਸਕੇ। ਹੁਣ ਦੇਖੋ ਆਪਾਂ ਕਈ ਵਾਰ ਕਹਿੰਦੇ ਹਾਂ ਕਿ ਜੋ ਬਾਈਬਲ ਦੇ ਵਿੱਚ ਸਭ ਤੋਂ ਵੱਡੀ ਗੱਲ ਕਰੀਏ ਅਬਰਾਹਮ ਦੀ, ਅਬਰਾਹਮ ਜਿਹਾ ਵਿਸ਼ਵਾਸ ਕਿਸੇ ਵੀ ਇਨਸਾਨ ਦਾ ਨਹੀਂ ਹੈ, ਅਬਰਾਹਮ ਜਿਹਾ ਵਿਸ਼ਵਾਸ ਕਿਸੇ ਵੀ ਇਨਸਾਨ ਦਾ ਨਹੀਂ ਹੈ। ਲੇਕਿਨ ਸਹੀ ਦੇ ਵਿੱਚ ਅਬਰਾਹਮ ਨੂੰ ਕੀ ਕਿਹਾ ਜਾਂਦਾ ਗਾ ਕਿ ਉਹ ਵਿਸ਼ਵਾਸੀਆਂ ਦਾ ਬਾਪ ਹੈ। ਹੁਣ ਦੇਖੋ ਅਬਰਾਹਮ, ਅਗਰ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਉੱਪਰ, ਤਾਂ ਦੇਖਿਆ ਜਾਵੇ ਅਬਰਾਹਮ ਸਾਡਾ ਕੀ ਹੈ, ਵਿਸ਼ਵਾਸ ਦੇ ਵਿੱਚ ਬਾਪ ਹੈ। ਵਿਸ਼ਵਾਸ ਦੇ ਵਿੱਚ ਕੀ ਹੈ, ਅਬਰਾਹਮ ਸਾਡਾ ਵਿਸ਼ਵਾਸ ਹੈ।
ਹੁਣ ਆਪਣਾ ਬਾਪ ਹੈ। ਹੁਣ ਦੇਖੋ ਵਿਸ਼ਵਾਸ ਦੇ ਵਿੱਚ ਅਬਰਾਹਮ ਸਾਡਾ ਬਾਪ ਹੈ। ਉਸੇ ਅਬਰਾਹਮ ਨੂੰ ਪਰਮੇਸ਼ਵਰ ਨੇ ਕੀ ਕਿਹਾ ਸੀਗਾ ਕਿ ਆਪਣਾ ਦੇਸ਼ ਛੱਡ ਦੇ, ਆਪਣੇ ਸਾਥ ਸੰਬੰਧੀ ਛੱਡ ਦੇ, ਆਪਣਾ ਪਰਿਵਾਰ ਛੱਡ ਦੇ, ਆਪਣੇ ਰਿਸ਼ਤੇਦਾਰ ਛੱਡ ਦੇ, ਆਪਣੀ ਬਰਾਦਰੀ ਛੱਡ ਦੇ। ਹੁਣ ਦੇਖੋ ਉਹਦੇ ਲਈ ਘਰ ਵੀ ਸੀਗਾ ਉੱਥੇ, ਉਹਦੇ ਲਈ ਸਭ ਕੁਝ ਸੀਗਾ, ਲੇਕਿਨ ਉਸਨੇ ਸਭ ਕੁਝ ਛੱਡਤਾ। ਔਰ ਕੀ ਕਿਹਾ, ਜਿੱਥੇ ਮੈਂ ਤੈਨੂੰ ਕਹਿੰਦਾ ਉੱਥੇ ਚੱਲ। ਅਬਰਾਹਮ ਨੇ ਕੀ ਕੀਤਾ, ਯਿਸੂ ਮਸੀਹ ਦੀ ਗੱਲ ਨੂੰ ਸੁਣਿਆ ਤਾਂ ਉਸਦੇ ਪਿੱਛੇ ਚੱਲਣਾ ਸ਼ੁਰੂ ਕੀਤਾ। ਔਰ ਚਲਦੇ ਚਲਦੇ ਪਰਮੇਸ਼ਵਰ ਨੇ ਕੀ ਕਿਹਾ, ਉਸ ਜਗ੍ਹਾ ਦੇ ਉੱਪਰ ਲੈ ਕੇ ਆਇਆ। ਔਰ ਕੀ ਕਿਹਾ, ਇਹ ਜਗ੍ਹਾ ਮੈਂ ਤੈਨੂੰ ਦੇਵਾਂਗਾ, ਇਹ ਜਗ੍ਹਾ ਮੈਂ ਤੈਨੂੰ ਦੇਵਾਂਗਾ, ਮਤਲਬ ਤੇਰੀ ਅੰਸ਼ ਨੂੰ ਦੇਵਾਂਗਾ। ਹੁਣ ਦੇਖੋ ਅੰਸ਼ ਉਹਦੇ ਕੋਲ ਹੈ ਹੀ ਨਹੀਂ। ਪਰਮੇਸ਼ਵਰ ਨੇ ਕਿੰਨਾ ਚਿਰ ਪਹਿਲਾਂ ਬੋਲਤਾ ਕਿ ਮੈਂ ਤੈਨੂੰ ਇਹ ਦੇ ਦਾਂਗਾ। ਉਸ ਤੋਂ ਬਾਅਦ ਦੇਖੋ ਅਬਰਾਹਮ ਵਿਸ਼ਵਾਸ ਦੇ ਨਾਲ ਚੱਲਿਆ। ਆਪਾਂ ਬਾਈਬਲ ਦੇ ਵਿੱਚ ਪੜਾਂਗੇ ਇਬਰਾਨੀਆਂ ਉਹਦਾ 11 ਅਧਿਆਇ ਉਹਦਾ 8, 9, 10 ਸ਼ਾਂਤੀ ਨਾਲ ਹੈ। ਨੇਚਾ ਨਾਲ ਸੁਣੋ ਧਿਆਨ ਨਾਲ। ਹਾਂ, ਨੇਚਾ ਨਾਲ, ਵਿਸ਼ਵਾਸ ਨਾਲ ਅਬਰਾਹਮ ਜਦ ਸੱਦਿਆ ਗਿਆ, ਦੇਖੋ ਜਦ ਅਬਰਾਹਮ ਨੂੰ ਬੁਲਾਇਆ ਗਿਆ ਤਾਂ ਉਸ ਸਥਾਨ ਨੂੰ ਜਾਣ ਦੀ ਆਗਿਆ ਮੰਨ ਲਈ। ਉਹ ਥਾਂ ਨੂੰ ਮਤਲਬ ਜਗ੍ਹਾ ਨੂੰ ਜਾਣ ਦੀ ਆਗਿਆ ਨੂੰ ਮੰਨ ਲਿਆ, ਜਿਹਨੂੰ ਉਹਨੇ ਅਧਿਕਾਰ ਵਿੱਚ ਲੈਣਾ, ਜਿਹਨੇ ਉਸਨੂੰ ਆਪਣੇ ਵਸ ਵਿੱਚ ਕਰਨਾ ਸੀਗਾ, ਜਿਹਨੂੰ ਆਪਣੇ ਅਧਿਕਾਰ ਦੇ ਵਿੱਚ ਲੈਣਾ ਸੀਗਾ, ਜਿਹਨੂੰ ਆਪਣੇ ਉਸਨੇ ਵਸ ਵਿੱਚ ਕਰਨਾ ਸੀਗਾ। ਅਤੇ ਭਾਵੇਂ ਉਹ ਨਹੀਂ ਸੀ ਜਾਣਦਾ, ਦੇਖੋ ਭਾਵੇਂ ਉਹ ਨਹੀਂ ਸੀ ਜਾਣਦਾ, ਭਈ ਮੈਂ ਕਿੱਧਰ ਨੂੰ ਲੰਘਾ ਜਾਂਦਾ ਮੈਂ ਕਿੱਧਰ ਨੂੰ ਲੰਘਾ ਜਾਂਦਾ ਹਾਂ, ਤਾਂ ਵੀ ਨਿਕਲ ਤੁਰਿਆ। ਦੇਖੋ ਤਾਂ ਵੀ ਚਲਾ ਗਿਆ ਉੱਥੇ। ਫਿਰ ਕੀ ਹੋਇਆ, ਨੇਚਾ ਨਾਲ ਉਹ ਵਾਅਦੇ ਵਾਲੀ ਧਰਤੀ ਵਿੱਚ ਜਾ ਵਸਿਆ। ਦੇਖੋ ਨੇਚਾ ਨਾਲ, ਵਿਸ਼ਵਾਸ ਨਾਲ ਉਸ ਧਰਤੀ ਵਿੱਚ ਜਾ ਕੇ ਉਹ ਰਿਹਾ। ਹਾਂ, ਨੇਚਾ ਨਾਲ ਉਸ ਧਰਤੀ ਵਿੱਚ ਜਾ ਕੇ ਵਸਿਆ ਹੋ। ਹਾਂ, ਨੇਚਾ ਨਾਲ ਉਹ ਵਾਅਦੇ ਦੀ ਧਰਤੀ ਤੇ ਜਾ ਵਸਿਆ, ਜਿਵੇਂ ਪਰਾਈ ਧਰਤੀ ਵਿੱਚ ਉਹਨੇ ਇਸਹਾਕ ਅਤੇ ਯਾਕੂਬ ਦੇ ਨਾਲ ਜਿਹੜੇ ਉਹਦੇ ਸੰਗ ਉਸੇ ਵਾਅਦੇ ਦੇ ਅਧਿਕਾਰੀ ਸਨ, ਤੰਬੂਆਂ ਵਿੱਚ ਵਾਸ ਕੀਤਾ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਦੇਖੋ ਅਬਰਾਹਮ ਨੂੰ ਪਰਮੇਸ਼ਵਰ ਨੇ ਕੀ ਕਿਹਾ ਸੀਗਾ, ਮੈਂ ਤੇਰੀ ਅੰਸ਼ ਨੂੰ ਇਹ ਧਰਤੀ ਦੇਵਾਂਗਾ, ਮਤਲਬ ਇਹ ਜਗ੍ਹਾ ਦੇਵਾਂਗਾ। ਲੇਕਿਨ ਲਿਖਿਆ ਕੀ ਹੈ ਕਿ ਅਬਰਾਹਮ ਵਿਸ਼ਵਾਸ ਨਾਲ ਚਲਾ ਗਿਆ ਔਰ ਜਾ ਕੇ ਉਸ ਧਰਤੀ ਉੱਪਰ ਰਿਹਾ ਵੀ। ਹੁਣ ਕੀ ਹੋਇਆ ਕਿ ਜੋ ਵਾਅਦਾ ਇਸਹਾਕ ਨਾਲ ਹੋਇਆ ਸੀਗਾ, ਜੋ ਵਾਅਦਾ ਯਾਕੂਬ ਨਾਲ ਹੋਇਆ ਸੀਗਾ, ਉਹ ਲੋਕ ਉੱਥੇ ਹੀ ਰਹੇ, ਧਰਤੀ ਉੱਪਰ ਰਹੇ। ਕਿਵੇਂ ਰਹੇ, ਲਿਖਿਆ ਬਾਈਬਲ ਦੇ ਵਿੱਚ ਕਿੱਦਾਂ ਰਹੇ, ਪਰਦੇਸੀ ਲਿਖੇ। ਹੋਰ ਗੱਲ ਲਿਖੀ, ਜਿਹੜੀ ਮੇਨ ਗੱਲ ਲਿਖੀ ਸੀ ਇੱਕ ਨਹੀਂ, ਹਾਂ, ਨੇਚਾ ਨਾਲ ਉਹ ਵਾਅਦੇ ਵਾਲੀ ਧਰਤੀ ਉੱਤੇ ਜਾ ਵਸਿਆ, ਜਿਵੇਂ ਪਰਾਈ ਧਰਤੀ ਵਿੱਚ ਉਹਨੇ ਇਸਹਾਕ ਤੇ ਯਾਕੂਬ ਨਾਲ ਉਹਦੇ ਸੰਗ ਵਾਅਦੇ ਦੇ ਅਧਿਕਾਰੀ ਸਨ, ਤੰਬੂਆਂ ਵਿੱਚ ਵਾਸ ਕੀਤਾ। ਕਿੱਥੇ ਰਹੇ, ਤੰਬੂਆਂ ਵਿੱਚ ਵਾਸ ਕੀਤਾ ਉਹਨਾਂ ਨੇ। ਹੁਣ ਤੋਂ ਕਿੱਡੀ ਵੱਡੀ ਗੱਲ ਹੈ। ਅਬਰਾਹਮ ਦੇਖੋ, ਹੁਣ ਅਬਰਾਹਮ ਜੋ ਵਿਸ਼ਵਾਸੀਆਂ ਦਾ ਬਾਪ ਹੈ, ਜਿਸ ਨੂੰ ਧਰਤੀ ਵੀ ਦੇਤੀ ਵੀ ਇਹ ਜਗ੍ਹਾ ਹੀ ਤੇਰੀ ਹੈ, ਲੇਕਿਨ ਰਿਹਾ ਕਿਵੇਂ ਉੱਥੇ। ਇਸਹਾਕ ਵੀ ਉੱਥੇ ਰਿਹਾ, ਯਾਕੂਬ ਵੀ ਉੱਥੇ ਰਿਹਾ, ਲੇਕਿਨ ਰਹੇ ਕਿਵੇਂ, ਕੀ ਬਣਾ ਕੇ ਰਹੇ, ਤੰਬੂ ਬਣਾ ਕੇ ਰਹੇ। ਅਬਰਾਹਮ ਦੇਖੋ, ਅਬਰਾਹਮ ਗਰੀਬ ਸੀਗਾ ਕੋਈ, ਅਬਰਾਹਮ ਗਰੀਬ ਨਹੀਂ ਸੀਗਾ ਸਹੀ ਦੇ ਵਿੱਚ। ਹੁਣ ਦੇਖੋ ਸਹੀ ਦੇ ਵਿੱਚ ਅਬਰਾਹਮ ਵੀ ਇੱਕ ਅਮੀਰ ਇਨਸਾਨ ਸੀਗਾ। ਪੜੋ 10 ਵਚਨ ਇੱਕ ਵਾਰ। ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ। ਦੇਖੋ ਉਹ ਤਾਂ ਉਸ ਨਗਰ ਦੀ ਉਡੀਕ ਕਰਦੇ ਸੀਗੇ, ਜਿਹਦੀਆਂ ਨੀਹਾਂ ਹਨ ਅਤੇ ਜਿਹਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਵਰ ਹੈ। ਦੇਖੋ ਨੀਹਾਂ ਵੀ ਹੈਗੀਆਂ, ਉਹਦਾ ਕਾਰੀਗਰ ਵੀ ਹੈ, ਤੇ ਉਹਦਾ ਬਣਾਉਣ ਵਾਲਾ ਕੌਣ ਹੈ, ਪਰਮੇਸ਼ਵਰ। ਬਣਾਉਣ ਵਾਲਾ ਤਾਂ ਪਰਮੇਸ਼ਵਰ ਹੈ। ਸਾਰੇ ਬੋਲੋ ਹਾਲੇਲੂਇਆ। ਵਚਨ ਨੂੰ ਬਹੁਤ ਧਿਆਨ ਨਾਲ ਸੁਣਿਓ ਹੈ। ਕੀ ਕਹਿੰਦਾ ਪਰਮੇਸ਼ਵਰ ਦਾ ਵਚਨ, ਇੱਕ ਵਾਰ ਫਿਰ ਪੜੋ ਜੀ। ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ, ਉਸ ਨਗਰ ਦੀ ਉਡੀਕ ਕਰਦਾਗਾ, ਆ ਤਾਂ ਗਿਆ ਧਰਤੀ ਉੱਪਰ ਉੱਥੇ ਹੀ, ਜਿਸ ਜਗ੍ਹਾ ਪਰਮੇਸ਼ਵਰ ਨੇ ਕਿਹਾ ਵੀ ਦੇਖ ਮੈਂ ਤੈਨੂੰ ਇਹ ਤੇਰੀ ਅੰਸ਼ ਨੂੰ ਦੇਣੀ ਹੈ, ਉੱਥੇ ਰਹਿਣਾ ਸ਼ੁਰੂ ਕੀਤਾ ਉਹਨੇ, ਵਸਿਆ ਉੱਥੇ ਹੀ। ਲੇਕਿਨ ਉਡੀਕ ਕਿੱਥੇ ਦੀ ਕਰ ਰਿਹਾਗਾ, ਕਿੱਥੇ ਦੀ ਕਰ ਰਹੀ, ਉਸ ਜਗ੍ਹਾ ਦੀ ਉਡੀਕ ਕਰ ਰਿਹਾਗਾ ਜਿਹਦੀਆਂ ਨੀਹਾਂ ਤਾਂ ਹੈਗੀਆਂ। ਜਿਹਦਾ ਕਾਰੀਗਰ ਕੌਣ ਹੈ, ਬਣਾਉਣ ਵਾਲਾ ਪਰਮੇਸ਼ਵਰ। ਜਿਹਦਾ ਕਾਰੀਗਰ ਕੌਣ ਹੈ, ਜਿਹਦਾ ਕਾਰੀਗਰ ਤਾਂ ਪਰਮੇਸ਼ਵਰ ਹੈ, ਜਿਹਦਾ ਬਣਾਉਣ ਵਾਲਾ ਕੀ ਹੈ, ਪਰਮੇਸ਼ਵਰ ਹੈ। ਹੁਣ ਦੇਖੋ ਕਿ ਅਬਰਾਹਮ ਆਪਣੇ ਲਈ ਘਰ ਨਹੀਂ ਬਣਾ ਸਕਦਾ ਸੀਗਾ, ਅਬਰਾਹਮ ਆਪਣੇ ਘਰ ਨਹੀਂ ਬਣਾ ਸਕਦਾ ਸੀਗਾ। ਅਬਰਾਹਮ ਕੋਈ ਗਰੀਬ ਨਹੀਂ ਸੀਗਾ। ਪਰ ਬਾਈਬਲ ਦੇ ਵਿੱਚ ਲਿਖਿਆ ਗਾ, ਉਤਪਤੀ ਉਹਦਾ 13 ਅਧਿਆਇ ਉਹਦਾ 2 ਵਚਨ, ਤਾਂ ਅਬਰਾਹਮ ਡੰਗਰ, ਸੋਨੇ, ਚਾਂਦੀ ਅਤੇ ਵੱਡਾ ਧਨਮਾਨ ਵਾਲਾ ਸੀ। ਦੇਖੋ ਸਾਫ਼ ਲਿਖਿਆ ਬਾਈਬਲ ਦੇ ਵਿੱਚ। ਕੀ ਲਿਖਿਆ ਬਾਈਬਲ ਦੇ ਵਿੱਚ, ਅਬਰਾਹਮ ਕੌਣ ਸੀਗਾ, ਡੰਗਰ ਦੇ ਵਿੱਚ, ਸੋਨੇ ਦੇ ਵਿੱਚ, ਚਾਂਦੀ ਵਿੱਚ ਵੱਡਾ ਮਾਲ। ਹੁਣ ਕੀ ਇਹ ਇਨਸਾਨ ਆਪਣੇ ਲਈ ਘਰ ਨਹੀਂ ਬਣਾ ਸਕਦਾ ਸੀਗਾ,
ਬਣਾ ਸਕਦਾ ਸੀ ਜਾਂ ਨਹੀਂ ਬਣਾ ਸਕਦਾ ਸੀਗਾ, ਲੇਕਿਨ ਰਿਹਾ ਉੱਥੇ ਹੀ। ਰਿਹਾ ਕਿਵੇਂ? ਅਸੀਂ ਤਾਂ ਪਰਦੇਸੀ ਹਾਂ। ਬਣਾਇਆ ਕੀ ਆਪਣੇ ਲਈ? ਤੰਬੂ ਬਣਾ ਕੇ ਰਿਹਾ। ਹੁਣ ਦੇਖੋ ਜਿਹੜੇ ਬੱਚੇ ਨਾਲ ਨੇ ਇਹਦੇ, ਚਲੋ ਬਾਪ ਨਹੀਂ, ਬਾਪ ਨਾਲ ਤਾਂ ਪਰਮੇਸ਼ਵਰ ਨੇ ਗੱਲ ਕੀਤੀ ਹੈ, ਬੱਚਿਆਂ ਨੂੰ ਤਾਂ ਸਵਾਲ ਕਰਿਆ ਹੋਊਗਾ, ਪਾਪਾ, ਅੱਬਾ, ਜਾਂ ਜੋ ਵੀ ਕਿਹਾ ਹੋਊਗਾ, ਕੀ ਕਿਹਾ ਹੋਊਗਾ ਵੀ ਪੈਸਾ ਤਾਂ ਆਪਣੇ ਲਵੇ ਹੈਗਾ ਹੀ ਹੈਗਾ, ਆਪਣੇ ਲਵੇ ਪੈਸਾ ਹੈਗਾ ਹੀ ਹੈਗਾ, ਸਾਡੇ ਲਵੇ ਸੋਨਾ ਚਾਂਦੀ ਵੀ ਹੈ, ਔਰ ਵੱਡੀ ਗੱਲ ਸਾਡੇ ਲਵੇ ਨੌਕਰ ਚਾਕਰ ਵੀ ਹੈਗੇ, ਸਾਡੇ ਲਵੇ ਕੀ ਨੇ? ਨੌਕਰ ਚਾਕਰ ਨੇ। ਲੇਕਿਨ ਪਾਪਾ ਘਰ ਕਿਉਂ ਨਹੀਂ ਬਣਾ ਰਹੇ ਆਪਾਂ? ਕੀ ਇਹਨਾਂ ਜਵਾਕਾਂ ਨਾਲ ਗੱਲ ਨਹੀਂ ਕਰੀ ਹੋਊਗੀ? ਤਾਂ ਅਬਰਾਹਮ ਨੇ ਕੀ ਕਿਹਾ ਉਹਨੂੰ ਪੜ੍ਹੋ ਜੀ, ਆਪਣੇ ਇਬਰਾਨੀਆਂ 11:10 ਪੜ੍ਹੋ। ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ। ਦੇਖੋ ਇਹ ਗੱਲ ਤਾਂ ਦੱਸਿਓ ਆਪਣੇ ਬੱਚਿਆਂ ਨੂੰ ਦੱਸੂਗੀ। ਬਣਾਉਣ ਤਾਂ ਆਪਾਂ ਬਣਾ ਸਕਦੇ ਹਾਂ ਇੱਥੇ ਘਰ, ਇੱਡੀ ਗੱਲ ਨਹੀਂ ਹੈ ਕਿ ਨਹੀਂ ਬਣਾ ਸਕਦੇ, ਲੇਕਿਨ ਮੈਂ ਇੱਕ ਘਰ ਦੀ ਉਡੀਕ ਕਰ ਰਿਹਾਗਾ, ਮੈਂ ਇੱਕ ਨਗਰ ਦੀ ਉਡੀਕ ਕਰ ਰਿਹਾਗਾ। ਹਾਂ, ਕੀ ਕਹਿੰਦਾ ਸੀਗਾ? ਜਿਹਦੀਆਂ ਨੀਹਾਂ ਅਤੇ ਜਿਹਦਾ ਕਾਰੀਗਰ ਬਣਾਉਣ ਵਾਲਾ ਪਰਮੇਸ਼ਵਰ ਹੈ। ਜਿਹਦੇ ਨੀਹਾਂ ਤੇ ਹੈਗੀਆਂ, ਲੇਕਿਨ ਉਹਦਾ ਕਾਰੀਗਰ, ਉਹਦਾ ਬਣਾਉਣ ਵਾਲਾ ਕੌਣ ਹੈ? ਉਹਦਾ ਬਣਾਉਣ ਵਾਲਾ ਪਰਮੇਸ਼ਵਰ ਹੈ। ਉਹਦਾ ਬਣਾਉਣ ਵਾਲਾ ਕੌਣ ਹੈ? ਉਹਦਾ ਬਣਾਉਣ ਵਾਲਾ ਪਰਮੇਸ਼ਵਰ ਹੈ। ਮਤਲਬ ਮੈਂ ਤਾਂ ਉਹਦੀ ਉਡੀਕ ਕਰ ਰਿਹਾਗਾ। ਹੁਣ ਦੇਖੋ ਅਬਰਾਹਮ, ਫਿਰ ਇਸਹਾਕ ਵੀ ਮੈਂ ਬਾਅਦ ਵਿੱਚ ਦੇਖਿਆ ਸੀਗਾ ਵੀ, ਚਲੋ ਨਾ ਪਰ ਦੇਖਦਾ ਵੀ ਇਸਹਾਕ ਬਾਰੇ, ਫਿਰ ਇਸਹਾਕ ਬਾਰੇ ਲੱਭਿਆ ਮੈਂ। ਇਸਹਾਕ, ਚਲੋ ਪ੍ਰਭੂ ਦਾ ਬਹੁਤ ਧੰਨਵਾਦ, ਬਹੁਤ ਜਲਦੀ ਪਰਮੇਸ਼ਵਰ ਨੇ ਮੈਨੂੰ ਸਫਲਤਾ ਦਿੱਤੀ ਕਿ ਇਸਹਾਕ ਬਾਰੇ ਪਤਾ ਚੱਲਿਆ ਕਿ ਇਸਹਾਕ ਵੀ ਉਸ ਜਗ੍ਹਾ ਉੱਪਰ ਰਿਹਾ ਹੈਗਾ। ਫਿਰ ਯਾਕੂਬ ਦੇ ਬਾਰੇ ਪਤਾ ਚੱਲਿਆ ਕਿ ਯਾਕੂਬ ਵੀ ਉੱਥੇ ਰਿਹਾ ਹੈਗਾ। ਮਤਲਬ ਇਹ ਚੀਜ਼ ਨੂੰ ਮੈਂ ਵੀ ਪ੍ਰਭੂ ਦਾ ਧੰਨਵਾਦ ਕੀਤਾ ਕਿ ਪ੍ਰਭੂ ਤੁਸੀਂ ਮੈਨੂੰ ਇਹ ਚੀਜ਼ ਨੂੰ ਦੱਸਿਆ ਵੀ ਇਹ ਹੈਗਾ ਵਿੱਚ। ਚਲੋ ਮੈਂ ਉਹ ਚੀਜ਼ ਨੂੰ ਦੱਸਦਾ ਵੀ ਇਸਹਾਕ ਉੱਥੇ ਰਿਹਾ ਹੈਗਾ ਤੇ ਯਾਕੂਬ ਉੱਥੇ ਰਿਹਾ ਹੈਗਾ, ਲੇਕਿਨ ਬਾਈਬਲ ਦੇ ਵਿੱਚ ਇੱਥੇ ਲਿਖਿਆ ਹੈਗਾ ਕਿ ਅਬਰਾਹਮ, ਇਸਹਾਕ ਤੇ ਯਾਕੂਬ ਦੇ ਨਾਲ ਪਰਮੇਸ਼ਵਰ ਨੇ ਜੋ ਵਾਅਦਾ ਕੀਤਾ ਸੀਗਾ। ਹਾਂ, ਕੀ ਵਾਅਦਾ ਕੀਤਾ ਸੀਗਾ? ਕਿ ਮੈਂ ਤੈਨੂੰ ਇਹ ਧਰਤੀ ਦਿਆਂਗਾ। ਲੇਕਿਨ ਪੜ੍ਹੋ ਜੀ ਇਬਰਾਨੀਆਂ ਉਹਦਾ 10 ਅਧਿਆਏ, ਇਹਦਾ ਪੜ੍ਹੋ ਤੁਸੀਂ ਅੱਗੇ 13। ਹਾਂਜੀ। ਅਤੇ ਇਦੋਂ ਅੱਗੇ ਉਡੀਕ ਕਰਦਾ ਹੈ ਜੋ ਉਹਦੇ ਵੈਰੀ ਉਹਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ। ਨਹੀਂ, 11 ਦੀ 13, ਸੌਰੀ, ਇਬਰਾਨੀਆਂ 11:13। ਇਹ ਸਭੇ ਨੇਚਰ ਵਿੱਚ ਮਰ ਗਏ। ਦੇਖੋ ਇਹ ਸਾਰੇ ਲੋਕੀ ਸੀਗੇ, ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਇਹ ਸਾਰੇ ਲੋਕੀ ਹੋ ਗਏ ਨੇਚਰ ਵਿੱਚ ਮਰ ਗਏ। ਇਹ ਸਭ ਨੇਚਰ ਵਿੱਚ ਮਰ ਗਏ ਅਤੇ ਉਹਨਾਂ ਨੂੰ ਦਿੱਤੇ ਹੋਏ ਵਚਨ ਪ੍ਰਾਪਤ ਨਾ ਹੋਏ। ਦੇਖੋ ਨੇਚਰ ਵਿੱਚ ਚੱਲਦੇ ਚੱਲਦੇ ਮਰ ਗਏ, ਲੇਕਿਨ ਜੋ ਪਰਮੇਸ਼ਵਰ ਨੇ ਵਚਨ ਦਿੱਤਾ ਸੀਗਾ, ਜੋ ਪਰਮੇਸ਼ਵਰ ਨੇ ਵਾਅਦਾ ਕੀਤਾ ਸੀਗਾ, ਕੀ ਉਹ ਵਾਅਦਾ ਨਾਲ ਪੂਰਾ ਹੋਇਆ? ਅੱਜ ਕੀ ਹੁੰਦਾ ਜ਼ਿਆਦਾਤਰ, ਅੱਜ ਪਰਮੇਸ਼ਵਰ ਕੁਛ ਗੱਲ ਕਹਿ ਦੇਵੇ ਹੈ, ਅਗਰ ਉਹ ਪੂਰੀ ਨਾ ਹੋਵੇ ਤਾਂ ਇਹਦਾ ਮਤਲਬ ਨਹੀਂ ਕਿ ਪਰਮੇਸ਼ਵਰ ਪੂਰਾ ਨਹੀਂ ਕਰ ਸਕਦੇ। ਪਰਮੇਸ਼ਵਰ ਪੂਰਾ ਕਰ ਸਕਦੇ ਨੇ, ਅਗਰ ਉਸ ਦੇ ਵਿੱਚ ਉਸਨੂੰ ਧੀਰਜ ਕਰਨਾ ਪੈ ਜਾਏ, ਅਗਰ ਉਸਨੂੰ ਉਸ ਦੇ ਵਿੱਚ ਸਬਰ ਕਰਨਾ ਪੈ ਜਾਏ, ਤਾਂ ਇਨਸਾਨ ਪਰਮੇਸ਼ਵਰ ਕਿੰਨੀ ਅੱਖਾਂ ਕੱਢਦਾ ਗਾ, ਹੇ ਪਰਮੇਸ਼ਵਰ ਤੈਂ ਕਿਹਾ ਨਹੀਂ। ਜ਼ਿਆਦਾਤਰ ਲੋਕ ਪ੍ਰਾਰਥਨਾ ਕਰਦੇ ਨੇ, ਹੇ ਪਰਮੇਸ਼ਵਰ ਤੈਂ ਕਿਹਾ 32:7 ਵਿੱਚ ਮੰਗੋ ਤੁਹਾਨੂੰ ਦਿੱਤਾ ਜਾਏਗਾ। ਮਤਲਬ ਕਿ ਇਨਸਾਨ ਹੈ ਜੋ, ਉਹ ਪਰਮੇਸ਼ਵਰ ਨੂੰ ਕੀ ਹੈ? ਵਚਨ ਯਾਦ ਕਰਾਉਣਾ ਸ਼ੁਰੂ ਕਰ ਦਿੰਦਾ ਹੈਗਾ। ਸਹੀ ਦੇ ਵਿੱਚ ਵਚਨ ਕੀ ਹੈ? ਵਚਨ ਇੱਕ ਤਲਵਾਰ ਹੈ। ਤਲਵਾਰ ਕਿਉਂ ਦਿਖਾਈ ਦੀ ਹੈ? ਤਲਵਾਰ ਕਿਉਂ ਦਿਖਾਉਂਦੇ ਨੇ? ਬੋਲੋ, ਕੋਈ ਬਾਤ ਨਹੀਂ। ਤਲਵਾਰ ਤਾਂ ਦੁਸ਼ਮਣ ਨੂੰ ਦਿਖਾਉਂਦੇ ਨੇ, ਲੇਕਿਨ ਤਲਵਾਰ ਚੱਕ ਕੇ ਇਨਸਾਨ ਪ੍ਰਭੂ ਯਿਸੂ ਮਸੀਹ ਨੂੰ ਦਿਖਾਉਂਦਾ, ਇਹ ਪ੍ਰਭੂ ਯਿਸੂ ਦਿਖਦਾ ਕਿਹਾ ਨਹੀਂ ਬਾਈਬਲ ਦੇ ਵਿੱਚ, ਮੰਗੋ ਤੁਹਾਨੂੰ ਦਿੱਤਾ ਜਾਏਗਾ। ਲੇਕਿਨ ਦੇਖੋ ਅਬਰਾਹਮ, ਇਸਹਾਕ ਤੇ ਯਾਕੂਬ, ਇਹਨਾਂ ਨੂੰ ਪਰਮੇਸ਼ਵਰ ਨੇ ਕਿਹਾ ਸੀਗਾ ਕਿ ਮੈਂ ਤੇਰੀ ਅੰਸ਼ ਨੂੰ ਕੀ ਹੈ? ਦੇਸ਼ ਦੇਵਾਂਗਾ, ਇਹ ਧਰਤੀ ਦੇਵਾਂਗਾ। ਲੇਕਿਨ ਲਿਖਿਆ ਇੱਕ ਵਾਰ ਫਿਰ ਪੜ੍ਹੋ ਜੀ 11:13। ਇਹ ਸਭ ਨੇਚਰ ਵਿੱਚ ਮਰ ਗਏ। ਹਾਂ, ਇਹ ਸਾਰੇ ਨੇਚਰ ਵਿੱਚ ਮਰ ਗਏ। ਫਿਰ ਅੱਗੇ, ਅਤੇ ਉਹਨਾਂ ਨੂੰ ਦਿੱਤੇ ਹੋਏ ਵਚਨ ਪ੍ਰਾਪਤ ਨਾ ਹੋਏ। ਦੇਖੋ ਜਿਹੜੇ ਪਰਮੇਸ਼ਵਰ ਨੇ ਇਹਨਾਂ ਨੂੰ ਵਚਨ ਦਿੱਤੇ ਸੀਗੇ, ਉਹ ਵਚਨ ਇਹਨਾਂ ਨੂੰ ਪ੍ਰਾਪਤ ਨਹੀਂ ਹੋਏ। ਉਹ ਵਚਨ ਇਹਨਾਂ ਨੂੰ ਪ੍ਰਾਪਤ ਨਹੀਂ ਹੋਏ। ਫਿਰ ਜੀ, ਪਰ ਉਹ ਦੂਰੋਂ ਹੀ ਉਹਨਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ। ਦੇਖੋ ਵਚਨ ਪ੍ਰਾਪਤ ਨਹੀਂ, ਮਤਲਬ ਜੋ ਵਚਨ ਮਿਲੇ ਸੀਗੇ ਉਹ ਇਹਨਾਂ ਨੂੰ ਮਿਲੇ ਨਹੀਂ, ਰਹੇ ਉੱਥੇ। ਲੇਕਿਨ ਜੋ ਦੇਸ਼ ਪਰਮੇਸ਼ਵਰ ਨੇ ਕਿਹਾ ਸੀਗਾ, ਜੋ ਜਗ੍ਹਾ ਇਹਨਾਂ ਨੂੰ ਕਹੀ ਸੀ, ਲਿਖਿਆ ਬਾਈਬਲ ਦੇ ਵਿੱਚ ਕਿ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਮਤਲਬ ਰਹੇ ਤਾਂ ਰਹੇ ਉੱਤੇ, ਲੇਕਿਨ ਰਹੇ ਕਿਵੇਂ? ਤੰਬੂ ਵਿੱਚ। ਲੇਕਿਨ ਫਿਰ ਵੀ ਕੀ? ਪਰਮੇਸ਼ਵਰ ਦੇ ਨਾਲ ਵਫਾਦਾਰੀ। ਔਰ ਦੇਖੋ ਸਹੀ ਦੇ ਵਿੱਚ ਪਰਮੇਸ਼ਵਰ ਕੀ ਕਹਿੰਦਾ? ਮੈਂ ਅਬਰਾਹਮ ਦਾ ਪਰਮੇਸ਼ਵਰ ਹਾਂ, ਮੈਂ ਯਾਕੂਬ ਦਾ ਪਰਮੇਸ਼ਵਰ ਹਾਂ, ਮੈਂ ਇਸਹਾਕ ਦਾ ਪਰਮੇਸ਼ਵਰ ਹਾਂ। ਦੇਖੋ ਇਹਨਾਂ ਨੇ ਕਦੇ ਵੀ ਪ੍ਰਭੂ ਯਿਸੂ ਮਸੀਹ ਨੂੰ, ਉਸ ਪਰਮੇਸ਼ਵਰ ਨੂੰ ਸ਼ਿਕਾਇਤ ਨਹੀਂ ਕੀਤੀ ਹੋਣੀ, ਪਰਮੇਸ਼ਵਰ ਤੈਂ ਕਿਹਾਗਾ
ਹੁਣ ਦੇਖੋ ਅਬਰਾਹਮ ਦੇ ਕੋਲ ਕੀ ਸੀਗਾ? ਪੈਸਾ ਸੀਗਾ, ਸੋਨਾ ਸੀਗਾ, ਚਾਂਦੀ ਸੀਗੇ, ਮਾਲ ਪਸ਼ੂ ਸੀਗਾ, ਘਰ ਦੇ ਵਿੱਚ ਨੌਕਰ ਚਾਕਰ ਸੀਗੇ। ਪਰ ਸਹੀ ਦੇ ਵਿੱਚ ਅਬਰਾਹਮ ਚਾਹੁੰਦਾ ਤਾਂ ਆਪਣੇ ਲਈ ਇੱਕ ਸੋਹਣਾ ਜਿਹਾ ਘਰ ਬਣਾ ਸਕਦਾ ਸੀਗਾ। ਦੇਖੋ ਇਹ ਗੱਲ ਨੂਹ ਨਬੀ ਦੇ ਸਮੇਂ ਦੇ ਬਾਅਦ ਦੀ ਗੱਲ ਹੈ ਇਹਨਾਂ ਦੀ, ਔਰ ਕੋਈ ਏਦਾਂ ਨਹੀਂ ਕਿ 2-4 ਸਾਲ ਦੇ ਬਾਅਦ ਗੱਲ ਹੈ, ਲੇਕਿਨ ਕਾਫੀ ਸਮੇਂ ਬਾਅਦ ਇਹਨਾਂ ਨੇ ਮਤਲਬ ਕੀ ਹੋਇਆ ਕਿ ਉਸ ਸਮੇਂ ਦੇ ਵਿੱਚ ਇੱਟਾਂ ਹੈਗੀਆਂ ਸੀਗੀਆਂ। ਮੈਂ ਉਸ ਚੀਜ਼ ਨੂੰ ਸੋਚ ਰਿਹਾ ਸੀਗਾ ਵੀ ਇਹ ਘਰ ਕਿਵੇਂ ਬਣਾਉਂਦੇ ਫਿਰ, ਕਿਉਂ ਫਿਰ ਮੇਰੀ ਨਿਗਾਹ ਗਈ ਉੱਥੇ ਬਾਬਲ ਦੇ ਬੁਰਜ ਵੱਲ। ਉੱਥੇ ਮੈਂ ਦੇਖਿਆ, ਉੱਥੇ ਇਹ ਗੱਲ ਲਿਖੀ ਸੀ ਵੀ ਆਪਾਂ ਇੱਟਾਂ ਬਣਾਉਂਦੇ ਆ, ਉਹਨਾਂ ਨੂੰ ਪਕਾ ਲੈਂਦੇ ਆ। ਫਿਰ ਉਹਨਾਂ ਨੇ ਗਾਰੇ ਦਾ ਜ਼ਿਕਰ ਕੀਤਾ ਹੈ ਉੱਥੇ। ਮਤਲਬ ਇਹ ਆਪਣੇ ਲਈ ਐਸਾ ਘਰ ਬਣਾ ਸਕਦੇ ਸੀਗੇ, ਇੱਕ ਪੱਕਾ ਘਰ ਬਣਾ ਸਕਦੇ ਸੀਗੇ ਇਹ ਲੋਕ। ਲੇਕਿਨ ਪੈਸਾ ਹੋਣ ਦੇ ਬਾਅਦ ਵੀ ਇਹਨਾਂ ਨੇ ਆਪਣੇ ਲਈ ਉਹ ਘਰ ਨਹੀਂ ਬਣਾਇਆ। ਕਿਉਂ? ਕਿਉਂਕਿ ਇਹਨਾਂ ਦਾ ਧਿਆਨ ਕਿੱਥੇ ਸੀਗਾ? ਉੱਪਰ ਸੀਗਾ। ਇਹ ਤਾਂ ਉੱਪਰ ਸੋਚਦੇ ਸੀਗੇ ਵੀ ਚਾਹੇ ਜੋ ਵੀ ਹੋ ਜਾਏ। ਹੁਣ ਦੇਖੋ ਲੋਕ ਕਹਿੰਦੇ ਹੀ ਹੋਣਗੇ ਵੀ ਤੁਸੀਂ ਤਾਂ ਪਰਮੇਸ਼ਵਰ ਪਿੱਛੇ ਚੱਲਦੇ ਹੋ, ਤੁਸੀਂ ਐਸਾ ਰਹਿੰਦੇ ਹੋ। ਹੁਣ ਦੇਖੋ ਇਹਨਾਂ ਲਈ ਕੋਈ ਵੀ ਡਰ ਨਹੀਂ, ਕੋਈ ਖਤਰਾ ਨਹੀਂ। ਸੋਨਾ ਹੈਗਾ ਅਬਰਾਹਮ ਦੇ ਕੋਲ, ਚਾਂਦੀ ਅਬਰਾਹਮ ਦੇ ਕੋਲ, ਮਾਲ ਪਸ਼ੂ ਹੈ, ਲੇਕਿਨ ਪੈਸਾ ਸੋਨਾ ਚਾਂਦੀ ਰੱਖਦਾ ਕਿੱਥੇ ਹੋਊ? ਤੰਬੂ ਵਿੱਚ ਰੱਖ ਦਊਗਾ। ਡਰ ਸੀਗਾ ਨੂੰ ਚੋਰੀ ਹੋਣ ਦਾ। ਅੱਜ ਇਨਸਾਨ ਚੰਗਾ ਘਰ ਬਣਾ ਲੈਂਦਾ ਗਾ, ਲੇਕਿਨ ਪੈਸੇ ਘਰ ਦੇ ਵਿੱਚ ਹੋਣ ਤਾਂ ਫਿਰ ਬੰਦਾ ਲੁਕੋ ਲੁਕੋ ਕੇ ਰੱਖਦਾ ਗਾ, ਕੋਈ ਕਿੱਥੇ ਕੋਈ ਕਿੱਥੇ, ਏਦਾਂ ਖੰਡਿਆ ਕੇ ਰੱਖਦਾ, ਇਕੱਠੇ ਉਹ ਵੀ ਨਹੀਂ ਰੱਖਦਾ, ਉਹਨੂੰ ਡਰ ਹੁੰਦਾ ਕਿਉਂ ਕੋਈ ਗੜਬੜੀ ਨਾ ਹੋ ਜਾਏ। ਅਗਰ ਚੁੱਕੋਗਾ ਥੋੜੇ ਬਹੁਤ ਚੱਕ ਕੇ ਲੈ ਕੇ ਜਾਊਗਾ, ਅਗਰ ਜੇ ਸਾਰੇ ਪੈਸੇ ਚੱਕ ਰੱਖਤੇ ਇੱਕ ਜਗ੍ਹਾ ਹੀ ਫਿਰ ਕੋਈ ਸਾਰੇ ਚੱਕ ਕੇ ਲੈ ਜਾਊਗਾ। ਇਸ ਕਰਕੇ ਇਨਸਾਨ ਕੀ ਹੈ, ਪੈਸੇ ਨੂੰ ਵੰਡ ਕੇ ਰੱਖ ਦਿੰਦਾ ਗਾ। 20,000 ਕਿੱਥੇ ਰੱਖਤਾ, 10,000 ਕਿੱਥੇ ਰੱਖਤਾ, 3,000 ਕਿੱਥੇ ਰੱਖਤਾ, ਏਦਾਂ ਕਰ ਦਿੰਦਾ ਗਾ ਇਨਸਾਨ। ਕਿਉਂ? ਡਰ ਰਹਿੰਦਾ ਗਾ। ਲੇਕਿਨ ਅਬਰਾਹਮ ਦੇ ਮਨ ਦੇ ਵਿੱਚ ਕੋਈ ਵੀ ਡਰ ਨਹੀਂ, ਨਾਲੇ ਸੋਨਾ ਹੈਗਾ ਉਹਦਾ, ਨਾਲੇ ਚਾਂਦੀ ਹੈ ਉਹਦੇ ਲਵੇ। ਕਹਿਣ ਦਾ ਮਤਲਬ ਕੀ, ਨਾ ਤਾਂ ਉਹਨੂੰ ਕਿਸੇ ਪੈਸੇ ਦਾ ਡਰ ਸੀਗਾ, ਨਾ ਉਸਨੂੰ ਕਿਸੇ ਚਾਂਦੀ ਚੋਰੀ ਹੋਣ ਦਾ ਡਰ ਸੀਗਾ। ਉਹ ਜਾਣਦਾ ਸੀਗਾ ਕਿ ਮੇਰਾ ਪਰਮੇਸ਼ਵਰ ਕੀ ਹੈ, ਉਹ ਮੇਰੀ ਸਹਾਇਤਾ ਕਰਨ ਵਾਲਾ ਗਾ। ਹੁਣ ਦੇਖੋ ਕਿ ਉਸਨੂੰ ਲੋਕਾਂ ਨੇ ਨਹੀਂ ਕਿਹਾ ਹੋਣਾ, ਲੋਕ ਉਸ ਦੇ ਬਾਰੇ ਨਹੀਂ ਗੱਲਾਂ ਕਰਦੇ ਹੋਣਗੇ, ਲੋਕ ਉਸ ਦੇ ਬਾਰੇ ਗੱਲਾਂ ਕਰਦੇ ਹੋਣਗੇ, ਲੇਕਿਨ ਉਹਦਾ ਧਿਆਨ ਕਿੱਥੇ ਸੀਗਾ? ਉਸਦਾ ਧਿਆਨ ਸਿਰਫ ਔਰ ਸਿਰਫ ਉੱਪਰ ਸੀਗਾ। ਕਿਉਂ? ਕਿਉਂਕਿ ਉਹ ਜਾਣਦਾ ਸੀਗਾ ਕਿ ਇਸ ਧਰਤੀ ਉੱਪਰ ਜੋ ਮੇਰਾ ਜੀਵਨ ਹੈ ਉਹ ਕਿੰਨਾ ਹੈਗਾ, ਉਹ ਕਿੰਨਾ ਜੀਵਨ ਹੈ, ਇਸ ਧਰਤੀ ਉੱਪਰ ਮੈਂ ਕੀ ਕਰ ਸਕਦਾ ਗਾ। ਲੇਕਿਨ ਸਹੀ ਦੇ ਵਿੱਚ ਉਹਦਾ ਜੋ ਧਿਆਨ ਸੀਗਾ ਉਹ ਕਿੱਥੇ ਸੀਗਾ? ਉੱਪਰ ਸੀਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਉਹਦਾ ਧਿਆਨ ਕਿੱਥੇ ਬਣਿਆ ਸੀਗਾ? ਉੱਪਰ ਬਣਿਆ ਸੀਗਾ। ਔਰ ਸਹੀ ਦੇ ਵਿੱਚ ਅਗਰ ਇਨਸਾਨ ਇਸ ਤਰ੍ਹਾਂ ਉੱਪਰ ਧਿਆਨ ਲਗਾ ਕੇ ਚੱਲਦਾ ਗਾ ਤਾਂ ਉਸਦੇ ਜੀਵਨ ਦੇ ਵਿੱਚ ਕੀ ਹੈ? ਉਸਦੇ ਜੀਵਨ ਦੇ ਵਿੱਚ ਮੁਸ਼ਕਲ ਆਉਂਦੀ ਹੈ, ਉਸਦੇ ਜੀਵਨ ਦੇ ਵਿੱਚ ਪਰੇਸ਼ਾਨੀ ਜ਼ਰੂਰ ਆਉਂਦੀ ਹੈ। ਔਰ ਸਹੀ ਦੇ ਵਿੱਚ ਮਸੀਹ ਦੇ ਵਿੱਚ ਚੱਲਦੇ ਚੱਲਦੇ ਜੋ ਆਤਮਾ ਸੱਚਾਈ ਨਾਲ ਚੱਲਦਾ ਗਾ ਤਾਂ ਉਸ ਦੇ ਜੀਵਨ ਦੇ ਵਿੱਚ ਇਹ ਸਾਰੀਆਂ ਗੱਲਾਂ ਹੁੰਦੀਆਂ ਹੀ ਹੁੰਦੀਆਂ ਨੇ। ਹੁਣ ਦੇਖੋ ਜੋ ਸੰਤ ਪੌਲਸ ਸੀਗਾ, ਸੰਤ ਪੌਲਸ ਇੱਦਾਂ ਨਹੀਂ ਕਿ ਕੋਈ ਵੈਸੇ ਕੋਈ ਵਿਹਲਾ ਹੋਊਗਾ, ਉਹ ਚੰਗਾ ਮਤਲਬ ਰੁਪਏ ਪੈਸੇ ਵਾਲਾ ਇਨਸਾਨ ਸੀਗਾ। ਔਰ ਚੰਗਾ ਰੁਪਏ ਪੈਸੇ ਵਾਲਾ ਇਨਸਾਨ ਸੀਗਾ, ਚੰਗਾ ਰੁਤਬਾ ਸੀਗਾ, ਚੰਗਾ ਪੜ੍ਹਿਆ ਲਿਖਿਆ ਸੀਗਾ, ਚੰਗੀ ਸਿੱਖਿਆ ਪ੍ਰਾਪਤ ਕਰੀ ਹੋਈ ਸੀਗੀ। ਲੇਕਿਨ ਜਦ ਉਸਨੇ ਮਸੀਹ ਦੇ ਪਿੱਛੇ ਸਭ ਕੁਝ ਛੱਡ ਦਿੱਤਾ। ਪੜ੍ਹ ਲਓ ਇੱਕ ਵਚਨ ਮੇਰੇ ਨਾਲ, ਇਹ ਕੁਲਸੀਆ ਉਹ ਤਾਂ 3 ਅਧਿਆਏ, ਕੁਲਸੀਆ ਨਹੀਂ ਫਿਲਿਪੀਆ 3 ਅਧਿਆਏ ਉਹਦਾ 3 ਅਧਿਆਏ ਦੀ 7 ਅਤੇ 8। ਪਰ ਜਿਹੜੀਆਂ ਗੱਲਾਂ ਮੇਰੇ ਲਈ ਲਾਭ ਦੀਆਂ ਸਨ, ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ। ਦੇਖੋ ਸੰਤ ਪੌਲਸ ਕੀ ਕਹਿੰਦਾ ਕਿ ਜਿਹੜੀਆਂ ਗੱਲਾਂ ਮੇਰੇ ਲਈ ਲਾਭ ਦੀਆਂ ਸਨ, ਮੈਂ ਉਹਨਾਂ ਨੂੰ ਮਸੀਹ ਦੇ ਕਰਕੇ ਕੀ ਸਮਝਾਂਗਾ? ਹਾਨ ਦੀਆਂ। ਫਿਰ ਅੱਗੇ ਜੀ 8, ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ, ਮਤਲਬ ਸਗੋਂ ਪ੍ਰਭੂ ਯਿਸੂ ਮਸੀਹ ਦੇ ਗਿਆਨ ਦੇ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ, ਮਤਲਬ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਸਮਝਦਾਗਾ, ਨੁਕਸਾਨ ਦੀਆਂ ਸਮਝਦਾਗਾ, ਘਾਟੇ ਦੀਆਂ ਸਮਝਦਾਗਾ। ਹੈ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਜਾਂਦਾ। ਮਤਲਬ ਪਰਮੇਸ਼ਵਰ ਦੀਆਂ ਗੱਲਾਂ ਮੈਨੂੰ ਮਿਲ ਜਾਣ, ਪਰਮੇਸ਼ਵਰ ਦੇ ਵਚਨ ਮੈਨੂੰ ਮਿਲ ਜਾਣ, ਪਰਮੇਸ਼ਵਰ ਦੇ ਵਿੱਚ ਮੇਰੀ ਉન્નਤੀ ਹੋਵੇ, ਪਰਮੇਸ਼ਵਰ ਦੇ ਵਿੱਚ ਮੇਰੀ ਤਰੱਕੀ ਹੋਵੇ, ਸਾਰੀਆਂ ਗੱਲਾਂ ਪਰਮੇਸ਼ਵਰ ਦੇ ਲਈ ਮੇਰੇ ਜੀਵਨ ਦੇ ਵਿੱਚ ਹੋਣ, ਚਾਹੇ ਮੈਨੂੰ ਦੂਜੇ ਪਾਸੇ ਜਿੰਨਾ ਮਰਜ਼ੀ ਘਾਟਾ ਪੈ ਜਾਏ, ਮੇਰੇ ਲਈ ਉਹ ਚੰਗੀ ਗੱਲ ਹੈ। ਮੈਂ ਦੂਜੀ ਗੱਲਾਂ ਨੂੰ ਕੀ ਸਮਝਦਾਗਾ? ਘਾਟਾ ਹੀ ਸਮਝਦਾਗਾ। ਹਾਂ ਕਿਉਂ? ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ। ਉਹਨਾਂ ਨੂੰ ਕੀ ਹੈ? ਮੈਂ ਉਹਨਾਂ ਨੂੰ ਕੂੜਾ ਸਮਝਦਾਗਾ। ਫਿਰ ਭਾਈ ਮੈਂ ਮਸੀਹ ਨੂੰ ਖੱਟ ਲਵਾਂ, ਮਤਲਬ ਸੰਸਾਰ ਦੀਆਂ ਸਾਰੀਆਂ ਗੱਲਾਂ ਨੂੰ ਮੈਂ ਕੀ ਸਮਝਦਾਗਾ? ਆਪਣੇ ਲਈ ਕੂੜਾ ਸਮਝਦਾਗਾ। ਦੇਖੋ ਸੰਤ ਪੌਲਸ ਪਰਮੇਸ਼ਵਰ ਦਾ ਦਾਸ ਆ, ਔਰ ਦੇਖੋ ਇਹ ਆਪਣਾ ਸਭ ਕੁਝ ਛੱਡ ਕੇ ਜਦ ਪ੍ਰਭੂ ਯਿਸੂ ਮਸੀਹ ਤੇ ਚੱਲਿਆਗਾ, ਕਿੰਨਾ ਦੁੱਖ ਸਹਿਣ ਕੀਤਾ ਇਸਨੇ, ਕਿੰਨੀ ਮਾਰ ਖਾਧੀ ਇਸਨੇ, ਕਿੰਨਾ ਲੋਕਾਂ ਨੇ ਤਾਂ ਮਜ਼ਾਕ ਕੀਤਾ, ਕਿੰਨੀ ਵਾਰ ਪਥਰਾਓ ਹੋਇਆ, ਕਿੰਨੀ ਵਾਰ ਕੋੜੇ ਖਾਧੇ, ਕਿੰਨੀ ਵਾਰ ਬੈਂਤਾਂ ਦੀ ਮਾਰ ਖਾਧੀ। ਕਿਹਦੇ ਕਰਕੇ? ਪਰਮੇਸ਼ਵਰ ਦੇ ਕਰਕੇ ਹੀ। ਹੁਣ ਦੇਖੋ ਜਿਹੜੇ ਲੋਕ ਮਾਰਦੇ ਸੀਗੇ, ਜਿਹੜੇ ਲੋਕ ਕੁੱਟਦੇ ਸੀਗੇ, ਉਹ ਕੌਣ ਲੋਕ ਸੀਗੇ? ਉਹ ਵੀ ਤਾਂ ਪਰਮੇਸ਼ਵਰ ਨੂੰ ਜਾਣਨ ਵਾਲੇ ਲੋਕ ਸੀਗੇ। ਲੇਕਿਨ ਸੰਤ ਪੌਲਸ ਨੇ ਥੋੜੀ ਕਿਸੇ ਨਾਲ ਸ਼ਿਕਾਇਤ ਕੀਤੀ, ਹੇ ਪਰਮੇਸ਼ਵਰ ਇਹ ਤਾਂ ਤੈਨੂੰ ਜਾਣਦੇ ਨੇ, ਹੇ ਪਰਮੇਸ਼ਵਰ ਇਹ ਮੇਰੇ ਵਿਰੋਧ ਕਿਉਂ ਕਰਦੇ ਨੇ? ਲੇਕਿਨ ਸੰਤ ਪੌਲਸ ਦਾ ਧਿਆਨ ਕਿੱਥੇ ਸੀਗਾ? ਉਹ ਤਾਂ ਉੱਪਰ ਸੀਗਾ। ਸੰਤ ਪੌਲਸ ਕੀ ਸੀਗਾ? ਉਹ ਚੰਗੀ ਤਰ੍ਹਾਂ ਜਾਣਦਾ ਸੀਗਾ ਕਿ ਮੈਂ ਧਰਤੀ ਉੱਪਰ ਕੀ ਹਾਂ,
परदेसी हाँ, मेरा धरती उपर जीवन की है वो तो थोड़ा गा, लेकिन फिर भी प्रभु यीशु मसीह के पिछे, प्रभु यीशु मसीह के नाम के करके कितना दुख सहन किया, किन्नी निंदा सहन की उसने। लेकिन होया कि संत पौलुस ने कदे भी किसी नाल कोई शिकायत नहीं की। ਇਹਦਾ ਇਹ ਮਤਲਬ ਨਹੀਂ ਕਿ ਲੋਕਾਂ ਨੇ ਸੰਤ ਪੌਲੁਸ ਨਾਲ ਵੈਰ ਕੀਤਾਗਾ ਔਰ ਸੰਤ ਪੌਲੁਸ ਨੇ ਵੈਰ ਸ਼ੁਰੂ ਕੀਤਾਗਾ, ਨਹੀਂ। ਲੇਕਿਨ ਸੰਤ ਪੌਲੁਸ ਕੀ ਕਰਦਾ ਸੀਗਾ, ਉਹਨਾਂ ਲੋਕਾਂ ਲਈ ਵੀ ਪ੍ਰਾਰਥਨਾ ਕਰਦਾ ਸੀਗਾ। ਔਰ ਦੇਖੋ ਸੰਤ ਪੌਲੁਸ ਦੇ ਬਾਰੇ ਇਦਾਂ ਲਿਖਿਆ ਗਾ ਕਿ ਰਸੂਲਾਂ ਉਹਦਾ 28 ਦੇ ਆਈ ਉਹਦਾ 30 ਵਚਨ, ਤਾਂ ਉਹ 2 ਵਰੇ ਆਪਣੇ ਪਹਾੜੇ ਦੇ ਸਹੀ ਤਾਂ ਉਹ ਪੂਰੇ 2 ਵਰੇ ਆਪਣੇ ਪਹਾੜੇ ਦੇ ਘਰ ਵਿੱਚ ਰਿਹਾ। ਬਸ ਦੇਖੋ ਸੰਤ ਪੌਲੁਸ ਐਡਾ ਵੱਡਾ ਰੱਬ ਦਾ ਦਾਸ ਜਿਹਦੇ ਨਾਲ ਪਰਮੇਸ਼ਵਰ ਗੱਲਾਂ ਕਰਦਾ ਪਰਮੇਸ਼ਵਰ, ਦੇਖੋ ਕੀ ਸੀਗਾ, ਇਹਦੇ ਲਈ ਕੋਈ ਐਸਾ ਘਰ ਨਹੀਂ ਸੀਗਾ। ਇਹ ਵੀ ਦੇਖੋ ਦੂਰ ਜਾਂਦਾ ਸੀਗਾ, ਉੱਥੇ ਕੀ ਸੀਗਾ 2-2 ਸਾਲ ਤੱਕ ਕਿਰਾਏ ਦੇ ਘਰਾਂ ਵਿੱਚ ਰਹਿੰਦਾ ਸੀਗਾ। ਕਹਿਣ ਦਾ ਮਤਲਬ ਕਿ ਇਸ ਨੇ ਕਦੇ ਵੀ ਪਰਮੇਸ਼ਵਰ ਨੂੰ ਸ਼ਿਕਾਇਤ ਨਹੀਂ ਕੀਤੀ, ਪਰਮੇਸ਼ਵਰ ਮੇਰੀ ਆਹ ਹਾਲਤ ਐਸੀ ਕਿਉਂ ਹੋ ਰਹੀ ਹੈ, ਪਰਮੇਸ਼ਵਰ ਮੇਰੇ ਨਾਲ ਐਸਾ ਕਿਉਂ ਹੋ ਰਿਹਾ ਹੈਗਾ, ਪਰਮੇਸ਼ਵਰ ਮੈਂ ਕੀ ਕੀਤਾ ਤੇਰਾ ਮਾੜਾ, ਪਰਮੇਸ਼ਵਰ ਮੈਂ ਤਾਂ ਕਿੰਨਾ ਚੰਗਾ ਚੱਲਦਾ ਤੇਰੇ ਨਾਲ, ਮੇਰੇ ਨਾਲ ਲੋਕ ਵਿਰੋਧ ਕਿਉਂ ਕਰਦੇ ਨੇ, ਪਰਮੇਸ਼ਵਰ ਲੋਕ ਮੇਰੀ ਨਿੰਦਿਆ ਕਿਉਂ ਕਰਦੇ ਨੇ, ਪਰਮੇਸ਼ਵਰ ਮੇਰੇ ਖਿਲਾਫ ਕਿਉਂ ਕਰਦੇ ਨੇ ਲੋਕ। ਲੇਕਿਨ ਕਦੇ ਵੀ ਇਸ ਇਨਸਾਨ ਨੇ ਪਰਮੇਸ਼ਵਰ ਨੂੰ ਕਿਸੇ ਵੀ ਗੱਲ ਦੇ ਵਿੱਚ ਕੁਛ ਨਹੀਂ ਬੋਲਿਆ। ਲੇਕਿਨ ਪਰਮੇਸ਼ਵਰ ਵਿੱਚ ਕੀ ਹੈ, ਆਨੰਦ ਕਰਦਾ ਗਿਆ, ਪਰਮੇਸ਼ਵਰ ਵਿੱਚ ਕੀ ਹੈ, ਅੱਗੇ ਵੱਧਦਾ ਚਲਾ ਗਿਆ। ਔਰ ਜਦ ਅੱਗੇ ਵੱਧਦਾ ਚਲਾ ਗਿਆ ਤਾਂ ਦੇਖੋ ਕਿੱਡਾ ਵੱਡਾ ਨਾਮ ਹੈ ਬਾਈਬਲ ਦੇ ਵਿੱਚ ਪਰਮੇਸ਼ਵਰ ਦੇ ਦਾਸ ਦਾ। ਫਿਰ ਆਪਾਂ ਗੱਲ ਕਰੀਏ ਧਨੀ ਤੇ ਲਾਜ਼ਰ ਬਾਰੇ, ਆਪਾਂ ਨੇ ਕਈ ਵਾਰ ਸੁਣਿਆਗਾ। ਲਾਜ਼ਰ ਦੇ ਸਰੀਰ ਦੇ ਉੱਪਰ ਦੇਖੋ ਫੋੜੇ, ਔਰ ਫੋੜੇ ਵੀ ਇੱਥੋਂ ਤੱਕ ਕਿ ਕੁੱਤੇ ਆ ਕੇ ਚੱਟਦੇ ਸੀਗੇ। ਇਹਦਾ ਮਤਲਬ ਉਹਦੇ ਸਰੀਰ ਦੇ ਉੱਪਰ ਕੱਪੜਾ ਵੀ ਨਹੀਂ ਸੀਗਾ, ਫਿਰ ਉਹ ਪੇਟ ਵੀ ਨਹੀਂ ਭਰ ਸਕਦਾ ਸੀ ਆਪਣਾ, ਲੇਕਿਨ ਕਦੇ ਵੀ ਉਸਨੇ ਪਰਮੇਸ਼ਵਰ ਨੂੰ ਸ਼ਿਕਾਇਤ ਨਹੀਂ ਕੀਤੀ। ਇਹਦਾ ਮਤਲਬ ਉਹ ਵੀ ਤਾਂ ਜਾਣਦਾ ਹੀ ਸੀਗਾ ਕਿ ਮੈਂ ਧਰਤੀ ਉੱਪਰ ਪਰਦੇਸੀ ਹਾਂ। ਇਹਦਾ ਮਤਲਬ ਉਹਦੇ ਵਿੱਚ ਚੰਗਾ ਰਹਿਣ ਦੇ ਲਈ ਕੋਈ ਘਰ ਵੀ ਨਹੀਂ ਸੀਗਾ, ਔਰ ਘਰ ਹੁੰਦਾ ਤਾਂ ਚੰਗਾ ਬੂਹਾ ਮਾਰ ਕੇ ਉਹ ਤਾਂ ਬੈਠਾ ਰਹਿੰਦਾ, ਕੁੱਤੇ ਉਹਦੇ ਕੋਲ ਹੀ ਨਾ ਆਉਂਦੇ। ਲਿਖਿਆ ਬਾਈਬਲ ਦੇ ਵਿੱਚ ਉਹਦਾ ਧਣੀ ਦੀ ਕਿੱਥੇ ਪਿਆ ਸੀਗਾ, ਦਹਲੀਜ਼ ਦੇ ਕੋਲ ਪਿਆ ਸੀਗਾ। ਹੁਣ ਦੇਖੋ ਗਰਮੀ ਪੈਂਦੀ ਹੋਊਗੀ, ਧੁੱਪ ਲੱਗਦੀ ਹੋਊਗੀ, ਬਰਸਾਤ ਆਉਂਦੀ ਹੋਊਗੀ, ਠੰਡ ਲੱਗਦੀ ਹੋਊਗੀ ਉਹਨੂੰ। ਕਹਿਣ ਦਾ ਮਤਲਬ ਕਿ ਕਦੇ ਵੀ ਉਸਨੇ ਸ਼ਿਕਾਇਤ ਨਹੀਂ ਕੀਤੀ। ਮਤਲਬ ਮਸੀਹ ਪਿੱਛੇ ਚੱਲ ਰਹੇ ਹੋ ਤਾਂ ਦੁੱਖ ਮਿਲਦਾ ਗਾ, ਲੇਕਿਨ ਕਦੇ ਉਸਨੇ ਸ਼ਿਕਾਇਤ ਨਹੀਂ ਕੀਤੀ। ਦੇਖੋ ਇਹ ਪਰਮੇਸ਼ਵਰ ਦੇ ਕੀ ਸੀਗੇ, ਸਾਰੇ ਦਾਸ ਲੋਕ ਸੀਗੇ। ਅਰ ਇੱਕ ਵਚਨ ਪੜ੍ਹੋ ਮੇਰੇ ਨਾਲ, ਇਬਰਾਨੀਆਂ ਉਹਦਾ 11 ਦੇ ਆਈ ਉਹਦਾ 24 ਵਚਨ। ਨੇਚਾ ਨਾਲ ਮੂਸਾ ਨੇ ਜਦ ਸਿਆਣਾ ਹੋਇਆ ਤਾਂ ਫਿਰੌਨ ਦੀ ਧੀ ਦਾ ਪੁੱਤਰ ਅਖਾਉਣ ਤੋਂ ਇਨਕਾਰ ਕਰ ਦਿੱਤਾ। ਦੇਖੋ ਵਿਸ਼ਵਾਸ ਦੇ ਨਾਲ ਜਦ ਮੂਸਾ ਕੀ ਹੋ ਗਿਆ, ਸਿਆਣਾ ਹੋ ਗਿਆ, ਜਦ ਵੱਡਾ ਹੋ ਗਿਆ ਤਾਂ ਉਸਨੇ ਕੀ ਕੀਤਾ, ਜੋ ਫਿਰੌਨ ਦੀ ਲੜਕੀ ਸੀ ਉਹਦਾ ਪੁੱਤਰ ਕਹਾਉਣ ਤੋਂ ਮਨਾ ਕਰਤਾ ਉਹਨੇ। ਅੱਗੇ ਪੜ੍ਹੋ ਜੀ। ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲੋਂ, ਮਤਲਬ ਦੇਖੋ ਇਹ ਗੱਲ ਨੂੰ ਬਹੁਤ ਧਿਆਨ ਨਾਲ ਸੁਣੋ, ਧਿਆਨ ਨਾਲ ਸਮਝੋ। ਹਾਂਜੀ ਇੱਕ ਵਾਰ ਫਿਰ ਪੜ੍ਹੋ ਸ਼ਾਂਤੀ ਨਾਲ। ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲੋਂ, ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ। ਹੁਣ ਦੇਖੋ ਇਹ ਕੀ ਹੈ, ਇਹ ਥੋੜੇ ਟਾਈਮ ਲਈ ਹੈ। ਮਤਲਬ ਧਰਤੀ ਉੱਪਰ ਜੋ ਸੁੱਖ ਹੈ, ਧਰਤੀ ਉੱਪਰ ਜੋ ਇਨਸਾਨ ਨੂੰ ਸ਼ਾਂਤੀ ਹੈ, ਧਰਤੀ ਉੱਪਰ ਜੋ ਇਨਸਾਨ ਦੇ ਲਈ ਮੌਜ ਸ਼ੌਂਕ ਨੇ, ਉਹ ਕੀ ਨੇ, ਥੋੜੇ ਟਾਈਮ ਲਈ ਨੇ। ਆਹ ਦੇਖੋ ਸੰਤ ਜੋ ਆਪਣਾ ਮੂਸਾ ਗਾ ਉਹਦੇ ਲਈ ਲਿਖਿਆ ਗਾ, ਕਿਉਂ ਜੋ ਉਹਨੇ ਪਾਪ ਦੇ ਭੋਗ ਵਿਲਾਸ ਨਾਲ ਜੋ ਥੋੜੇ ਚਿਰ ਲਈ ਹੈ, ਹਾਂ ਪਰਮੇਸ਼ਵਰ ਦੀ ਪ੍ਰਜਾ, ਦੇਖੋ ਕਿੰਨੀ ਵੱਡੀ ਗੱਲ ਲਿਖਿਆ, ਪਰਮੇਸ਼ਵਰ ਦੀ ਪ੍ਰਜਾ ਦੇ ਨਾਲ, ਹਾਂ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ। ਮਤਲਬ ਪਰਮੇਸ਼ਵਰ ਦੀ ਪ੍ਰਜਾ ਨਾਲ ਕੀ ਹੈ, ਦੁੱਖ ਝੱਲਣਾ ਕੀ ਕੀਤਾ, ਬਹੁਤ ਪਸੰਦ ਕੀਤਾ। ਕਿ ਚਲੋ 2-4 ਸਾਲ ਮੌਜ ਮਸਤੀ ਕਰਾਂਗੇ ਧਰਤੀ ਉੱਪਰ, 2-4 ਸਾਲ ਇੰਜੋਏ ਕਰਾਂਗੇ। ਅੱਜ ਲੋਕ ਕਹਿੰਦੇ ਨੇ ਜ਼ਿਆਦਾਤਰ ਭਾਈ ਨਸ਼ਾ ਛੱਡ ਦਿਓ, ਕੋਈ ਗੱਲ ਨਹੀਂ ਜੇ ਸਾਲ ਪਹਿਲਾਂ ਮਰ ਜਾਵਾਂਗੇ। ਇਹਦਾ ਮਤਲਬ ਅਸੀਂ ਮੌਜ ਸ਼ੌਂਕ ਪੂਰਾ ਕਰਨਾ ਧਰਤੀ ਉੱਪਰ, ਇਹਦਾ ਮਤਲਬ ਅਸੀਂ ਇੰਜੋਏ ਜ਼ਰੂਰ ਕਰਨਾ ਧਰਤੀ ਉੱਪਰ, ਕੋਈ ਗੱਲ ਨਹੀਂ ਪਹਿਲਾਂ ਮਰ ਜਾਵਾਂਗੇ। ਲੇਕਿਨ ਇਸਨੇ ਕੀ ਦੇਖਿਆ, ਮੂਸਾ ਨੇ ਇਸਨੇ ਦੇਖਿਆ ਵੀ ਜਦ ਮੌਜ ਸ਼ੌਂਕ ਹੈ, ਜੋ ਮਤਲਬ ਜੋ ਵੀ ਹੈ ਭੋਗ ਵਿਲਾਸ, ਮਤਲਬ ਜੋ ਵੀ ਕੰਮ ਕਰਨਾ ਗਾ ਉਹ ਕੀ ਹੈ, ਥੋੜੇ ਟਾਈਮ ਦਾ ਇੱਥੇ ਧਰਤੀ ਉੱਪਰ। ਅਗਰ ਪਰਮੇਸ਼ਵਰ ਦੇ ਲੋਕਾਂ ਨਾਲ ਮੇਰੀ ਨਿੰਦਿਆ ਹੋਵੇ, ਪਰਮੇਸ਼ਵਰ ਦੇ ਲੋਕਾਂ ਨਾਲ ਮੈਨੂੰ ਦੁੱਖ ਮਿਲੇ, ਅਗਰ ਪਰਮੇਸ਼ਵਰ ਦੇ ਕਰਕੇ ਮੇਰੇ ਜੀਵਨ ਦੇ ਵਿੱਚ ਸਤਾਵਟ ਹੋਵੇ, ਅਗਰ ਪਰਮੇਸ਼ਵਰ ਦੇ ਨਾਮ ਦੇ ਕਰਕੇ ਮੇਰੀ ਬੁਰਾਈ ਕੀਤੀ ਜਾਵੇ, ਅਗਰ ਪਰਮੇਸ਼ਵਰ ਦੇ ਕਰਕੇ ਮੇਰੀ ਮਤਲਬ ਕੁਛ ਵੀ ਹੋਵੇ, ਲੋਕ ਮੈਨੂੰ ਗਾਲਾਂ ਕੱਢਣ, ਮੈਨੂੰ ਕੁਛ ਵੀ ਕਹਿਣ, ਲੇਕਿਨ ਉਹ ਮੇਰੇ ਲਈ ਕੀ ਹੈ, ਉਹ ਮੇਰੇ ਲਈ ਚੰਗਾ ਹੈ। ਇੱਕ ਵਾਰ ਫਿਰ ਪੜ੍ਹੋ ਜੀ 25। ਕਿਉਂ ਜੋ ਉਹਦੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ, ਪਰਮੇਸ਼ਵਰ ਦੀ ਪ੍ਰਜਾ ਨਾਲ ਦੁੱਖ ਝੱਲਣਾ ਬੜਾ ਬਹੁਤਾ ਪਸੰਦ ਕੀਤਾ ਉਸਨੇ। ਮੈਨੂੰ ਦੁੱਖ ਮਿਲਦਾ ਮਸੀਹ ਦੇ ਕਰਕੇ, ਹਾਂ ਮੈਨੂੰ ਪ੍ਰਭੂ ਯਿਸੂ ਮਸੀਹ ਦੇ ਕਰਕੇ ਦੁੱਖ ਮਿਲਦਾ ਗਾ, ਇਹ ਮੇਰੇ ਲਈ ਚੰਗਾ ਗਾ। ਕਿਉਂਕਿ ਮੈਂ ਧਰਤੀ ਉੱਪਰ ਦਾ 70-80 ਸਾਲ ਦਾ ਜੀਵਨ ਜੀਵ ਲੈਣਾ ਗਾ, ਚੰਗੀਆਂ ਮੈਂ ਜ਼ਰੂਰਤਾਂ ਰੱਖਦਾ ਗਾ, ਚੰਗੇ ਮੈਨੂੰ ਆਪਣੇ
ਸਭ ਕੁਝ ਚੰਗਾ ਚੰਗਾ ਕਰ ਦਾਂਗਾ, ਉਸ ਤੋਂ ਬਾਅਦ ਅਗਰ ਮੈਂ ਅਖੀਰ ਵਿੱਚ ਨਰਕ ਵਿੱਚ ਚਲਾ ਜਾਵਾਂ ਤਾਂ ਕੀ ਫਾਇਦਾ ਮੈਨੂੰ? ਇਸਨੇ ਚੀਜ਼ ਦੇਖੀ, ਅਗਰ ਪਰਮੇਸ਼ਵਰ ਪਿੱਛੇ ਚੱਲਦਾਗਾ, ਪਰਮੇਸ਼ਵਰ ਦੀ ਪਰਜਾ ਨਾਲ ਚੱਲਦਾਗਾ ਮੈਂ, ਤੇ ਕੀ ਹੋਊਗਾ? ਮੇਰਾ ਵਿਰੋਧ ਹੀ ਕਰਨਗੇ ਲੋਕ, ਮੈਨੂੰ ਗਾਲਾਂ ਹੀ ਕੱਢਣਗੇ ਲੋਕ, ਮੈਨੂੰ ਮਾੜਾ ਹੀ ਬੋਲਣਗੇ। ਬੋਲਣ ਦਾ ਕੋਈ ਗੱਲ ਨਹੀਂ। ਔਰ ਦੇਖੋ ਇਹੀ ਕੰਮ ਹੋਇਆ। ਮੂਸਾ ਜਿਨ੍ਹਾਂ ਲੋਕਾਂ ਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਕੱਢ ਕੇ ਲੈ ਕੇ ਆਇਆ, ਤਾਂ ਉਹੀ ਲੋਕ ਕੀ ਹੋ ਗਏ? ਮੂਸਾ ਦੇ ਖਿਲਾਫ ਹੋ ਗਏ। ਇੱਕ ਵਾਰ ਪਾਣੀ ਨਹੀਂ ਮਿਲਿਆ ਤਾਂ ਲੋਕਾਂ ਨੇ ਪੱਥਰ ਚੱਕ ਲਏ, ਇਹ ਮੂਸਾ ਪਾਣੀ ਪਿਲਾ, ਨਹੀਂ ਤੈਨੂੰ ਪੱਥਰ ਮਾਰਦੇ ਹਾਂ ਅਸੀਂ। ਦੇਖੋ ਉਸਨੇ ਮਾੜਾ ਕਰਿਆ ਕਿਸ ਦਾ? ਲੇਕਿਨ ਮੂਸਾ ਜਾਣਦਾ ਸੀਗਾ, ਮੂਸਾ ਜਾਣਦਾ ਸੀਗਾ ਕਿ ਅਗਰ ਮੈਂ ਇਹ ਕੰਮ ਕਰਾਂਗਾ ਤਾਂ ਮੈਨੂੰ ਦੁੱਖ ਝੱਲਣਾ ਹੀ ਪਏਗਾ। ਲੇਕਿਨ ਫਿਰ ਵੀ ਦੇਖੋ ਮੂਸਾ ਨੇ ਪਰਮੇਸ਼ਵਰ ਦੇ ਮਤਲਬ ਨਾਮ ਦੇ ਕਰਕੇ ਕੀ ਹੈ, ਉਹ ਦੁੱਖ ਨੂੰ ਝੱਲਣਾ ਸ਼ੁਰੂ ਕੀਤਾ। ਇਹ ਦੁੱਖ ਕਿਉਂ ਮਿਲਦਾ ਸੀਗਾ ਉਸ ਨੂੰ? ਅਗਰ ਉਹ ਪਰਮੇਸ਼ਵਰ ਪਿੱਛੇ ਚੱਲ ਰਿਹਾ ਸੀਗਾ। ਅਗਰ ਉਹ ਪਰਮੇਸ਼ਵਰ ਪਿੱਛੇ ਨਾ ਚੱਲਦਾ, ਕੀ ਉਸਨੂੰ ਦੁੱਖ ਮਿਲਦਾ? ਉਹ ਤਾਂ ਰਾਜਾ ਬਣ ਕੇ ਬੈਠ ਜਾਂਦਾ ਆਰਾਮ ਦੇ ਨਾਲ। ਔਰ ਅਗਲਾ ਰਾਜਾ ਆਪਣੇ ਮਿਸਰ ਦੇ ਵਿੱਚ ਤਾਂ ਉਹੀ ਬਣਨ ਵਾਲਾ ਸੀਗਾ, ਉਹਨੂੰ ਕੀ ਲੋੜ ਸੀਗੀ? ਲੇਕਿਨ ਉਸਨੇ ਕੀ ਕਿਹਾ? ਇਹ ਸਾਰਾ ਥੋੜੇ ਟਾਈਮ ਦਾ ਗਾ, ਇਹ ਥੋੜੇ ਟਾਈਮ ਦਾ ਗਾ, ਇਸ ਕਰਕੇ ਕੀ ਹੈ, ਮੈਂ ਇਹਦੇ ਉੱਪਰ ਮਨ ਨਹੀਂ ਲਾਉਣਾ। ਮੈਂ ਕਿਹਦੇ ਉੱਪਰ ਮਨ ਲਾਉਣਾ ਗਾ? ਕਿ ਜਿਹੜਾ ਸਦਾ ਮੇਰੇ ਲਈ ਹੈ, ਸਦਾ ਮੇਰੇ ਲਈ। ਅੱਗੇ ਪੜ੍ਹੋ 26 ਦੇ ਵਿੱਚ ਕੀ ਲਿਖਿਆ ਗਾ? ਅਤੇ ਉਸਨੇ ਵਿਚਾਰ ਕੀਤਾ, ਫਿਰ ਉਸਨੇ ਵਿਚਾਰ ਕੀਤਾ ਭਈ ਮਸੀਹ ਦੇ ਨਿਮਿਤ, ਹਾਂ ਮਸੀਹ ਦੇ ਲਈ ਨਿੰਦਿਆ ਜਾਣਾ ਹਾਂ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ। ਅਗਰ ਮਸੀਹ ਦੇ ਕਰਕੇ ਮੇਰੀ ਨਿੰਦਿਆ ਹੁੰਦੀ ਹੈ, ਅਗਰ ਮਸੀਹ ਦੇ ਕਰਕੇ ਮੇਰੀ ਸਪਾਵਟ ਹੁੰਦੀ ਹੈ, ਅਗਰ ਮਸੀਹ ਦੇ ਕਰਕੇ ਮੇਰੀ ਬੋਲੀਆਂ ਵੱਜਦੀਆਂ ਨੇ, ਅਗਰ ਮਸੀਹ ਦੇ ਕਰਕੇ ਮੈਨੂੰ ਦੁੱਖ ਮਿਲਦਾਗਾ, ਤਾਂ ਉਹ ਮਿਸਰ ਦੇ ਚਾਹੇ ਵੱਡੇ ਵੱਡੇ ਖਜ਼ਾਨੇ ਹੋਣ, ਅਗਰ ਚਾਹੇ ਮਿਸਰ ਦੇ ਵਿੱਚ ਮੈਨੂੰ ਵੱਡੇ ਵੱਡੇ ਖਜ਼ਾਨੇ ਮਿਲ ਜਾਣ, ਉਹਦੇ ਨਾਲ ਕੀ ਹੈ ਜੀ? ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ। ਵੱਡਾ ਧਨ ਹੈ। ਦੇਖੋ ਇਹਦਾ ਮਤਲਬ ਕੀ? ਕਿ ਮਸੀਹ ਦੇ ਕਰਕੇ ਨਿੰਦਿਆ ਹੋ ਰਹੀ ਹੈ, ਮਸੀਹ ਦੇ ਕਰਕੇ ਦੁੱਖ ਆ ਰਿਹਾ ਹੈਗਾ, ਮਸੀਹ ਦੇ ਕਰਕੇ ਅਗਰ ਗਾਲਾਂ ਪੈ ਰਹੀਆਂ ਨੇ, ਮਸੀਹ ਦੇ ਕਰਕੇ ਲੋਕ ਨਿੰਦਿਆ ਕਰ ਰਹੇ ਨੇ, ਤਾਂ ਕੀ ਹੈ? ਇਹ ਵੱਡੇ ਖਜ਼ਾਨਿਆਂ ਨਾਲੋਂ ਕੀ ਹੈ? ਵੱਡਾ ਧਨ ਹੈ। ਹਾਂ, ਖਜ਼ਾਨਿਆਂ ਨਾਲੋਂ ਕੀ ਹੈ? ਵੱਡਾ ਧਨ ਹੈ। ਫਿਰ ਅੱਗੇ ਜੀ, ਕਿਉਂ ਜੋ ਫਲ ਵੱਲ ਉਹਦਾ ਧਿਆਨ ਸੀ। ਉਹਦਾ ਫਲ ਵੱਲ ਧਿਆਨ ਸੀਗਾ। ਕਿਹੜਾ ਫਲ? ਜਿਹੜਾ ਫਲ ਨੂੰ ਪਰਮੇਸ਼ਵਰ ਦੇਣ ਵਾਲੇ ਸੀਗੇ, ਜਿਹੜਾ ਫਲ ਉਹਨੂੰ ਸਵਰਗ ਵਿੱਚੋਂ ਮਿਲਣਾ ਸੀਗਾ। ਹੁਣ ਦੇਖੋ ਇੱਕ ਵਾਰ ਕੀ ਹੁੰਦਾਗਾ ਕਿ ਇਨਸਾਨ ਖੁਦ ਗਲਤੀ ਕਰਦਾਗਾ, ਅਗਰ ਉਸ ਤੋਂ ਬਾਅਦ ਉਸਨੂੰ ਗਾਲਾਂ ਪੈਣ, ਅਗਰ ਉਸ ਤੋਂ ਬਾਅਦ ਉਹ ਖੁਦ ਇਨਸਾਨ ਕਿਸੇ ਸਮੱਸਿਆ ਵਿੱਚ ਫਸ ਜਾਏ, ਉਸ ਤੋਂ ਬਾਅਦ ਕਹੇ ਕਿ ਮੈਂ ਤਾਂ ਮਸੀਹ ਨੂੰ ਮੰਨਦਾਗਾ, ਤਾਂ ਮੇਰੇ ਨਾਲ ਇਸ ਤਰ੍ਹਾਂ ਹੋਇਆਗਾ, ਤਾਂ ਫਿਰ ਉਹਦੇ ਵਿੱਚ ਕੋਈ ਵੀ ਫਾਇਦਾ ਨਹੀਂ। ਕਿਉਂਕਿ ਲਿਖਿਆ ਬਾਈਬਲ ਦੇ ਵਿੱਚ, ਪੜ੍ਹੋ ਮੇਰੇ ਨਾਲ ਪਤਰਸ, ਇੱਕ ਮਿੰਟ ਮੈਂ ਦੇਖਾਂ, ਹਾਂ ਪਹਿਲਾ ਪਤਰਸ ਉਹਦਾ 2 ਅਧਿਆਇ ਉਹਦਾ 19 ਵਚਨ ਪੜ੍ਹੋ। ਕਿਉਂਕਿ ਜੇ ਕੋਈ ਪਰਮੇਸ਼ਵਰ ਦੇ ਖਿਆਲ ਨਾਲ ਬੇਇਨਸਾਫੀ ਝੱਲ ਕੇ ਦੁੱਖ ਸਹਿ ਲਵੇ, ਤਾਂ ਇਹ ਪਰਮੇਸ਼ਵਰ ਨੂੰ ਪ੍ਰਵਾਨ ਹੈ। ਦੇਖੋ ਪਰਮੇਸ਼ਵਰ ਦੇ ਲਈ, ਪਰਮੇਸ਼ਵਰ ਦੇ ਲਈ ਕੀ ਹੈ? ਬੇਇਨਸਾਫੀ। ਬੇਇਨਸਾਫੀ ਮਤਲਬ ਧਿਆਨ ਕਰੋ ਨਵੀਂ, ਬੇਸ਼ੱਕ ਤੁਹਾਨੂੰ ਲੱਗਦਾ ਵੀ ਮੈਂ ਚੰਗਾ ਗਾ, ਲੇਕਿਨ ਤੁਹਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਜਾਂ ਕੁਝ ਵੀ ਲੱਗਦਾਗਾ, ਅਗਰ ਉਹ ਕੀ ਕਰੇ, ਅਗਰ ਉਹ ਦੁੱਖ ਸਹਿ ਲਵੇ, ਤਾਂ ਇਹ ਕੀ ਹੈ? ਇਹ ਪ੍ਰਵਾਨ ਹੈ। ਪ੍ਰਵਾਨ ਮਤਲਬ ਇਹ ਉਹਦੇ ਲਈ ਚੰਗਾ ਗਾ, ਇਹ ਉਹਦੇ ਲਈ ਚੰਗਾ ਗਾ। ਕਿਹੜਾ ਚੰਗਾ ਗਾ? ਅਗਰ ਮਸੀਹ ਦੇ ਕਰਕੇ ਉਸਨੂੰ ਦੁੱਖ ਮਿਲਿਆਗਾ। ਫਿਰ ਅੱਗੇ ਪੜ੍ਹੋ ਜੀ 20, ਜੇ ਤੁਸੀਂ ਪਾਪ ਦੇ ਕਰਕੇ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ। ਹੁਣ ਦੇਖੋ ਕੀ ਲਿਖਿਆ ਬਾਈਬਲ ਤੇ ਸਾਫ਼ ਲਿਖਿਆਗਾ ਕਿ ਜੇ ਤੁਸੀਂ ਪਾਪ ਦੇ ਕਰਕੇ, ਪਾਪ ਮਤਲਬ ਅਗਰ ਤੁਸੀਂ ਵੀ ਗਲਤੀ ਕਰ ਰਹੇ ਹੋ, ਹਾਂ ਅਗਰ ਤੁਸੀਂ ਵੀ ਗਲਤੀ ਕਰ ਰਹੇ ਹੋ, ਮਤਲਬ ਤੁਹਾਡੇ ਸਾਹਮਣੇ ਵਾਲਾ ਨਿੰਦਿਆ ਕਰ ਰਿਹਾ, ਤੁਸੀਂ ਵੀ ਨਿੰਦਿਆ ਕਰਦੇ ਹੋ, ਸਾਹਮਣੇ ਵਾਲਾ ਚੁਗਲੀ ਕਰਦਾ, ਤੁਸੀਂ ਵੀ ਚੁਗਲੀ ਕਰਦੇ ਹੋ, ਸਾਹਮਣੇ ਵਾਲਾ ਗਾਲ ਕੱਢਦਾ, ਤੁਸੀਂ ਵੀ ਗਾਲ ਕੱਢਦੇ ਹੋ, ਸਾਹਮਣੇ ਵਾਲਾ ਲੜਾਈ ਝਗੜਾ ਕਰਦਾ, ਤੁਸੀਂ ਵੀ ਲੜਾਈ ਝਗੜਾ ਕਰਦੇ ਹੋ, ਉਸ ਤੋਂ ਬਾਅਦ ਤੁਹਾਡੇ ਕੁਝ ਪੈ ਜਾਣ ਜਾਂ ਤੁਹਾਨੂੰ ਕੁਝ ਥਪੜਾ ਪਲੇਟ ਹੋ ਜਾਏ, ਉਸ ਤੋਂ ਬਾਅਦ ਤੁਸੀਂ ਕਹੋਗੇ ਇਸ ਦਾ ਮਸੀਹ ਕਰਕੇ ਖਾਧਾ ਕਰ। ਇੱਕ ਵਾਰ ਫਿਰ ਪੜ੍ਹੋ 20 ਨੂੰ ਕੀ ਲਿਖਿਆ? ਜੇ ਤੁਸੀਂ ਪਾਪ ਦੇ ਕਾਰਨ ਮੁੱਕੇ ਖਾ ਕੇ ਧੀਰਜ ਕਰੋ ਤਾਂ ਕੀ ਵਡਿਆਈ ਹੈ। ਫਿਰ ਕਿਹੜੀ ਵਡਿਆਈ ਹੈ? ਮਤਲਬ ਤੁਸੀਂ ਗਲਤੀ ਕਰ ਰਹੇ ਹੋ, ਉਸ ਤੋਂ ਬਾਅਦ ਤੁਹਾਡੇ ਨਾਲ ਇਦਾਂ ਹੋ ਰਿਹਾਗਾ, ਫਿਰ ਕਿਹੜੀ ਵਡਿਆਈ ਹੈ? ਇਹਦੇ ਵਿੱਚ ਫਿਰ ਵਡਿਆਈ ਨਹੀਂ ਹੈ। ਤੁਸੀਂ ਚੁੱਪ ਹੋ, ਸਾਹਮਣੇ ਵਾਲਾ ਤੁਹਾਡੀ ਨਿੰਦਿਆ ਕਰ ਰਿਹਾਗਾ, ਤੁਸੀਂ ਸ਼ਾਂਤ ਹੋ, ਸਾਹਮਣੇ ਵਾਲਾ ਤੁਹਾਡੇ ਨਾਲ ਵਿਰੋਧ ਕਰਦਾਗਾ, ਤੁਸੀਂ ਕੁਝ ਵੀ ਨਹੀਂ ਬੋਲ ਰਹੇ, ਸਾਹਮਣੇ ਵਾਲਾ ਤੁਹਾਡੇ ਉੱਪਰ ਝੂਠੀਆਂ ਮੁੱਠੀਆਂ ਗੱਲਾਂ ਲਗਾ ਰਿਹਾਗਾ, ਤੁਸੀਂ ਚੁੱਪ ਹੋ, ਫਿਰ ਤਾਂ ਵਡਿਆਈ ਹੈ। ਅਗਰ ਤੁਸੀਂ ਨਾਲ ਦੀ ਨਾਲ ਗੱਲ ਕਰ ਰਹੇ ਹੋ, ਅਗਰ ਨਾਲ ਦੀ ਨਾਲ ਤੁਸੀਂ ਕੁਝ ਕਰ ਰਹੇ ਹੋ, ਤਾਂ ਫਿਰ ਉਹ ਵੀ ਕੁਝ ਕਰ ਰਿਹਾ, ਤੁਸੀਂ ਵੀ ਕੁਝ ਕਰ ਰਹੇ ਹੋ, ਬਾਅਦ ਵਿੱਚ ਕੁਝ ਹੋ ਜਾਏ ਉਲਟਾ ਸਿੱਧਾ, ਫਿਰ ਕਿਉਂ ਇਸ ਤਾਂ ਯਿਸੂ ਮਸੀਹ ਨੂੰ ਮੰਨਦੇ ਆ, ਫਿਰ ਕੋਈ ਵਡਿਆਈ ਨਹੀਂ ਹੈ। ਕਿਉਂਕਿ ਲਿਖਿਆ ਫਿਰ ਅੱਗੇ, ਪਰ ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁੱਖ ਝੱਲ ਕੇ ਧੀਰਜ ਕਰੋ ਤਾਂ ਪਰਮੇਸ਼ਵਰ ਨੂੰ ਪ੍ਰਵਾਨ ਹੈ। ਦੇਖੋ ਜੇ ਤੁਸੀਂ ਸ਼ੁਭ ਕਰਮ ਨਾਲ ਚੰਗੇ ਕਰਮ ਕਰੋ, ਚੰਗੇ ਕਰਮ ਕਿਹੜੇ ਨੇ? ਜਿਹੜੇ ਮਸੀਹ ਵਾਲੇ ਕੰਮ ਨੇ, ਜਿਹੜਾ ਮਸੀਹ ਸਿਖਾਉਂਦਾਗਾ, ਅਗਰ ਉਹ ਕੰਮ ਕਰਕੇ ਤੁਸੀਂ ਦੁੱਖ ਸਹਿੰਦੇ ਹੋ,
ਅਗਰ ਉਹ ਕੰਮ ਕਰੋਗੇ ਤਾਂ ਪੱਕਾ ਤੁਹਾਡੇ ਜੀਵਨ 'ਚ ਦੁੱਖ ਆਏਗਾ ਹੀ ਆਏਗਾ। ਇੱਕ ਗੱਲ ਯਾਦ ਰੱਖੋ, ਅਗਰ ਉਹ ਕੰਮ ਨਹੀਂ ਕਰਦੇ ਫਿਰ ਦੁੱਖ ਨਹੀਂ ਆਉਣਾ। ਕਿਉਂ? ਫਿਰ ਤੁਸੀਂ ਬਰਾਬਰੀ ਕਰਨ ਵਾਲੇ ਹੋ। ਹੁਣ ਦੇਖੋ, ਇਹ ਜਿਹਨਾਂ ਲੋਕਾਂ ਨੇ, ਦੇਖੋ ਆਪਾਂ ਗੱਲ ਕਰੀ ਸੀ ਆਪਣੇ ਪੌਲਸ ਦੇ ਜੀਵਨ ਦੇ ਵਿੱਚ ਕਿੰਨਾ ਦੁੱਖ ਆਇਆ। ਪੌਲਸ ਦੇ ਜੀਵਨ ਦੇ ਵਿੱਚ ਕਿੰਨਾ ਦੁੱਖ ਆਇਆ। ਮੂਸਾ ਦੇ ਜੀਵਨ ਦੇ ਵਿੱਚ ਕਿੰਨਾ ਕੁਝ ਸਹਿਣ ਕਰਨਾ ਪਿਆ। ਅਬਰਾਹਮ ਹੋ ਗਿਆ, ਇਸਹਾਕ ਹੋ ਗਿਆ, ਯਾਕੂਬ, ਇਹਨਾਂ ਨੇ ਕਿੰਨਾ ਕੁਝ ਦੇਖਿਆ। ਲੇਕਿਨ ਸਹੀ ਦੇ ਵਿੱਚ ਇਹਨਾਂ ਨੇ ਕੀ ਹੈ? ਪਰਮੇਸ਼ਵਰ ਵਿੱਚ ਬਣੇ ਰਹੇ। ਪਰਮੇਸ਼ਵਰ ਦੇ ਵਿੱਚ ਇਹ ਲੋਕ ਬਣੇ ਰਹੇ। ਲੇਕਿਨ ਕਹਿਣ ਦਾ ਮਤਲਬ ਕੀ ਹੈ ਕਿ ਅਗਰ ਅਸੀਂ ਧੀਰਜ ਰੱਖਦੇ ਹਾਂ, ਅਗਰ ਅਸੀਂ ਪਰਮੇਸ਼ਵਰ ਦੇ ਕੰਮ ਕਰਦੇ ਹਾਂ, ਉਸ ਤੋਂ ਬਾਅਦ ਸਾਡਾ ਨਾਲ ਹੁੰਦਾ ਗਾ, ਤਾਂ ਫਿਰ ਉਹਦਾ ਸਾਨੂੰ ਫਲ ਮਿਲਦਾ ਗਾ। ਉਹਦਾ ਸਾਨੂੰ ਕੀ ਮਿਲਦਾ ਗਾ? ਫਲ ਮਿਲਦਾ ਗਾ। ਔਰ ਫਿਰ ਪੜ੍ਹੋਗੇ ਕੀ ਲਿਖਿਆ ਗਿਆ? ਕਿਉਂ ਜੋ ਤੁਸੀਂ ਇਸੇ ਕਾਰਨ ਸੱਦੇ ਗਏ ਹੋ। ਪਰਮੇਸ਼ਵਰ ਨੇ ਸਾਨੂੰ ਬੁਲਾਇਆ ਇਸੇ ਲਈ ਹੈ। ਦੇਖੋ ਕਿੱਡੀ ਵੱਡੀ ਗੱਲ ਹੈ। ਕਾਹਦੇ ਲਈ ਬੁਲਾਇਆ ਗਾ? ਕਿ ਤੁਹਾਡੀ ਨਿੰਦਿਆ ਹੋਵੇ, ਤੁਹਾਡੀ ਨਿੰਦਿਆ ਹੋਵੇ, ਔਰ ਤੁਹਾਡੇ ਲੋਕ ਖਿਲਾਫ ਹੋਣ, ਤੁਹਾਨੂੰ ਝੂਠੀਆਂ ਮੂਠੀਆਂ ਗੱਲਾਂ ਸੁਣਨੀਆਂ ਪੈਣ, ਆ ਤੁਹਾਨੂੰ ਸਹਿਣ ਕਰਨੀਆਂ ਪੈਣ। ਇਹ ਸਾਰੀਆਂ ਗੱਲਾਂ ਤੁਹਾਡੇ ਉੱਪਰ ਹੋਣ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਬੁਲਾਇਆ ਇਸੇ ਲਈ ਹੈ ਕਿ ਤੁਸੀਂ ਇਸ ਲਈ ਆਓ। ਪ੍ਰਭੂ ਯਿਸੂ ਮਸੀਹ ਨੇ ਇਸ ਲਈ ਨਹੀਂ ਬੁਲਾਇਆ ਕਿ ਮੈਂ ਤੁਹਾਨੂੰ ਆਸ਼ੀਸ਼ ਦੇਣ ਵਾਲਾਂਗਾ। ਪਰਮੇਸ਼ਵਰ ਨੇ ਇਸ ਲਈ ਨਹੀਂ ਕਿਹਾ ਕਿ ਮੈਂ ਤੁਹਾਨੂੰ ਚੰਗੀ ਗੱਡੀ ਦੇ ਦਾਂਗਾ, ਚੰਗਾ ਬੈਂਕ ਬੈਲੈਂਸ ਹੋ ਜਾਏਗਾ, ਚੰਗੇ ਕੱਪੜੇ ਪਾਓਗੇ, ਚੰਗੀਆਂ ਕੋਠੀਆਂ ਵਿੱਚ ਰਹੋਗੇ, ਜਾਂ ਸੋਨਾ ਚਾਂਦੀ ਮਿਲ ਜਾਏਗਾ। ਇਸ ਲਈ ਨਹੀਂ। ਪ੍ਰਭੂ ਯਿਸੂ ਮਸੀਹ ਨੇ ਬੁਲਾਇਆ ਤੁਹਾਡੀ ਨਿੰਦਿਆ ਹੋਵੇ। ਤੇ ਸੰਤ ਮੂਸਾ ਨਾਲ ਕੀ ਹੋਇਆ? ਉਹਦੀ ਨਿੰਦਿਆ ਹੋਈ, ਉਸਨੇ ਨਿੰਦਿਆ ਸਹਿਣ ਕੀਤੀ ਕਿ ਚਾਹੇ ਮੈਨੂੰ ਖਜ਼ਾਨੇ, ਮੈਂ ਨਹੀਂ ਲੈਂਦਾ ਖਜ਼ਾਨੇ, ਮੈਂ ਖਜ਼ਾਨੇ ਲੈ ਕੇ ਕੀ ਕਰਨਾ ਇਸ ਧਰਤੀ ਉੱਪਰ, ਅਗਰ ਮੈਨੂੰ ਸਵਰਗ ਨਹੀਂ ਮਿਲਦਾ ਪਿਆ। ਉਸਨੇ ਕੀ ਕੀਤਾ? ਨਿੰਦਿਆ ਸਹਿਣ ਕੀਤੀ। ਉਸਨੇ ਨਿੰਦਿਆ ਨੂੰ ਪਸੰਦ ਕੀਤਾ। ਮੇਰੀ ਨਿੰਦਿਆ ਹੋਣ ਦੇਵੇ, ਲੇਕਿਨ ਕਿੰਨੇ ਟਾਈਮ ਵਾਸਤੇ ਹੋਊਗੀ? ਕਿੰਨੇ ਟਾਈਮ ਵਾਸਤੇ? ਕੁਛ ਟਾਈਮ ਵਾਸਤੇ। ਉਸ ਤੋਂ ਬਾਅਦ ਮੈਂ ਤਾਂ ਮਰ ਜਾਊਂਗਾ, ਲੇਕਿਨ ਮਰਨ ਤੋਂ ਬਾਅਦ ਮੈਂ ਕਿੱਥੇ ਚਲਾ ਜਾਊਂਗਾ? ਮੈਂ ਸਵਰਗ ਵਿੱਚ ਚਲਾ ਜਾਊਂਗਾ। ਲਾਜ਼ਰ ਨਾਲ ਵੀ ਇਹ ਕੰਮ ਸੀਗਾ। ਲਾਜ਼ਰ ਨੂੰ ਦੇਖਿਆ, ਹੁਣ ਕੀ ਹੈ? ਕੋਈ ਗੱਲ ਨਹੀਂ, ਕਿੰਨਾ ਜੀਵਨ ਮੇਰਾ? 70 ਸਾਲ, 80 ਸਾਲ, 100 ਸਾਲ, 20 ਸਾਲ, ਇੰਨਾ ਹੀ ਹੋਊਗਾ। ਕੋਈ ਗੱਲ ਨਹੀਂ, ਇਸ ਤਰ੍ਹਾਂ ਹੀ ਖਤਮ ਹੋ ਜੂ ਮੈਂ, ਲੇਕਿਨ ਪਰਮੇਸ਼ਵਰ ਨੂੰ ਨਹੀਂ ਛੱਡਣਾ ਮੈਂ। ਉਸ ਤੋਂ ਬਾਅਦ ਬਾਈਬਲ ਵਿੱਚ ਪੜ੍ਹਿਆ ਆਪਾਂ ਨੇ, ਕਈ ਵਾਰ ਸੁਣਿਆ ਵੀ ਹੈ, ਲਾਜ਼ਰ ਕਿੱਥੇ ਗਿਆ? ਅਬਰਾਹਮ ਦੀ ਗੋਦ ਦੇ ਵਿੱਚ। ਅਬਰਾਹਮ ਦੀ ਗੋਦ ਦੇ ਵਿੱਚ। ਪੜ੍ਹੋ ਜੀ ਇੱਕ ਵਾਰ ਫਿਰ 21। ਕਿਉਂ ਜੋ ਤੁਸੀਂ ਇਸੇ ਕਾਰਨ ਹੀ ਸੱਦੇ ਗਏ ਹੋ। ਦੇਖੋ, ਇਸੇ ਲਈ ਪਰਮੇਸ਼ਵਰ ਨੇ ਸਾਨੂੰ ਬੁਲਾਇਆ ਗਾ ਕਿ ਸਾਡੀ ਨਿੰਦਿਆ ਹੋਵੇ। ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ। ਸਾਨੂੰ ਦੁੱਖ ਮਿਲੇ, ਅਸੀਂ ਕਿਸੇ ਨੂੰ ਦੁੱਖ ਨਹੀਂ ਦੇਣਾ, ਉਹ ਚਾਹੇ ਕੋਈ ਵੀ ਹੋ ਸਕਦਾ ਗਾ। ਫਿਰ ਇਸ ਲਈ ਜੋ ਮਸੀਹ ਨੇ ਵੀ ਤੁਹਾਡੇ ਲਈ ਦੁੱਖ ਝੱਲ ਕੇ, ਦੇਖੋ ਮਸੀਹ ਨੇ ਸਾਡੇ ਲਈ ਦੁੱਖ ਝੱਲ ਕੇ ਕੀ ਹੈ? ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ। ਨਮੂਨਾ ਸਾਡੇ ਲਈ ਛੱਡ ਦਿੱਤਾ। ਫਿਰ ਭਈ ਤੁਸੀਂ ਵੀ ਉਹਦੀ ਪੈੜ ਤੇ ਤੁਰੋ। ਉਹਦੀ ਪੈੜ ਉੱਪਰ ਤੁਰੋ। ਫਿਰ ਅੱਗੇ, ਉਹਨੇ ਕੋਈ ਪਾਪ ਨਹੀਂ ਕੀਤਾ। ਦੇਖੋ ਪ੍ਰਭੂ ਯਿਸੂ ਮਸੀਹ ਨੇ ਕੋਈ ਪਾਪ ਨਹੀਂ ਕੀਤਾ। ਹੁਣ ਦੇਖੋ, ਜਿੰਨਾ ਕੁਛ ਯਿਸੂ ਮਸੀਹ ਦੇ ਨਾਲ ਹੋਇਆ, ਔਰ ਜਿੰਨਾ ਕੁਛ ਸੰਤ ਪੌਲਸ ਦੇ ਨਾਲ ਹੋਇਆ, ਔਰ ਜਿੰਨਾ ਮੂਸਾ ਦੇ ਨਾਲ ਹੋਇਆ, ਉਹ ਮੂਸਾ ਤੋਂ ਉਹਨਾਂ ਲੋਕਾਂ ਨੂੰ ਕੱਢ ਕੇ ਬਾਹਰ ਲੈ ਕੇ ਆਇਆ ਸੀਗਾ। ਜਿੰਨਾ ਕੁਛ ਇਹਨਾਂ ਦੇ ਨਾਲ ਹੋਇਆ, ਕਿ ਸਾਡੇ ਨਾਲ ਕਦੇ ਹੋਇਆ? ਸਾਡਾ ਇੰਨਾ ਕੁਛ ਤਾਂ ਹੋਇਆ ਵੀ ਨਹੀਂ। ਯਿਸੂ ਮਸੀਹ ਦੇ ਸਰੀਰ ਦੇ ਉੱਪਰ ਕੋੜਿਆਂ ਦੀ ਮਾਰ, ਸਿਰ ਦੇ ਉੱਪਰ ਕੰਡਿਆਂ ਦਾ ਤਾਜ, ਹੱਥਾਂ ਪੈਰਾਂ ਦੇ ਵਿੱਚ ਕਿੱਲਰ ਠੋਕੇ ਗਏ, ਥੁੱਕਿਆ ਗਿਆ, ਚਪੇੜਾਂ ਮਾਰੀਆਂ ਗਈਆਂ, ਦਾੜੀ ਪੁੱਟੀ ਗਈ। ਇੰਨਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਲ ਹੋਇਆ, ਲੇਕਿਨ ਸਾਡੇ ਨਾਲ ਇੰਨਾ ਕੁਛ ਤਾਂ ਹੋਇਆ ਵੀ ਨਹੀਂ। ਇੰਨਾ ਕੁਛ ਸਾਡੇ ਨਾਲ ਹੋਇਆ ਨਹੀਂ, ਲੇਕਿਨ ਉਹਦੇ ਲਈ ਕੀ ਲਿਖਿਆ ਗਾ? ਕਿ ਉਹਨੇ ਕੋਈ ਪਾਪ ਨਹੀਂ ਕੀਤਾ। ਪਾਪ ਨਹੀਂ ਕੀਤਾ ਮਤਲਬ ਪ੍ਰਭੂ ਯਿਸੂ ਮਸੀਹ ਮੂੰਹ ਦੇ ਵਿੱਚ ਕੁਛ ਵੀ ਬੋਲ ਸਕਦੇ ਸੀਗੇ, ਕਿਸ ਨੂੰ ਸ਼ਰਾਪ ਦੇ ਸਕਦੇ ਸੀਗੇ, ਕਿਸ ਨੂੰ ਦੁਰਸੀਸ ਦੇ ਸਕਦੇ ਸੀਗੇ, ਜਾਂ ਕਿਸ ਦੀ ਨਿੰਦਿਆ ਕਰ ਸਕਦੇ ਸੀ, ਜਾਂ ਕਿਸੇ ਬਾਰੇ ਕੁਝ ਵੀ ਕਹਿ ਸਕਦੇ ਸੀਗੇ। ਉਹ ਤਾਂ ਸਾਰਿਆਂ ਨੂੰ ਜਾਣਦੇ ਸੀਗੇ, ਉਹ ਤਾਂ ਸਾਰਿਆਂ ਦਾ ਪਾਪ ਜਾਣਦੇ ਸੀਗੇ, ਲੇਕਿਨ ਪ੍ਰਭੂ ਯਿਸੂ ਮਸੀਹ ਬਿਲਕੁਲ ਚੁੱਪ ਰਹੇ। ਚੁੱਪ ਰਹੇ, ਕਿਸੇ ਲਈ ਕੋਈ ਸ਼ਬਦ ਨਹੀਂ ਬੋਲਿਆ। ਪ੍ਰਭੂ ਯਿਸੂ ਮਸੀਹ ਇਨਸਾਨ ਦੇ ਮਨ ਦੀ ਗੱਲ ਜਾਣਦੇ ਸੀਗੇ, ਜਾਣਦੇ ਸੀ ਸਾਰੀ। ਹੁਣ ਸਾਮਰੀ ਔਰਤ ਦੇ ਬਾਰੇ ਚੰਗੀ ਤਰ੍ਹਾਂ ਯਿਸੂ ਮਸੀਹ ਜਾਣਦੇ ਸੀਗੇ, ਲੇਕਿਨ ਯਿਸੂ ਮਸੀਹ ਨੇ ਕਿਸੇ ਨੂੰ ਦੱਸਿਆ ਨਹੀਂ? ਦੱਸਿਆ। ਪਤਰਸ ਪਾਣੀ ਉੱਪਰ ਚੱਲਦਾ ਚੱਲਦਾ ਡੁੱਬਿਆ, ਲੇਕਿਨ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਕਿਸੇ ਨੂੰ? ਆਪਣੇ ਚੇਲਿਆਂ ਨੂੰ ਵੀ ਦੇਖੋ ਪਤਰਸ ਦਾ ਕਿੱਡਾ ਵਿਸ਼ਵਾਸੀ ਬਣਦਾ ਸੀਗਾ, ਇਸ ਨੇ ਪਾਣੀ ਉੱਪਰ ਚੱਲਣ ਦਾ ਕਿੱਡਾ ਦਾਅਵਾ ਕੀਤਾ, ਲੇਕਿਨ ਡੁੱਬ ਗਿਆ। ਦੱਸਿਆ ਕਿਸੇ ਨੂੰ? ਨਹੀਂ ਦੱਸਿਆ। ਯਹੂਦਾ ਇਸਕਰਿਓਤੀ ਚੋਰ ਸੀਗਾ, ਚੇਲੇ ਨਹੀਂ ਜਾਣਦੇ ਸੀਗੇ, ਪ੍ਰਭੂ ਯਿਸੂ ਮਸੀਹ ਜਾਣਦਾ ਸੀਗਾ। ਪ੍ਰਭੂ ਯਿਸੂ ਮਸੀਹ ਨੇ ਕਿਸੇ ਨੂੰ ਦੱਸਿਆ? ਨਹੀਂ ਦੱਸਿਆ। ਇਹਦਾ ਮਤਲਬ ਯਿਸੂ ਮਸੀਹ ਨੇ ਕੋਈ ਵੀ ਪਾਪ ਨਹੀਂ ਕੀਤਾ, ਆਪਣਾ ਮੂੰਹ ਬੰਦ ਰੱਖਿਆ। ਫਿਰ ਕੀ ਲਿਖਿਆ ਜੀ? ਉਹਨੇ ਕੋਈ ਪਾਪ ਨਹੀਂ ਕੀਤਾ, ਨਾ ਉਹਦੇ ਮੂੰਹ ਵਿੱਚੋਂ ਕੋਈ ਵਲ ਛਲ ਵਾਲੀ ਗੱਲ ਨਿਕਲੀ। ਦੇਖੋ, ਉਹਦੇ ਮੂੰਹ ਵਿੱਚੋਂ ਕੋਈ ਐਸੀ ਗੱਲ ਨਿਕਲੀ ਵੀ ਨਹੀਂ। ਕਿੰਨੀ ਵੱਡੀ ਗੱਲ ਹੈ ਪਰਮੇਸ਼ਵਰ ਦੇ। ਅਰਸੇ ਦੇ ਵਿੱਚ ਪਰਮੇਸ਼ਵਰ ਨੇ ਸਾਨੂੰ ਇਸ ਲਈ ਬੁਲਾਇਆ ਗਾ, ਇਸ ਲਈ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਬੁਲਾਇਆ ਗਾ ਕਿ ਸਾਡੀ ਨਿੰਦਿਆ ਹੋਵੇ, ਲੋਕ ਸਾਡੇ ਉੱਪਰ ਝੂਠੀਆਂ ਮੂਠੀਆਂ ਗੱਲਾਂ ਲਗਾਉਣ। ਅਸੀਂ ਚਾਹੇ ਜਿੰਨੇ ਮਰਜ਼ੀ ਸੱਚੇ ਹਾਂ, ਲੋਕੀ ਸਾਡੇ ਉੱਪਰ ਚਾਹੇ ਜੋ ਵੀ ਕਹਿਣ, ਉਹਨਾਂ ਨੂੰ ਕਹਿਣ ਦਿਓ, ਲੇਕਿਨ ਆਪਾਂ ਕੀ ਕਰਨਾ? ਆਪਾਂ ਚੁੱਪ ਰਹਿਣਾ। ਕਰਕੇ ਪੜ੍ਹੋ ਬਾਈਬਲ ਦੇ ਵਿੱਚ।
ਉਹ ਗਾਲਾਂ ਖਾ ਕੇ ਗਾਲ ਨਾ ਦਿੰਦਾ ਸੀ। ਦੇਖੋ ਪ੍ਰਭੂ ਯਿਸੂ ਨੂੰ ਗਾਲਾਂ ਮਿਲੀਆਂ, ਲੇਕਿਨ ਪ੍ਰਭੂ ਯਿਸੂ ਨੇ ਕਿਸ ਨੂੰ ਗਾਲ ਕੱਢੀ? ਨਹੀਂ ਗਾਲ ਕੱਢੀ। ਅੱਜ ਦੇ ਵਿਸ਼ਵਾਸੀ ਲੋਕ ਦੇਖੋ, ਇੱਕ ਸੁਣਾਓ ਸਾਹਮਣੇ ਤੋਂ 4 ਦੇ ਦਿੰਦੇ ਨੇ, ਜੇ 4 ਨਹੀਂ ਤਾਂ 3 ਤਾਂ ਕਿੱਥੇ ਗਈਆਂ ਹੀ ਨਹੀਂ, 3 ਨਹੀਂ ਤਾਂ 2 ਤਾਂ ਹੈ ਹੀ ਨਹੀਂ, ਇੱਕ ਤਾਂ ਪੱਕੀ ਹੈਗੀ, ਇੱਕ ਤਾਂ ਵੱਟ ਤੇ ਹੈ ਹੀ ਹੈ। ਲੇਕਿਨ ਪ੍ਰਭੂ ਯਿਸੂ ਨੇ ਬੁਲਾਇਆ ਕਾਹਦੇ ਲਈ? ਆਪਣੇ ਸਾਨੂੰ ਕਾਹਦੇ ਲਈ ਬੁਲਾਇਆ ਪ੍ਰਭੂ ਯਿਸੂ? ਇਸ ਲਈ ਬੁਲਾਇਆ ਹੈਗਾ ਕਿ ਇਹ ਚੀਜ਼ਾਂ ਨੂੰ ਸਹਿਣ ਕਰੋ, ਇਹ ਚੀਜ਼ਾਂ ਨੂੰ ਸਹਿਣ ਕਰੋ, ਕਿਉਂਕਿ ਸਮਾਂ ਕਿਹੜਾ ਚੱਲਦਾ ਹੈਗਾ। ਇਹ ਚੀਜ਼ ਨੂੰ ਆਪਾਂ ਜਾਣਦੇ ਹਾਂ, ਇਹ ਚੀਜ਼ ਨੂੰ ਆਪਾਂ ਲੋਕ ਜਾਣਦੇ, ਲੇਕਿਨ ਦੂਜੇ ਲੋਕ ਨਹੀਂ ਜਾਣਦੇ। ਪਰ ਉਹ ਇੱਕ ਵਾਰ ਫਿਰ ਉਹ ਗਾਲੀਆਂ ਖਾ ਕੇ ਗਾਲ ਨਾ ਦਿੰਦਾ ਸੀ ਅਤੇ ਦੁੱਖ ਪਾ ਕੇ ਸਰਾਪ ਨਾ ਦਿੰਦਾ ਸੀ। ਦੁੱਖ ਪਾ ਕੇ ਸਰਾਪ ਨਾ ਦਿੰਦਾ ਸੀਗਾ, ਸਗੋਂ ਆਪਣੇ ਆਪ ਨੂੰ ਉਹਦੇ ਹੱਥ ਸੌਂਪਦਾ ਸੀ ਜਿਹੜਾ ਪੱਕਾ ਨਿਉ ਕਰਦਾ ਹੈ। ਦੇਖੋ ਕਿੱਡੀ ਵੱਡੀ ਗੱਲ ਲਿਖੀ ਪ੍ਰਭੂ ਯਿਸੂ ਮਸੀਹ ਬਾਰੇ। ਮਤਲਬ ਪ੍ਰਭੂ ਯਿਸੂ ਮਸੀਹ ਨੇ ਦੁੱਖ ਵੀ ਸਹਿਣ ਕੀਤਾ, ਲੇਕਿਨ ਆਪਣੇ ਮੂੰਹ ਦੇ ਵਿੱਚੋਂ ਕਿਸੇ ਲਈ ਕੋਈ ਵੀ ਸ਼ਬਦ ਨਹੀਂ ਬੋਲਿਆ, ਕਿਸੇ ਲਈ ਕੋਈ ਵੀ ਸ਼ਬਦ ਨਹੀਂ ਬੋਲਿਆ। ਹੁਣ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਵੀ ਤਾਂ ਉਸ ਲਈ ਬੁਲਾਇਆ ਹੈਗਾ, ਲੇਕਿਨ ਅੱਜ ਜ਼ਿਆਦਾਤਰ ਲੋਕ ਯਿਸੂ ਮਸੀਹ ਕਾਹਦੇ ਲਈ ਆਉਂਦੇ ਨੇ ਕਿ ਪ੍ਰਭੂ ਯਿਸੂ ਮਸੀਹ ਆਸ਼ੀਸ਼ ਦੇਊਗਾ, ਪ੍ਰਭੂ ਯਿਸੂ ਮਸੀਹ ਬਰਕਤਾਂ ਦੇਊਗਾ, ਯਿਸੂ ਮਸੀਹ ਇਹ ਕਰੇਗਾ, ਯਿਸੂ ਮਸੀਹ ਉਹ ਕਰੇਗਾ। ਲੇਕਿਨ ਜਿਹੜੀ ਗੱਲ ਪ੍ਰਭੂ ਯਿਸੂ ਮਸੀਹ ਇਨਸਾਨ ਦੇ ਜੀਵਨ ਦੇ ਵਿੱਚ ਦੇਖਣਾ ਚਾਹੁੰਦੇ ਨੇ, ਉਸ ਗੱਲ ਵੱਲ ਕੋਈ ਵੀ ਕਿਸੇ ਦਾ ਧਿਆਨ ਨਹੀਂ, ਕਿਸੇ ਦਾ ਧਿਆਨ ਨਹੀਂ ਹੈ। ਸਾਰੇ ਬੋਲੋ ਹਾਲੇਲੂਇਆ, 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 ਹਾਲੇਲੂਇਆ। ਹਾਂ, ਤੇ ਸਹੀ ਦੇ ਵਿੱਚ ਜੋ ਸਾਡੇ ਪਰਮੇਸ਼ਵਰ ਨੇ ਉਹ ਬਹੁਤ ਹੀ ਮਹਾਨ ਪਰਮੇਸ਼ਵਰ ਨੇ। ਔਰ ਸਹੀ ਦੇ ਵਿੱਚ ਦੇਖੋ ਜਿੰਨੇ ਵੀ ਦਾਸ ਲੋਕ, ਜਿੰਨੇ ਵੀ ਸੇਵਕ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲ ਆਏ, ਲੇਕਿਨ ਸਹੀ ਦੇ ਵਿੱਚ ਉਹ ਸਾਰੇ ਲੋਕਾਂ ਦਾ ਜੀਵਨ ਦੇਖੋ, ਉਹਨਾਂ ਨੂੰ ਇਸ ਧਰਤੀ ਉੱਪਰ ਕੁਛ ਵੀ ਨਹੀਂ ਮਿਲਿਆ, ਉਹਨਾਂ ਨੂੰ ਇਸ ਧਰਤੀ ਉੱਪਰ ਕੁਛ ਵੀ ਨਹੀਂ ਮਿਲਿਆ ਸਿਵਾਏ ਦੁੱਖ, ਨਿੰਦਿਆ ਤੋਂ, ਸਿਵਾਏ ਦੁੱਖ ਤੋਂ, ਸਿਵਾਏ ਝੂਠ ਮੂਠੀਆਂ ਗੱਲਾਂ ਤੋਂ। ਲੇਕਿਨ ਅਬਰਾਹਮ ਦੇ ਨਾਲ ਤਾਂ ਪਰਮੇਸ਼ਵਰ ਨੇ ਵਾਅਦਾ ਕੀਤਾ ਸੀਗਾ, ਇਸਹਾਕ ਨਾਲ ਤਾਂ ਪਰਮੇਸ਼ਵਰ ਨੇ ਵਾਅਦਾ ਕੀਤਾ ਸੀਗਾ, ਯਾਕੂਬ ਨਾਲ ਪਰਮੇਸ਼ਵਰ ਨੇ ਵਾਅਦਾ ਕੀਤਾ ਸੀਗਾ, ਲੇਕਿਨ ਜਿਹੜਾ ਵਾਅਦਾ ਕੀਤਾ ਸੀਗਾ ਉਹ ਵੀ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਪੂਰਾ ਨਹੀਂ ਹੋਇਆ। ਔਰ ਲਿਖਿਆ ਗਾ ਕਿ ਉਸੇ ਵਿਸ਼ਵਾਸ ਦੇ ਵਿੱਚ ਉਹ ਮਰ ਗਏ। ਅੱਜ ਇਨਸਾਨ ਮਹੀਨਾ ਦੇਖਦਾ ਗਾ ਮਸੀਹ ਨੂੰ, 2 ਮਹੀਨੇ ਦੇਖਦਾ ਗਾ, 3 ਮਹੀਨੇ ਦੇਖਦਾ ਗਾ, ਔਰ ਫਿਰ ਇਨਸਾਨ ਕੀ ਹੈ, ਪਿੱਛੇ ਚਲਾ ਜਾਂਦਾ ਗਾ। ਲੈ ਅਸੀਂ ਜਿਹੜੇ ਕੰਮ ਲਈ ਯਿਸੂ ਮਸੀਹ ਨੂੰ ਮੰਨਿਆ, ਸਾਡੇ ਜੀਵਨ 'ਚ ਕੰਮ ਤਾਂ ਹੋਇਆ ਨਹੀਂ। ਸਹੀ ਦੇ ਵਿੱਚ ਸਾਡੇ ਪਰਮੇਸ਼ਵਰ ਨੇ ਜੋ ਉਹ ਇਹੀ ਚਾਹੁੰਦੇ ਨੇ ਕਿ ਇਨਸਾਨ ਹੈ ਜੋ ਉਹ ਪਰਮੇਸ਼ਵਰ ਦੇ ਕੋਲ ਸਹੀ ਤਰ੍ਹਾਂ ਆ ਜਾਏ, ਸਹੀ ਤਰ੍ਹਾਂ ਆ ਜਾਏ। ਦੇਖੋ ਸੰਤ ਪੌਲੁਸ ਦੇ ਜੀਵਨ ਦੇ ਵਿੱਚ ਕਿੰਨਾ ਦੁੱਖ, ਮੂਸਾ ਦੇ ਜੀਵਨ ਦੇ ਵਿੱਚ ਕਿੰਨਾ ਦੁੱਖ, ਲੇਕਿਨ ਮੂਸਾ ਨੇ ਕਦੇ ਵੀ ਪਰਮੇਸ਼ਵਰ ਨੂੰ ਸ਼ਿਕਾਇਤ ਨਹੀਂ ਕੀਤੀ। ਇਹ ਪਰਮੇਸ਼ਵਰ ਕੈਸੇ ਲੋਕ ਦੇ ਥੇ। ਇੱਕ ਵਾਰ ਤਾਂ ਪਰਮੇਸ਼ਵਰ ਦਾ ਕ੍ਰੋਧ ਭੜਕ ਗਿਆ, ਇਹ ਮੂਸਾ ਮੈਂ ਇਹਨਾਂ ਲੋਕਾਂ ਨੂੰ ਖਤਮ ਕਰ ਦਿੰਦਾ, ਤੇਰੇ ਤੋਂ ਨਵੀਂ ਕੌਮ ਪੈਦਾ ਕਰ ਦਿੰਦਾਗਾ। ਮੂਸਾ ਕਹਿੰਦਾ ਨਹੀਂ ਪਰਮੇਸ਼ਵਰ, ਇਹ ਜੈਸੇ ਵੀ ਨੇ ਚੰਗੇ ਨੇ, ਇਹਨਾਂ ਨੂੰ ਕੱਢ ਕੇ ਲੈ ਗਿਆ ਮਿਸਰ ਦੇ ਵਿੱਚੋਂ, ਇਹਨਾਂ ਨੂੰ ਉੱਥੇ ਹੀ ਪਹੁੰਚਾ। ਦੇਖੋ ਕਿੰਨਾ ਪਿਆਰ ਮੂਸਾ ਦਾ, ਪਤਾ ਸੀਗਾ ਮੂਸਾ ਨੂੰ ਇਹ ਮੇਰੇ ਖਿਲਾਫ ਬੋਲਦੇ ਨੇ, ਇਹ ਮੈਨੂੰ ਅਗਰ ਪਾਣੀ ਨਹੀਂ ਦਿੰਦਾ ਮੈਂ ਇਹਨਾਂ ਨੂੰ, ਮੇਰੇ ਪੱਥਰ ਚੱਕ ਲੈਂਦੇ ਨੇ, ਇਹਦਾ ਮੈਨੂੰ ਮਾਰਨ ਦੇ ਲਈ ਤਿਆਰ ਹੋ ਜਾਂਦੇ ਨੇ। ਲੇਕਿਨ ਮੂਸਾ ਦੇਖੋ ਜਾਣਦਾ ਸੀਗਾ ਕਿ ਨਹੀਂ, ਮੂਸਾ ਨੇ ਦੁੱਖ ਸਹਿਣ ਕੀਤਾ ਉਹਨਾਂ ਦੇ ਲਈ। ਫਿਰ ਪੌਲੁਸ ਨੂੰ ਫੜ ਕੇ ਲੋਕ ਘੜੀਸ ਕੇ ਬਾਹਰ ਲੈ ਗਏ ਸੀਗੇ, ਮਰਿਆ ਹੋਇਆ ਸਮਝ ਕੇ, ਪੱਥਰਾਂ ਦੇ ਨਾਲ ਮਾਰਿਆ ਉਸਨੂੰ। ਦੇਖੋ ਉਸਨੂੰ ਦੁੱਖ ਮਿਲਿਆ। ਇਸਤੀਫਾਨ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਗਿਆ, ਉਸਨੂੰ ਦੁੱਖ ਮਿਲਿਆ। ਮਤਲਬ ਅਬਰਾਹਮ ਨਾਲ, ਇਸਹਾਕ ਨਾਲ, ਯਾਕੂਬ ਦੇ ਨਾਲ ਜੋ ਜੋ ਪਰਮੇਸ਼ਵਰ ਨੇ ਵਾਅਦਾ ਕੀਤਾ, ਉਹ ਵਾਅਦਾ ਉਹਨਾਂ ਨੂੰ ਪੂਰਾ ਹੋਇਆ ਨਹੀਂ ਜੀਵਨ ਦੇ ਵਿੱਚ। ਉਸ ਧਰਤੀ ਉੱਪਰ ਰਹੇ ਤਾਂ ਰਹੇ, ਲੇਕਿਨ ਤੰਬੂ ਬਣਾ ਕੇ ਰਹੇ। ਸੰਤ ਪੌਲੁਸ ਏਡਾ ਵੱਡਾ ਦਾਸ ਪਰਮੇਸ਼ਵਰ ਦਾ ਕਿਰਾਏ ਦੇ ਘਰਾਂ ਵਿੱਚ ਰਹਿ ਕੇ ਗੁਜ਼ਾਰਾ ਕਰਦਾ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਇਸ ਪਰਿਵਾਰ ਨੂੰ ਘਰ ਦੀ ਜ਼ਰੂਰਤ ਹੈ, ਜਾਂ ਮੈਂ ਇਹ ਨਹੀਂ ਕਹਿੰਦਾ ਇਸ ਪਰਿਵਾਰ ਨੂੰ ਘਰ ਦੀ ਜ਼ਰੂਰਤ ਨਹੀਂ ਹੈ, ਮੇਰਾ ਉਹ ਮੈਟਰ ਨਹੀਂ ਹੈ। ਮੈਂ ਜੋ ਦੱਸਣਾ ਚਾਹੁੰਦਾ ਵੀ ਪਰਮੇਸ਼ਵਰ ਦਾ ਜੋ ਵਚਨ ਹੈ ਉਹ ਕੀ ਹੈ। ਅਗਰ ਮਸੀਹ ਵਿੱਚ ਚੱਲ ਰਹੇ ਹਾਂ ਤਾਂ ਕਾਰਨ ਕੀ ਹੈ ਕਿ ਮਤਲਬ ਮਸੀਹ ਦੇ ਵਿੱਚ ਚੱਲਦੇ ਨੂੰ ਸਾਨੂੰ ਦੁੱਖ ਮਿਲਣਾ ਹੀ ਮਿਲਦਾਗਾ। ਲੇਕਿਨ ਇਹ ਦੁੱਖ ਹੈ ਕਿੰਨੇ ਟਾਈਮ ਦਾ? ਕੌਣ ਕਹਿੰਦਾ ਥੋੜੇ ਸਮੇਂ ਦਾ? ਇਹ ਉੱਥੇ ਤੱਕ ਹੈ, ਅੰਤ ਤੱਕ, ਜਦ ਇਨਸਾਨ ਮਰਦਾ ਨਹੀਂ। ਸਹੀ ਬਾਤ ਹੈ, ਜਦ ਮਰ ਗਿਆ ਥੋੜਾ ਸਮੇਂ, ਥੋੜੇ ਟਾਈਮ ਬਾਅਦ ਮਰ ਜਾਣਾਗਾ। ਇਸਤੀਫਾਨ ਦਾ ਦੁੱਖ ਕਿੰਨਾ ਕੁ ਸੀਗਾ? ਥੋੜੇ ਟਾਈਮ ਦਾ ਸੀਗਾ, ਥੋੜੇ ਟਾਈਮ ਦਾ। ਸਹੀ ਬਾਤ ਹੈ, ਕਿਉਂਕਿ ਆਪਾਂ ਜੋ ਵਚਨ ਪੜ੍ਹਿਆ ਅੱਜ, ਆਪਾਂ ਪੜ੍ਹਿਆ ਦੂਜਾ ਕਰੰਥੀਆ ਉਹਦਾ 4 ਅਧਿਆਇ, ਆਪਾਂ ਪੜ੍ਹਿਆ 16, 17, 18, ਆਪਾਂ ਫਿਰ ਪੜਾਂਗੇ ਉਹਦੇ 16 ਤੋਂ। ਧਿਆਨ ਨਾਲ ਪੜ੍ਹਿਓ। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ। ਹਾਂਜੀ, ਹਾਂ, ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ। ਦੇਖੋ ਕਹਿੰਦਾ ਅਸੀਂ ਇਸ ਕਰਕੇ ਹੌਸਲਾ ਨਹੀਂ ਛੱਡਦੇ। ਪਰਮੇਸ਼ਵਰ ਦਾਸ ਕਹਿੰਦਾ ਅਸੀਂ ਇਸ ਕਰਕੇ ਹੌਸਲਾ ਨਹੀਂ ਛੱਡਦੇ ਕਿਉਂਕਿ ਜੋ ਸਾਡਾ ਬਾਹਰਲਾ ਸਰੀਰ ਹੈ ਇਹ ਕੀ ਹੈ, ਭਾਵੇਂ ਨਾਸ ਹੋ ਰਿਹਾਗਾ, ਹਾਂ, ਭਾਵੇਂ ਸਾਡੀ ਇਨਸਾਨੀਅਤ ਦਿਨੋਂ ਦਿਨ ਨਾਸ ਹੁੰਦੀ ਜਾਂਦੀ ਹੈ, ਹਾਂ,
ਕਿਉਂ ਜੋ ਹੈ ਕਿਉਂ ਜੋ ਸਾਡਾ ਹੌਲਾ ਨਹੀਂ। ਜਿਹਾ ਕਸ਼ਟ, ਇਦਾਂ ਨਾ ਕਰੋ, ਸਹੀ ਕਰੋ 16 ਪੜੋ। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਹਾਂ, ਇਸ ਕਰਕੇ ਅਸੀਂ ਹੌਸਲਾ ਨਹੀਂ ਛੱਡਦੇ, ਹੌਸਲਾ ਹਾਰਦੇ ਨਹੀਂ। ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਮਤਲਬ ਜਾਂਦੀ ਹੈ, ਬਾਹਰਲਾ ਸਰੀਰ, ਸਾਡਾ ਜੋ ਬਾਹਰਲਾ ਸਰੀਰ ਹੈ ਇਹ ਕੀ ਹੈ, ਕਿੱਦਾਂ ਲਿਖਿਆ ਇੱਥੇ? ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ, ਨਾਸ ਹੁੰਦੀ ਜਾਂਦੀ ਹੈ, ਮਤਲਬ ਘਟਦੀ ਜਾ ਰਹੀ ਹੈ। ਸਾਡੇ ਸਰੀਰ ਤੇ ਦਿਨ ਹੈ, ਜੋ ਸਾਡੀ ਉਮਰ ਹੈ ਇਹ ਵੱਧਦੀ ਨਹੀਂ, ਇਹ ਘਟਦੀ ਜਾ ਰਹੀ ਹੈ। ਫਿਰ ਅੱਗੇ ਪਰ ਅੰਦਰਲੀ ਇਨਸਾਨੀਅਤ ਹੂੰ ਦਿਨੋਂ ਦਿਨ ਨਵੀਂ ਹੁੰਦੀ ਜਾ ਰਹੀ ਹੈ। ਅੰਦਰਲੀ ਇਨਸਾਨ, ਅੰਦਰਲੀ ਜੋ ਆਤਮਾ ਸਾਡੀ, ਉਹ ਕੀ ਹੈ, ਹਰ ਦਿਨ ਨਵੀਂ ਹੁੰਦੀ ਜਾਂਦੀ ਹੈ। ਹੁਣ ਮਤਲਬ ਜੋ ਸਾਡੀ ਉਮਰ ਹੈ, ਹੁਣ ਕਈ ਲੋਕ ਖੁਸ਼ੀ ਮਨਾਉਂਦੇ ਨੇ ਵੀ ਅੱਜ ਮੈਂ 15 ਸਾਲ ਦਾ ਹੋ ਗਿਆ। ਸਹੀ ਵਿੱਚ ਉਹਦੇ ਕੀ ਹੋ ਗਿਆ, ਉਹਦੇ ਦਿਨ ਵਧੇ ਜਾਂ ਘਟੇ? ਉਹ ਦਿਨ ਤਾਂ ਘਟ ਗਏ। ਜੇ ਉਹਦੀ ਉਮਰ 70 ਸਾਲ ਦੀ ਹੈ, 70 ਸਾਲ ਦੇ ਵਿੱਚ ਕਿੰਨੇ ਦਿਨ ਗਏ ਹੁੰਦੇ, ਕਿੰਨੇ ਸਾਲ ਘਟ ਗਏ? 15 ਸਾਲ ਘਟ ਗਏ। ਹੁਣ ਇਹਦਾ ਮਤਲਬ ਉਹਨੂੰ ਖੁਸ਼ੀ ਕਰਨੀ ਚਾਹੀਦੀ, ਰੋਣਾ ਚਾਹੀਦਾ ਉਹਨੂੰ ਰੋਣਾ ਚਾਹੀਦਾ ਹੈ ਮੇਰੇ 15 ਸਾਲ ਗਏ, ਮੇਰੇ ਤਾਂ ਉਮਰ 70 ਸਾਲ ਦੀ ਸੀ, ਮੇਰੇ ਤਾਂ ਰਹਿ ਗਏ ਉਹਨੂੰ ਕਿੰਨੇ 55 ਸਾਲ ਰਹਿ ਗਏ, ਹੈ ਮੇਰੇ 15 ਸਾਲ। ਉਹਨੂੰ ਤਾਂ ਰੋਣਾ ਚਾਹੀਦਾ, ਲੇਕਿਨ ਲੋਕ ਖੁਸ਼ ਹੁੰਦੇ ਨੇ, ਹਾਂ 15 ਸਾਲ ਦਾ ਹੋ ਗਿਆ। ਮਤਲਬ ਕੀ ਉਹਦਾ ਦੁੱਖ ਵਾਲੀ ਗੱਲ ਹੈ। ਇੱਥੇ ਕੀ ਲਿਖਿਆ ਬਾਈਬਲ ਦੇ ਵਿੱਚ, ਇੱਕ ਵਾਰ ਫਿਰ ਪੜੋ ਜੀ। ਇਸ ਕਾਰਨ ਅਸੀਂ ਹੌਸਲਾ ਨਹੀਂ ਹਾਂ, ਹਾਰਦੇ, ਇਸ ਕਰਕੇ ਅਸੀਂ ਹੌਸਲਾ ਨਹੀਂ ਹਾਰਦੇ। ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਮਤਲਬ ਸਾਡਾ ਬਾਹਰਲਾ ਸਰੀਰ ਕੀ ਹੈ, ਨਾਸ ਹੋ ਰਿਹਾਗਾ, ਅਸੀਂ ਫਿਰ ਵੀ ਨਹੀਂ ਡਰਦੇ, ਨਾਸ ਹੁੰਦੀ ਅਸੀਂ ਆਪਣਾ ਜਾਂਦੀ ਵਿਸ਼ਵਾਸ ਹੈ। ਨਹੀਂ ਛੱਡ ਰਹੇ। ਸਾਡਾ ਬਾਹਰਲਾ ਸਰੀਰ ਕੀ ਹੈ, ਇਹ ਨਾਸ ਹੋ ਰਿਹਾਗਾ, ਇਹ ਕਮਜ਼ੋਰ ਪੈ ਰਿਹਾਗਾ, ਇਹ ਖਤਮ ਹੋ ਰਿਹਾਗਾ। ਫਿਰ ਨਾਸ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਮਤਲਬ ਜੋ ਅੰਦਰਲੀ ਸਾਡੀ ਆਤਮਾ ਗਈ, ਆਤਮਾ ਕਮਜ਼ੋਰ ਨਹੀਂ ਹੈ, ਆਤਮਾ ਬੁੱਢੀ ਨਹੀਂ ਹੋਣ ਵਾਲੀ, ਆਤਮਾ ਮਰਨ ਵਾਲੀ ਨਹੀਂ ਹੈ। ਇਹ ਕੀ ਹੈ, ਇਹ ਦਿਨੋਂ ਦਿਨ ਮਜ਼ਬੂਤ ਹੁੰਦੀ ਜਾਂਦੀ ਹੈ। ਇਹ ਦਿਨੋਂ ਦਿਨ ਕੀ ਹੈ, ਇਹ ਤਾਂ ਮਜ਼ਬੂਤ ਹੁੰਦੀ ਜਾਂਦੀ ਹੈ। ਸਾਰੇ ਬੋਲੋ ਹਾਲੇਲੂਇਆ, 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 ਲੋਕ ਬੋਲੋ ਹਾਲੇਲੂਇਆ। ਸੌਮੋ ਨਾ, ਅੱਗੇ ਪੜੋ 17 ਜੀ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ, हाँ देखो परमेश्वर का जो वचन आता है, क्योंकि हमारा पल भर का हल्का सा ਕਸ਼ਟ, कष्ट। देखो एक बार फिर पढ़ो जी। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ, साडा हौला जिहा कष्ट ਜਿਹੜਾ ਛਿਨ ਭਰਦਾ ਹੈ, ਜਿਹੜਾ ਕੁਝ ਪਲ ਦਾ ਹੈ, ਜਿਹੜਾ ਕੁਝ ਸਮੇਂ ਦਾ ਹੈ। ਦੇਖੋ ਸੰਤ ਪੌਲਸ ਆਪਣਾ ਸੰਤ ਮੂਸਾ ਨੇ ਕੀ ਕਿਹਾ ਸੀਗਾ, ਮਿਸਰ ਦੇ ਖਜ਼ਾਨਿਆਂ ਦੇ ਨਾਲੋਂ ਪਰਮੇਸ਼ਵਰ ਦੇ ਲੋਕਾਂ ਨਾਲ ਨਿੰਦਿਆ ਜਾਣਾ ਕੀ ਹੈ, ਇਹ ਬਹੁਤ ਹੈ। ਇਹ ਕੀ ਹੈ, ਥੋੜੇ ਸਮੇਂ ਦਾ ਚਾਹੇ ਦੁੱਖ ਹੈ। ਇੱਥੇ ਕੀ ਲਿਖਿਆ 17 ਦੇ ਵਿੱਚ, ਇੱਕ ਵਾਰ ਫਿਰ ਪੜੋ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ, ਦੇਖੋ ਹੌਲਾ ਜਿਹਾ ਕਸ਼ਟ ਹੈ, ਕਸ਼ਟ ਦੇ ਵਿੱਚ ਹੈ, ਇਸ ਸਰੀਰ ਦੇ ਵਿੱਚ ਹੈ। ਕਸ਼ਟ ਕਿੱਥੇ ਹੈ, ਇਸ ਧਰਤੀ ਉੱਪਰ ਹੈ। ਚੰਗਾ ਖਾਣਾ, ਚੰਗਾ ਪੀਣਾ, ਚੰਗਾ ਪਹਿਨਣਾ, ਚੰਗਾ ਰਹਿਣਾ, ਇਹ ਧਰਤੀ ਉੱਪਰ ਹੀ ਹੈ। ਲੇਕਿਨ ਪ੍ਰਭੂ ਯਿਸੂ ਨੇ ਕਿਹਾ ਮੇਰੇ ਘਰ ਪਿਤਾ ਦੇ ਘਰ ਵਿੱਚ ਬਹੁਤ ਸਾਰੀ ਜਗ੍ਹਾ ਹੈਗੀ, ਉੱਥੇ ਕੋਈ ਕਸ਼ਟ ਹੈ, ਉੱਥੇ ਕਮਾਈ ਨਹੀਂ ਕਰਨੀ, ਉੱਥੇ ਕੋਈ ਐਸਾ ਕੱਪੜਾ ਨਹੀਂ ਜਿਹੜਾ ਧੋਣਾ ਪੈ ਜੇ, ਉੱਥੇ ਕੋਈ ਰਸੋਈ ਨਹੀਂ, ਕੋਈ ਕੁਛ ਨਹੀਂ ਹੈ। ਇੱਥੇ ਜਿੰਨਾ ਕੁਛ ਹੈ ਇੱਥੇ ਹੀ ਹੈ। ਹਾਂ, ਲੇਕਿਨ ਇੱਥੇ ਕੀ ਲਿਖਿਆ, ਜੋ ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾਉਣਾ ਚਾਹੁੰਦਾ ਹੈਗਾ, ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਛਿਨ ਭਰਦਾ ਹੈ, ਜਿਹੜਾ ਛਿਨ ਭਰਦਾ ਹੈ। ਕਸ਼ਟ ਕਿਹਦੇ ਵਿੱਚ ਹੈ, ਅਗਰ ਮਸੀਹ ਵਿੱਚ ਚੱਲਦੇ ਹਾਂ ਫਿਰ ਕਸ਼ਟ ਮਿਲਦਾ ਹੈ ਇਨਸਾਨ ਨੂੰ। ਹੁਣ ਜਿਹੜਾ ਮਸੀਹ ਵਿੱਚ ਚੱਲਦਾ ਗਾ ਉਹਨੂੰ ਕਸ਼ਟ ਕਿੰਨਾ ਕੁ ਹੈ, ਉਹਨੂੰ ਥੋੜਾ ਜਿਹਾ ਕਸ਼ਟ ਹੈ ਇਸ ਸਰੀਰ ਦੇ ਵਿੱਚ ਰਹਿ ਕੇ, ਇਸ ਧਰਤੀ ਉੱਪਰ ਰਹਿ ਕੇ। ਫਿਰ ਭਾਰੀ ਸਗੋਂ ਅਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਦੇਖੋ ਭਾਰੀ, ਅਤ ਭਾਰੀ, ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ। ਮਤਲਬ ਅਗਰ ਮਸੀਹ ਦੇ ਵਿੱਚ ਚੱਲਦੇ ਹਾਂ ਸਾਨੂੰ ਕਸ਼ਟ ਮਿਲਦਾਗਾ, ਚਾਹੇ ਜਿੰਨਾ ਵੀ ਕਸ਼ਟ ਮਿਲਦਾਗਾ। ਹੁਣ ਦੇਖੋ ਸੰਤ ਪੌਲਸ ਨੂੰ ਕਸ਼ਟ ਮਿਲਿਆ, ਉਹ ਕਿੰਨਾ ਸੀਗਾ, ਚਾਹੇ ਜਿੰਨਾ ਮਰਜ਼ੀ ਉਸਨੇ ਲਿਖ ਕੇ ਦਿੱਤਾ ਸਾਨੂੰ ਵੀ ਮੇਰੇ ਨਾਲ ਇਦਾਂ ਹੋਇਆ, ਮੈਨੂੰ ਇਦਾਂ ਹੋਇਆ, ਲੇਕਿਨ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਦੇਖੀਏ ਕਿੰਨਾ ਸੀਗਾ, ਉਹ ਤਾਂ ਬਹੁਤ ਥੋੜਾ ਸੀਗਾ। ਉਸ ਸੰਤ ਪੌਲਸ ਨੇ ਜਿੰਨਾ ਮਰਜ਼ੀ ਕਸ਼ਟ ਸਹਿਣ ਕੀਤਾਗਾ, ਅੱਜ ਉਹ ਜਿੱਥੇ ਹੈ ਸਵਰਗ ਦੇ ਵਿੱਚ, ਹੁਣ ਉਹਨੂੰ ਪੁੱਛ ਕੇ ਦੇਖੋ ਵੀ ਧਰਤੀ ਉੱਪਰ ਕਿੰਨਾ ਕਸ਼ਟ ਸੀਗਾ, ਉਹ ਕੀ ਹੋਊਗਾ। ਇਹਦੇ ਮੁਕਾਬਲੇ ਜੋ ਮੈਨੂੰ ਆਰਾਮ ਮਿਲਿਆਗਾ, ਜੋ ਮੈਨੂੰ ਸਵਰਗ ਮਿਲਿਆਗਾ, ਉਹਦੇ ਮੁਕਾਬਲੇ ਤਾਂ ਉਹ ਕਸ਼ਟ ਕੁਛ ਵੀ ਨਹੀਂ ਸੀਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਸਮਝ ਆ ਰਹੀ ਨਹੀਂ ਆ ਰਹੀ। ਸੰਤ ਪੌਲਸ ਅੱਜ ਕਿੱਥੇ ਹੈ, ਸਵਰਗ ਦੇ ਵਿੱਚ। ਸਵਰਗ ਦੇ ਵਿੱਚ ਸੰਤ ਪੌਲਸ। ਸੰਤ ਪੌਲਸ ਨੂੰ ਪੁੱਛੋ ਭਾਈ ਭਰਾਵਾ ਤੂੰ ਇੰਨਾ ਕੁਛ ਸਹਿਣ ਕਰਕੇ ਆਏਗਾ, ਤੇ 5 ਵਾਰ ਕੋੜਿਆਂ ਦੀ ਮਾਰ ਖਾਧੀ, 39 ਕੋੜੇ ਖਾਧੇ, 3 ਵਾਰ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰ ਤੂੰ ਇਹ ਦਿਨ ਰਾਤ ਪਾਣੀ 'ਚ ਰਹਾਂਗਾ। ਉਹ ਕਹਿ ਦੁੱਖ ਜ਼ਿਆਦਾ ਸੀਗਾ। ਉਹ ਕਹੂਗਾ ਭਾਈ ਜਿਹੜਾ ਮੈਨੂੰ ਅੱਜ ਮਿਲਿਆਗਾ, ਜਿਹੜਾ ਮੈਨੂੰ ਸਵਰਗ ਮਿਲ ਚੁੱਕਿਆਗਾ, ਉਹ ਕਸ਼ਟ ਦਾ ਕੁਛ ਵੀ ਨਹੀਂ ਸੀਗਾ, ਉਹ ਕਸ਼ਟ ਬਹੁਤ ਥੋੜਾ ਸੀਗਾ, ਉਹ ਕਸ਼ਟ ਬਹੁਤ ਥੋੜਾ ਸੀਗਾ। ਔਰ 17 ਦੇ ਵਿੱਚ ਇਹੀ ਗੱਲ ਆ ਰਹੀ ਹੈ, ਪੜੋ ਜੀ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਛਿਨ ਭਰਦਾ ਹੀ ਹੈ। ਦੇਖੋ ਸਾਡਾ ਹੌਲਾ ਜਿਹਾ ਕਸ਼ਟ ਮਤਲਬ ਥੋੜਾ ਜਿਹਾ ਕਸ਼ਟ, ਇਹ ਕੁਛ ਹੀ ਪਲ ਦਾਗਾ, ਕੁਛ ਹੀ ਸਮੇਂ ਦਾਗਾ। ਫਿਰ ਪਰ ਭਾਰੀ ਸਗੋਂ ਅਤ ਭਾਰੀ ਹਾਂ, ਭਾਰੀ ਸਗੋਂ ਅਤ ਭਾਰੀ ਸਦੀਪਕ ਵਡਿਆਈ। ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਸੰਦੀਪਕ ਵਡਿਆਈ ਮਤਲਬ ਜੋ ਸਦਾ। ਹੁਣ ਦੇਖੋ ਇੱਕ ਵਾਰ ਇਨਸਾਨ ਸਵਰਗ ਵਿੱਚ ਚਲਾ ਗਿਆ, ਉੱਥੇ
ਕੁਝ ਵੀ ਨਹੀਂ ਹੈ, ਕੋਈ ਵੀ ਕੰਮਕਾਰ ਨਹੀਂ ਉੱਥੇ, ਕੋਈ ਬਿਮਾਰੀ ਨਹੀਂ, ਕੋਈ ਉੱਥੇ ਲੜਾਈ ਝਗੜਾ ਨਹੀਂ, ਕੁਝ ਵੀ ਨਹੀਂ, ਸਿਰਫ ਉੱਥੇ ਸ਼ਾਂਤੀ ਹੈ। ਹੁਣ ਦੇਖੋ ਉੱਥੇ ਕੀ ਹੈ, ਉਹ ਸੰਦੀਪਕ ਹੈ, ਉਹ ਸਦਾ ਵਾਸਤੇ ਹੈ, ਉੱਥੇ ਦਿਨਾਂ ਦੀ ਗਿਣਤੀ ਨਹੀਂ ਹੈ ਵੀ ਕਿੰਨੇ ਦਿਨ ਉੱਥੇ ਰਹਿਣਾ ਗਾ। ਲੇਕਿਨ ਇੱਕ ਗੱਲ ਯਾਦ ਰੱਖੋ ਕਿ ਧਰਤੀ ਉੱਪਰ ਚਾਹੇ ਜਿੰਨਾ ਮਰਜ਼ੀ ਕਸ਼ਟ ਹੈ, ਉਹ ਕੀ ਹੈ, ਅੱਜ ਜਿੰਨਾ ਮਰਜ਼ੀ ਕਸ਼ਟ ਮਿਲਦਾ ਗਾ ਮਸੀਹ ਦੇ ਕਰਕੇ, ਉਹ ਚਾਹੇ ਕੋਈ ਵੀ ਹੈ, ਚਾਹੇ ਪਤੀ ਕਸ਼ਟ ਦਿੰਦਾ ਗਾ, ਚਾਹੇ ਪਤਨੀ ਕਸ਼ਟ ਦੇ ਰਹੀ ਹੈ, ਚਾਹੇ ਬੱਚੇ ਕਸ਼ਟ ਦਿੰਦੇ ਨੇ, ਚਾਹੇ ਮਾਂ-ਬਾਪ ਕਸ਼ਟ ਦਿੰਦੇ ਨੇ, ਚਾਹੇ ਸੱਸ ਸਹੁਰਾ, ਚਾਹੇ ਆਂਢ ਗੁਆਂਢ, ਚਾਹੇ ਕੋਈ ਵੀ ਹੈ, ਚਾਹੇ ਪੂਰਾ ਪਰਿਵਾਰ ਦੇ ਲੋਕ ਨੇ, ਚਾਹੇ ਪੂਰਾ ਪਿੰਡ ਹੀ ਹੈ, ਅਗਰ ਉਹ ਵੀ ਕਸ਼ਟ ਦੇ ਰਿਹਾ ਗਾ, ਉਹ ਕੀ ਹੈ, ਉਸ ਵਡਿਆਈ ਦੇ ਸਾਹਮਣੇ, ਉਸ ਸਵਰਗ ਦੇ ਸਾਹਮਣੇ ਉਹ ਕਸ਼ਟ ਕੀ ਹੈ, ਉਹ ਬਹੁਤ ਹੀ ਥੋੜਾ ਗਾ। ਉਹ ਸਵਰਗ ਦੇ ਸਾਹਮਣੇ ਕੀ ਹੈ, ਬਹੁਤ ਛੋਟਾ ਗਾ। ਫਿਰ ਅੱਗੇ ਪੜੋ ਜੀ। 18 ਅਸੀਂ ਦਿਸਣ ਵਾਲੀਆਂ ਵਸਤਾਂ ਹੁਣ ਨੂੰ ਤਾਂ ਦੇਖੋ, ਨਹੀਂ, ਹੁਣ ਦੇਖੋ ਕਿੰਨੀ ਵੱਡੀ ਪਰਮੇਸ਼ਵਰ ਦੇ ਵਚਨ ਦੇ ਵਿੱਚ ਗੱਲ ਸਾਡੇ ਲਈ ਹੈ। ਹਾਂ, ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ, ਹੁਣ ਦੇਖੋ ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ। ਹੁਣ ਦੇਖੋ ਜੋ ਵਸਤਾਂ ਸਾਨੂੰ ਦਿਸਦੀਆਂ ਨੇ, ਫਿਰ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ। ਦੇਖੋ, ਲੇਕਿਨ ਇਹ ਕੰਮ ਉਲਟ ਹੁੰਦਾ ਗਾ। ਇੱਥੇ ਲੋਕ ਉਸ ਚੀਜ਼ ਨੂੰ ਦੇਖ ਕੇ ਚੱਲਦੇ ਨੇ ਜਿਹੜੀ ਦਿਖਦੀ ਹੈ। ਪਰਮੇਸ਼ਵਰ ਦਾ ਦਾਸ ਕੀ ਕਹਿੰਦਾ ਗਾ, ਅਸੀਂ ਉਸ ਚੀਜ਼ ਨੂੰ ਦੇਖ ਕੇ ਚੱਲਦੇ ਹਾਂ ਜਿਹੜੀ ਨਹੀਂ ਦਿਖਦੀ। ਹੁਣ ਦੇਖੋ ਇਨਸਾਨ ਕਿਹੜੇ ਪਰ ਮੰਨ ਲਊਗਾ? ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇੱਕ ਸੋਨਾ ਸਵਰਗ ਦੇ ਵਿੱਚ ਹੈ, ਉਹ ਕਿੱਥੇ ਹੈ? ਪੈਰਾਂ ਥੱਲੇ। ਇੱਕ ਸੋਨਾ ਧਰਤੀ ਉੱਪਰ ਹੈ। ਜਿਹੜਾ ਧਰਤੀ ਉੱਪਰ ਸੋਨਾ ਗਾ ਉਹ ਦਿਖਦਾ ਗਾ, ਇੱਕ ਜਿਹੜਾ ਸਵਰਗ ਦੇ ਵਿੱਚ ਹੈ ਉਹ ਦਿਖਦਾ ਨਹੀਂ। ਹੁਣ ਕਿੱਥੇ ਲੱਗਾ ਮਨ, ਕਿੱਥੇ ਲਾਊ ਇਨਸਾਨ? ਦਿਖਦਾ ਗਾ। ਲੇਕਿਨ ਪਰਮੇਸ਼ਵਰ ਦਾ ਦਾਸ ਕੀ ਕਹਿੰਦਾ ਗਾ, ਇੱਕ ਵਾਰ ਫਿਰ ਪੜੋ 18। ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ, ਦੇਖੋ ਅਸੀਂ ਦਿਸਣ ਵਾਲੀਆਂ ਵਸਤੂਆਂ ਨੂੰ ਤਾਂ ਨਹੀਂ, ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ। ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ। ਹੁਣ ਇਹੀ ਧਿਆਨ ਕਿਹਦਾ ਸੀਗਾ? ਅਬਰਾਹਮ ਦਾ ਧਿਆਨ ਸੀਗਾ। ਇਹੀ ਧਿਆਨ ਕਿਹਦਾ ਸੀਗਾ? ਇਸਹਾਕ ਦਾ ਧਿਆਨ ਸੀਗਾ। ਇਹੀ ਧਿਆਨ ਕਿਹਦਾ ਸੀਗਾ? ਯਾਕੂਬ ਦਾ ਧਿਆਨ ਸੀਗਾ। ਉਹ ਨੇਚਾਂ ਵਿੱਚ ਮਰ ਗਏ, ਵਿਸ਼ਵਾਸ ਵਿੱਚ ਚੱਲਦੇ ਚੱਲਦੇ ਮਰ ਗਏ, ਲੇਕਿਨ ਪਰਮੇਸ਼ਵਰ ਨੂੰ ਸ਼ਿਕਾਇਤ ਨਹੀਂ ਕੀਤੀ। ਪਰਮੇਸ਼ਵਰ ਨੂੰ ਸ਼ਿਕਾਇਤ ਨਹੀਂ ਕੀਤੀ। ਹੁਣ ਦੇਖੋ ਪਰਮੇਸ਼ਵਰ ਦਾਸ ਕਹਿੰਦਾ ਵੀ ਸਾਨੂੰ ਜੋ ਦਿਖਦਾ ਗਾ ਅਸੀਂ ਉਹਦੇ ਅਨੁਸਾਰ ਨਹੀਂ ਚੱਲਦੇ, ਲੇਕਿਨ ਸਾਨੂੰ ਜੋ ਨਹੀਂ ਦਿਖਦਾ ਅਸੀਂ ਉਹਦੇ ਅਨੁਸਾਰ ਚੱਲਦੇ ਹਾਂ। ਇਹਦਾ ਮਤਲਬ ਕੀ? ਕਿ ਸਵਰਗ ਉਹ ਦਿਖਦਾ ਨਹੀਂ, ਸਵਰਗ ਦੇ ਵਿੱਚ ਜੋ ਚੀਜ਼ਾਂ ਨੇ ਉਹ ਦਿਖਦੀਆਂ ਨਹੀਂ, ਅਸੀਂ ਉਹਨਾਂ ਨੂੰ ਪ੍ਰਾਪਤ ਕਰਨਾ ਗਾ ਉਹਦੇ ਪਿੱਛੇ ਚੱਲਦੇ ਹਾਂ। ਅੱਗੇ ਪੜੋ ਜੀ। ਕਿਉਂ ਜੋ ਦਿਸਣ ਵਾਲੀਆਂ ਵਸਤਾਂ ਅਨਿੱਤ ਹਨ। ਦੇਖੋ ਜੀ, ਜੋ ਦਿਸਣ ਵਾਲੀਆਂ ਵਸਤਾਂ ਨੇ ਉਹ ਲਿਖਿਆ ਗਾ ਥੋੜੇ ਟਾਈਮ ਦੀਆਂ ਨੇ। ਦਿਸਣ ਵਾਲੀਆਂ ਵਸਤਾਂ ਕੀ ਨੇ? ਥੋੜੇ ਟਾਈਮ ਦੀਆਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਦਿਸਣ ਵਾਲੀਆਂ ਵਸਤਾਂ ਕੀ ਨੇ? ਥੋੜੇ ਟਾਈਮ ਦੀਆਂ। ਫਿਰ ਪਰ ਅਣਡਿੱਠ ਵਸਤਾਂ ਨਿੱਤ ਹਨ। ਦੇਖੋ ਅਣਡਿੱਠ ਵਸਤਾਂ ਜੋ ਦਿਸਦੀਆਂ ਨਹੀਂ ਉਹ ਕੀ ਨੇ? ਉਹ ਸਦਾ ਬਣੀਆਂ ਰਹਿੰਦੀਆਂ ਨੇ। ਪਰਮੇਸ਼ਵਰ ਦਾਸ ਕਹਿੰਦਾ ਹੈ, ਔਰ ਪਰਮੇਸ਼ਵਰ ਦਾਸ ਕੀ ਕਹਿੰਦਾ ਕਿ ਅਸੀਂ ਤਾਂ ਇਸ ਤਰ੍ਹਾਂ ਚੱਲਦੇ ਹਾਂ ਕਿ ਜਿਹੜੀਆਂ ਸਾਨੂੰ ਵਸਤਾਂ ਦਿਸਦੀਆਂ ਹੀ ਨਹੀਂ ਅਸੀਂ ਤਾਂ ਉਹਨਾਂ ਉੱਪਰ ਮਨ ਲਗਾਇਆ ਹੋਇਆ ਗਾ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਜਦ ਵੀ ਗੱਲ ਕਰਦੇ ਸੀਗੇ, ਕਿੱਥੇ ਦੀ ਗੱਲ ਕਰਦੇ ਸੀਗੇ? ਸਵਰਗ ਦੀ ਗੱਲ ਕਰਦੇ ਸੀਗੇ। ਨਿਕੋਦਿਮਸ ਨੂੰ ਕੀ ਕਿਹਾ? ਨਵੇਂ ਸਿਰੋਂ ਪੈਦਾ ਹੋ ਜਾ। ਕਹਿਣ ਦਾ ਮਤਲਬ ਕੀ? ਜਿਹੜੀ ਇਨਸਾਨ ਨੂੰ ਦਿਖਦੀ ਨਹੀਂ ਉਹਦੇ ਉੱਪਰ ਮਨ ਲਗਾਉਣਾ ਇਨਸਾਨ ਨੂੰ ਕੀ ਲੱਗਦਾ ਗਾ? ਔਖਾ ਲੱਗਦਾ ਗਾ। ਲੇਕਿਨ ਜਿਹੜੀ ਇਨਸਾਨ ਨੂੰ ਦਿਖਦੀ ਹੈ ਉਹਦੇ ਉੱਪਰ ਮਨ ਲਾਉਣਾ ਇਨਸਾਨ ਨੂੰ ਬਹੁਤ ਸੌਖਾ ਲੱਗਦਾ ਗਾ। ਲੇਕਿਨ ਸੰਤ ਪੌਲਸ ਕੀ ਕਹਿੰਦਾ ਗਾ ਕਿ ਜਿਹੜੀ ਵਸਤ ਸਾਨੂੰ ਦਿਖਦੀ ਨਹੀਂ ਅਸੀਂ ਉਹਦੇ ਉੱਪਰ ਕੀ ਹੈ? ਉਹਦੇ ਉੱਪਰ ਕੀ ਕਰਦੇ ਹਾਂ? ਅਸੀਂ ਮਨ ਲਾਇਆ ਹੋਇਆ ਗਾ। ਲੇਕਿਨ ਜਿਹੜੀ ਸਾਨੂੰ ਦਿਖਦੀ ਹੈ ਅਸੀਂ ਉਹਦੇ ਅਨੁਸਾਰ ਨਹੀਂ ਚੱਲਦੇ, ਕਿਉਂਕਿ ਦਿਸਣ ਵਾਲੀ ਵਸਤੂ ਕੀ ਹੈ? ਇਹ ਤਾਂ ਥੋੜੇ ਟਾਈਮ ਦੀ ਹੈ। ਅੱਜ ਸਾਡੇ ਕੋਲ ਚੰਗੀ ਗੱਡੀ ਹੈ, ਹੋ ਸਕਦਾ ਗੱਡੀ ਕੱਲ੍ਹ ਨੂੰ ਖਰਾਬ ਹੋ ਜਾਏ, ਹੋ ਸਕਦਾ ਕਿਸੇ ਕਾਰਨ ਗੱਡੀ ਵੇਚਣੀ ਪੈ ਜਾਏ, ਹੋ ਸਕਦਾ ਗੱਡੀ ਕਿਸੇ ਜਗ੍ਹਾ ਖਰਾਬ ਮਤਲਬ ਕੁਝ ਵੀ ਹੋ ਜਾਏ, ਗੜਬੜੀ ਹੋ ਜਾਏ ਵਿੱਚ, ਫਿਰ ਉਹਨੂੰ ਵੇਚਣਾ ਪੈ ਜਾਊਗਾ। ਜਾਂ ਹੋ ਸਕਦਾ ਗੱਡੀ ਸਾਨੂੰ ਛੱਡ ਕੇ ਚਲੀ ਜਾਏ ਜਾਂ ਅਸੀਂ ਗੱਡੀ ਨੂੰ ਛੱਡ ਕੇ ਚਲੇ ਜਾਈਏ। ਕਹਿਣ ਦਾ ਮਤਲਬ ਜਿਹੜੀ ਚੀਜ਼ ਦਿਸਦੀ ਹੈ ਉਹ ਥੋੜੇ ਟਾਈਮ ਦੀ ਹੈ, ਫਿਰ ਉਹ ਕੋਈ ਵੀ ਹੈ। ਇਸੇ ਕਰਕੇ ਪ੍ਰਭੂ ਯਿਸੂ ਨੇ ਕਿਹਾ ਮੇਰੇ ਪਿੱਛੇ ਆਉਣਾ ਗਾ ਤਾਂ ਕੀ ਕਰ? ਆਪਣੇ ਮਾਂ ਦਾ, ਆਪਣੇ ਬਾਪ ਦਾ, ਆਪਣੇ ਭੈਣ ਦਾ, ਆਪਣੇ ਭਾਈ ਦਾ, ਆਪਣੀ ਪਤਨੀ ਦਾ, ਆਪਣੇ ਪਤੀ ਦਾ, ਬੱਚਿਆਂ ਦਾ, ਆਪਣੀ ਜਾਨ ਦਾ ਵੀ ਇਨਕਾਰ ਕਰਦੇ। ਇਹ ਸਾਰੀਆਂ ਚੀਜ਼ਾਂ ਕੀ ਨੇ? ਥੋੜੇ ਟਾਈਮ ਲਈਆਂ ਨੇ। ਮਤਲਬ ਯਿਸੂ ਮਸੀਹ ਜੋ ਸਾਨੂੰ ਸਿਖਾਉਣਾ ਚਾਹੁੰਦੇ ਨੇ ਵੀ ਧਰਤੀ ਉੱਪਰ ਜੋ ਵੀ ਚੀਜ਼ਾਂ ਨੇ ਇਹ ਕੀ ਨੇ? ਥੋੜੇ ਟਾਈਮ ਦੀਆਂ ਨੇ। ਹੁਣ ਦੇਖੋ ਜਿਹੜੀ ਨਹੀਂ ਦਿਖਦੀ, ਹੁਣ ਦਿਖਦਾ ਕੀ ਨਹੀਂ? ਸਵਰਗ ਦਿਖਦਾ ਕੀ ਨਹੀਂ? ਸਵਰਗ ਦੇ ਵਿੱਚ ਜੋ ਜਿੰਨੀਆਂ ਚੀਜ਼ਾਂ ਨੇ ਉਹ ਕਿਹੜਾ ਦਿਖਦੀਆਂ ਨੇ? ਲੇਕਿਨ ਉਹ ਕੀ ਨੇ? ਉਹ ਸਦਾ ਬਣੀਆਂ ਰਹਿਣਗੀਆਂ। ਲੇਕਿਨ ਪ੍ਰਭੂ ਯਿਸੂ ਮਸੀਹ ਤਾਂ ਇਹ ਵੀ ਕਿਹਾ ਹੋਇਆ ਕਿ ਮੈਂ ਆਕਾਸ਼ ਨੂੰ ਹਟਾ ਦਾਂਗਾ, ਇਸ ਧਰਤੀ ਨੂੰ ਵੀ ਹਟਾ ਦਾਂਗਾ। ਮਤਲਬ ਜਿੰਨਾ ਕੁਛ ਆਕਾਸ਼ ਦੇ ਥੱਲੇ ਹੈ, ਜਿੰਨਾ ਕੁਛ ਧਰਤੀ ਦੇ ਉੱਪਰ ਹੈ, ਇਹ ਸਭ ਕੁਛ ਕੀ ਹੈ? ਨਾਸ ਹੋਣ ਵਾਲਾ ਗਾ। ਸਭ ਕੁਛ ਕੀ ਹੈ? ਨਾਸ ਹੋਣ ਵਾਲਾ ਗਾ। ਇੱਕ ਵਾਰ ਫਿਰ ਪੜੋ 18 ਵਚਨ। ਅਸੀਂ ਦਿਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ, ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ। ਕਿਉਂ ਜੋ ਦਿਸਣ ਵਾਲੀਆਂ ਵਸਤਾਂ ਤਾਂ ਅਨਿੱਤ ਹਨ, ਪਰ ਅਣਡਿੱਠ ਵਸਤਾਂ ਨਿੱਤ ਹਨ। ਦੇਖੋ ਦਿਸਣ ਵਾਲੀਆਂ ਵਸਤਾਂ ਕੀ ਨੇ? ਥੋੜੇ ਟਾਈਮ ਦੀਆਂ ਨੇ।
ਲੇਕਿਨ ਅੱਜ ਇਨਸਾਨ ਜ਼ਿਆਦਾਤਰ ਇਨਸਾਨ ਇਸੇ ਵਸਤਾਂ ਦੇ ਉੱਪਰ, ਇਸੇ ਚੀਜ਼ਾਂ ਦੇ ਉੱਪਰ ਆਪਣਾ ਮਨ ਲਾ ਕੇ ਬੈਠਾ ਹੈਗਾ ਜਿਹੜੀਆਂ ਦਿਸਦੀਆਂ ਨੇ। ਲੇਕਿਨ ਜਿਹੜੀਆਂ ਦਿਸਦੀਆਂ ਨਹੀਂ, ਉਹ ਵਸਤਾਂ ਦੇ ਉੱਪਰ ਇਨਸਾਨ ਦਾ ਮਨ ਨਹੀਂ ਲੱਗਦਾ ਪਿਆ, ਉਹਨਾਂ ਵਸਤਾਂ ਦੇ ਉੱਪਰ ਇਨਸਾਨ ਦਾ ਜੋ ਧਿਆਨ ਹੈ ਉਹ ਨਹੀਂ ਲੱਗਦਾ ਪਿਆ। ਲੇਕਿਨ ਪ੍ਰਭੂ ਯਿਸੂ ਮਸੀਹ ਦੇਖੋ, ਔਰ ਜਿਹਨੇ ਲੋਕ ਪ੍ਰਭੂ ਯਿਸੂ ਦੇ ਪਿੱਛੇ ਚੱਲੇ ਸੀਗੇ, ਉਹਨਾਂ ਲੋਕਾਂ ਨੇ ਆਪਣਾ ਮਨ ਕਿੱਥੇ ਲਾਇਆ? ਅਜਿਹੀ ਗੱਲਾਂ ਦੇ ਉੱਪਰ ਲਾਇਆ। ਹੁਣ ਸੰਤ ਇਸਤੀਫਾਨ ਸੀਗਾ, ਜੋ ਪਰਮੇਸ਼ਵਰ ਦੇ ਦਾਸ ਜਿਹਨੂੰ ਪੱਥਰ ਮਾਰੇ ਗਏ, ਉਹ ਧਰਤੀ ਉੱਪਰ ਹੈ, ਉੱਪਰ ਦੇਖ ਰਿਹਾ ਗਾ, ਤੀਜੇ ਆਕਾਸ਼ ਤੱਕ, ਮਤਲਬ ਆਤਮਾ ਵਿੱਚ ਦੇਖ ਰਿਹਾ ਗਾ ਕਿ ਪਰਮੇਸ਼ਵਰ ਦੇ ਸੱਜੇ ਹੱਥ ਕੌਣ ਖੜਾ ਗਾ? ਪ੍ਰਭੂ ਯਿਸੂ ਮਸੀਹ ਖੜਾ ਗਾ। ਦੇਖੋ ਕਿੱਥੇ ਧਿਆਨ ਹੈ? ਉੱਪਰ ਧਿਆਨ ਹੈ ਉਹਦਾ। ਔਰ ਜਦ ਉੱਪਰ ਧਿਆਨ ਹੈ ਤਾਂ ਉਹ ਸਭ ਕੁਛ ਬੜੀ ਆਸਾਨੀ ਨਾਲ ਦੇਖ ਰਿਹਾ ਗਾ ਆਤਮਾ ਦੇ ਵਿੱਚ। ਉਸਨੇ ਇਹ ਨਹੀਂ ਦੇਖਿਆ ਕਿ ਫਲਾਣਾ ਪੱਥਰ ਮਾਰੂਗਾ, ਉਹ ਪੱਥਰ ਮਾਰੂਗਾ, ਉਹ ਪੱਥਰ ਮਾਰੂਗਾ। ਉਹਨਾਂ ਤਾਂ ਮਾਰਨਾ ਸੀਗਾ, ਉਹਨਾਂ ਦਾ ਕੰਮ ਸੀਗਾ ਪੱਥਰ ਮਾਰਨਾ, ਲੇਕਿਨ ਇਹਨੇ ਆਪਣਾ ਧਿਆਨ ਕਿੱਥੇ ਰੱਖਿਆ? ਇਹਨੇ ਤਾਂ ਉਸ ਚੀਜ਼ ਦੇ ਉੱਪਰ ਧਿਆਨ ਰੱਖਿਆ ਕਿ ਜਿਹੜੀ ਸਦਾ ਇਹਦੇ ਵਾਸਤੇ ਸੀਗੀ, ਔਰ ਜੋ ਪਰਮੇਸ਼ਵਰ ਇਸ ਨੂੰ ਦੇਣਾ ਚਾਹੁੰਦੇ ਸੀਗੇ। ਲੇਕਿਨ ਅੱਜ ਸਾਡਾ ਧਿਆਨ ਕਿੱਥੇ ਹੈ? ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਪਹਿਲਾ ਕਰੰਥੀਆ ਉਹਦਾ 2 ਅਧਿਆਇ ਉਹਦਾ 9 ਵਚਨ, ਤੋਦੀ 9। ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਬਹੁਤ ਧਿਆਨ ਨਾਲ ਸੁਣੋ ਵਚਨ ਨੂੰ। ਹਾਂ, ਜਿਹੜੀਆਂ ਵਸਤਾਂ ਅੱਖੀ ਨਾ ਵੇਖੀਆਂ, ਜਿਹੜੀ ਵਸਤਾਂ ਅੱਖੀ ਨਾ ਵੇਖੀਆਂ ਹੋਣ, ਨਾ ਕੰਨੀ ਸੁਣੀਆਂ, ਨਾ ਕਦੀ ਸੁਣੀਆਂ ਹੋਣ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਨਾ ਕਦੇ ਮਨ ਦੇ ਇਨਸਾਨ ਵਿੱਚ ਮਤਲਬ ਮਨ ਦੇ ਵਿੱਚ ਆਈਆਂ ਇਨਸਾਨ ਦੇ। ਹੁਣ ਦੇਖੋ ਉਹ ਵਸਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਲੋਕਾਂ ਲਈ ਤਿਆਰ ਕਰੀਆਂ ਹੋਈਆਂ ਨੇ, ਜਿਹੜੀ ਕਦੇ ਅੱਖੀ ਦੇਖੀਆਂ ਨਹੀਂ। ਹੁਣ ਦੇਖੋ ਐਸੀ ਕਿਹੜੀ ਚੀਜ਼ ਹੈ ਧਰਤੀ ਉੱਪਰ ਜਿਹੜੀ ਅਸੀਂ ਨਹੀਂ ਦੇਖੀ? ਹੁਣ ਤੁਹਾਨੂੰ ਮੋਬਾਈਲ ਆ ਗਏ, ਇੰਟਰਨੈਟ ਆ ਕੇ, ਜਿਹੜੀ ਮਰਜ਼ੀ ਚੀਜ਼ ਖੋਲ ਕੇ ਦੇਖ ਸਕਦੇ ਹੋ। ਮਤਲਬ ਇਨਸਾਨ ਨੇ ਦੇਖ ਲਈ, ਸੁਣੀ ਹੋਈ ਗੱਲ ਇਨਸਾਨ ਸੁਣ ਸਕਦਾ ਹੈ ਕੰਨ ਦੇ ਉੱਪਰ, ਇਸ ਧਰਤੀ ਉੱਪਰ ਜੋ ਵੀ ਚੀਜ਼ ਹੈ। ਫਿਰ ਕੀ ਲਿਖਿਆ ਗਾ ਕਿ ਜਿਹੜੀ ਮਨ ਵਿੱਚ ਵੀ ਨਹੀਂ ਆਈਆਂ। ਹੁਣ ਦੇਖੋ ਕੋਈ ਵੀ ਇਨਸਾਨ ਅਗਰ ਗੱਡੀ ਲੈਣਾ ਚਾਹੇ, ਉਹ ਪਹਿਲਾਂ ਪਲਾਨ ਬਣਾਉਂਦਾ ਗਾ ਵੀ ਫਲਾਣੀ ਗੱਡੀ ਲੈਂਦੇ ਆ, ਇੰਨੇ ਸੀਟਾਂ ਲੈਂਦੇ ਆ, ਮਤਲਬ ਸਾਰੀ ਗੱਲ ਪਹਿਲਾਂ ਸੋਚ ਲੈਂਦਾ, ਉਹ ਸਾਰਾ ਕੁਝ ਪਹਿਲਾਂ ਸੋਚਦਾ ਗਾ। ਜਾਂ ਫਿਰ ਇਨਸਾਨ ਆਪਣੇ ਲਈ ਘਰ ਬਣਾਏ ਤਾਂ ਉਹਦੇ ਲਈ ਪਹਿਲਾਂ ਨਕਸ਼ਾ ਤਿਆਰ ਕਰ ਲੈਂਦਾ, ਜੋ ਵੀ ਹੈ ਉਹ ਪਹਿਲਾਂ ਕੁਛ ਨਾ ਕੁਛ ਡਰਾਇੰਗ ਕਰ ਲੈਂਦਾ, ਜਾਂ ਕੁਛ ਨਾ ਕੁਛ ਨੂੰ ਪਹਿਲਾਂ ਬਣਾ ਲੈਂਦਾ ਗਾ। ਕੁਛ ਵੀ ਹੈ, ਅਗਰ ਕੋਈ ਡਿਜ਼ਾਈਨਰ ਹੈ, ਅਗਰ ਉਹ ਕੱਪੜਾ ਬਣਾਵੇ ਜਾਂ ਕੋਈ ਗੱਡੀ ਬਣਾਵੇ, ਉਹਦਾ ਕੁਛ ਵੀ ਕਰੇ ਤਾਂ ਕੀ ਹੈ, ਉਹਦਾ ਕੁਛ ਸਕੈਚ ਕਰ ਲੈਂਦਾ ਗਾ, ਉਹਦਾ ਡਿਜ਼ਾਈਨ ਬਣਾ ਲੈਂਦਾ ਗਾ। ਮਤਲਬ ਉਹਦੇ ਮਨ ਦੇ ਵਿੱਚ ਆ ਗਈ, ਪਹਿਲਾਂ ਉਹਦੇ ਮਨ ਦੇ ਵਿੱਚ ਆ ਗਈ। ਲੇਕਿਨ ਬਾਈਬਲ ਦੇ ਵਿੱਚ ਲਿਖਿਆ ਵੀ ਜਿਹੜੀਆਂ ਪਰਮੇਸ਼ਵਰ ਨੇ ਸਵਰਗ ਵਿੱਚ ਸਾਡੇ ਲਈ ਚੀਜ਼ਾਂ ਰੱਖੀਆਂ ਹੋਈਆਂ ਨੇ, ਹਾਲੇਲੂਇਆ ਹਾਲੇਲੂਇਆ, ਪਰਮੇਸ਼ਵਰ ਨੇ ਜਿਹੜੀਆਂ ਚੀਜ਼ਾਂ ਸਾਡੇ ਲਈ ਸਵਰਗ ਵਿੱਚ ਰੱਖੀਆਂ ਹੋਈਆਂ ਨੇ, ਉਹ ਮਨ ਦੇ ਵਿੱਚ ਵੀ ਨਹੀਂ ਆ ਸਕਦੀਆਂ। ਉਹਨੂੰ ਸਕੈਚ ਕਰਨ ਤੇ ਦੂਰ ਦੀ ਗੱਲ ਹੈ, ਉਹਨੂੰ ਡਰਾਇੰਗ ਕਰਨ ਤੇ ਦੂਰ ਦੀ ਗੱਲ ਹੈ। ਅਸੀਂ ਸੋਚ ਵੀ ਨਹੀਂ ਸਕਦੇ ਕਿ ਪਰਮੇਸ਼ਵਰ ਨੇ ਸਾਡੇ ਲਈ ਕੀ ਰੱਖਿਆ ਹੋਇਆ ਉੱਥੇ, ਸੋਚ ਵੀ ਨਹੀਂ ਸਕਦੇ। ਹੁਣ ਦੇਖੋ ਕਲਪਨਾ ਕਰਕੇ ਦੇਖੀਏ, ਆਪਾਂ ਉਹਨੂੰ ਸੋਚ ਕੇ ਦੇਖੀਏ ਕਿ ਅਸੀਂ ਸੋਚ ਸਕਦੇ ਹਾਂ ਐਸਾ ਕੁਝ? ਸੋਚ ਸਕਦੇ ਹਾਂ ਐਸਾ? ਅਸੀਂ ਕੁਝ ਆਪਾਂ ਸੋਚਣ ਜਾਈਏ, ਕੁਝ ਵੀ ਸੋਚ ਲਓ ਧਰਤੀ ਉੱਪਰ ਵੀ ਮੈਂ ਐਸਾ ਕੱਪੜਾ ਖਰੀਦਣਾਗਾ, ਉਹ ਤੁਹਾਨੂੰ ਮਿਲ ਸਕਦਾ ਗਾ। ਕੁਝ ਵੀ ਸੋਚ ਲਓ ਐਸਾ ਮੋਬਾਈਲ ਖਰੀਦਣਾਗਾ, ਉਹ ਮਿਲ ਸਕਦਾ ਤੁਹਾਨੂੰ। ਕੁਝ ਵੀ ਸੋਚ ਲਓ ਐਸਾ ਤੁਹਾਨੂੰ ਗੱਡੀ ਚਾਹੀਦੀ ਹੈ, ਐਸਾ ਤੁਹਾਨੂੰ ਘਰ ਚਾਹੀਦਾ ਗਾ, ਕੁਝ ਵੀ ਸੋਚ ਲਓ ਤੁਹਾਡੇ ਲਈ ਉਹ ਮਿਲ ਸਕਦਾ ਗਾ। ਲੇਕਿਨ ਸਵਰਗ ਦੇ ਬਾਰੇ ਇੱਕ ਵੀ ਗੱਲ ਨਹੀਂ ਸੋਚ ਸਕਦੇ ਸਵਰਗ ਵਿੱਚ ਐਸਾ ਕੀ ਹੋਊਗਾ। ਪਰਮੇਸ਼ਵਰ ਨੇ ਸਾਫ਼ ਲਿਖਿਆ ਬਾਈਬਲ ਦੇ ਵਿੱਚ ਕਿ ਨਾ ਕੰਨਾਂ ਨੇ ਕਦੇ ਸੁਣਿਆਗਾ, ਨਾ ਅੱਖਾਂ ਤੇ ਦੇਖਿਆਗਾ, ਔਰ ਨਾ ਹੀ ਇਨਸਾਨ ਦੇ ਮਨ ਦੇ ਵਿੱਚ ਕਦੇ ਆਈਆਂ ਨੇ। ਐਸੀਆਂ ਗੱਲਾਂ ਪਰਮੇਸ਼ਵਰ ਨੇ ਕਿੱਥੇ ਰੱਖੀਆਂ ਨੇ? ਸਵਰਗ ਦੇ ਵਿੱਚ। ਹੁਣ ਸਵਰਗ ਦੇ ਵਿੱਚ ਹੈਗੀਆਂ ਤਾਂ ਹੈਗੀਆਂ ਐਸੀਆਂ ਗੱਲਾਂ, ਲੇਕਿਨ ਉੱਥੇ ਉਹ ਦਿਖਦੀਆਂ ਵੀ ਨਹੀਂ। ਲੇਕਿਨ ਪਰਮੇਸ਼ਵਰ ਕੀ ਕਹਿੰਦਾ ਗਾ? ਉੱਥੇ ਮਨ ਲਾਓ ਆਪਣਾ, ਉੱਥੇ ਧਿਆਨ ਲਾਓ ਆਪਣਾ। ਹੁਣ ਅਬਰਾਹਮ ਨੇ, ਇਸਹਾਕ ਨੇ, ਯਾਕੂਬ ਨੇ ਕਿੱਥੇ ਮਨ ਲਾਇਆ ਸੀਗਾ? ਉੱਥੇ ਤਾਂ ਮਨ ਲਾਇਆ ਸੀ ਆਪਣਾ। ਮੂਸਾ ਨੇ ਕਿੰਨੀ ਨਿੰਦਿਆ ਸਹਿਣ ਕੀਤੀ, ਕਿੰਨਾ ਦੁੱਖ ਸਹਿਣ ਕੀਤਾ, ਜਾਣਦਾ ਸੀਗਾ ਕਿ ਇਸ ਧਰਤੀ ਉੱਪਰ ਪਰਦੇਸੀ ਆ, ਲੇਕਿਨ ਫਿਰ ਵੀ ਪਰਮੇਸ਼ਵਰ ਦੇ ਲੋਕਾਂ ਨਾਲ ਦੁੱਖ ਸਹਿਣ ਕੀਤਾ। ਕਹਿਣ ਦਾ ਮਤਲਬ ਕਿ ਜੋ ਚੀਜ਼ਾਂ ਦਿਖਦੀਆਂ ਨੇ, ਹਾਂ ਉਹ ਥੋੜੇ ਸਮੇਂ ਦੀਆਂ ਨੇ, ਲੇਕਿਨ ਜਿਹੜੇ ਨਹੀਂ ਦਿਖਦੀਆਂ ਉਹ ਬਹੁਤੇ ਸਮੇਂ ਦੀਆਂ ਨੇ। ਹੁਣ ਫੈਸਲਾ ਅਸੀਂ ਕਰਨਾ ਗਾ ਕਿ ਸਾਨੂੰ ਕੀ ਚਾਹੀਦਾ ਗਾ। ਅਗਰ ਮਸੀਹ ਪਿੱਛੇ ਚੱਲ ਰਹੇ ਹੋ ਤਾਂ ਪੱਕੀ ਗੱਲ ਯਾਦ ਰੱਖੋ, ਕਸ਼ਟ ਮਿਲੇਗਾ, ਦੁੱਖ ਮਿਲੇਗਾ। ਲੇਕਿਨ ਇਹ ਕਸ਼ਟ, ਇਹ ਦੁੱਖ ਸਹੀ ਦੇ ਵਿੱਚ ਜਦ ਤੁਸੀਂ ਸਵਰਗ ਵਿੱਚ ਚਲੇ ਗਏ ਤਾਂ ਤੁਹਾਡਾ ਇਹ ਕਸ਼ਟ, ਇਹ ਦੁੱਖ ਬਹੁਤ ਹੀ ਥੋੜਾ ਹੋਏਗਾ ਜਦ ਸਵਰਗ ਵਿੱਚ ਚਲੇ ਗਏ। ਅੱਜ ਜਿੰਨਾ ਮਰਜ਼ੀ ਕਸ਼ਟ ਮਿਲ ਰਿਹਾ ਗਾ, ਅੱਜ ਜਿੰਨਾ ਮਰਜ਼ੀ ਦੁੱਖ ਮਿਲ ਰਿਹਾ ਗਾ, ਅੱਜ ਜਿੰਨੀ ਮਰਜ਼ੀ ਸਤਾਵਟ ਹੋ ਰਹੀ ਹੈ, ਅਗਰ ਤੁਹਾਨੂੰ ਲੱਗਦਾ ਮੇਰੀ ਸਤਾਵਟ ਵੱਧ ਹੋ ਰਹੀ ਹੈ, ਅਗਰ ਤੁਹਾਨੂੰ ਲੱਗਦਾ ਮੇਰੇ ਨਾਲ ਜਾਤੀ ਹੋ ਰਹੀ ਹੈ, ਅਗਰ ਤੁਹਾਨੂੰ ਲੱਗਦਾ ਮੇਰੇ ਨਾਲ ਨਜਾਇਜ਼ ਹੋ ਰਿਹਾ ਗਾ, ਤਾਂ ਸਹੀ ਦੇ ਵਿੱਚ ਜਦ ਤੁਸੀਂ ਇਸ ਸਵਰਗ ਦੇ ਵਿੱਚ ਚਲੇ ਗਏ ਤਾਂ ਤੁਸੀਂ ਕਹੋਗੇ ਇੰਨਾ ਕੁਝ ਮੈਨੂੰ ਮਿਲਿਆ ਸਵਰਗ ਦੇ ਵਿੱਚ, ਲੇਕਿਨ ਉਹ ਕਸ਼ਟ ਤਾਂ ਮੇਰੇ ਲਈ ਕੁਝ ਵੀ ਨਹੀਂ ਸੀਗਾ, ਉਹ ਦੁੱਖ ਤਾਂ ਮੇਰੇ ਲਈ ਕੁਝ ਵੀ ਨਹੀਂ ਸੀਗਾ। ਅਗਰ ਮੈਨੂੰ ਇੰਨਾ ਵਧੀਆ ਕੁਝ ਮਿਲਣਾ ਸੀ ਸਵਰਗ ਦੇ ਵਿੱਚ, ਅਗਰ
ਉਸ ਤੋਂ ਵੀ ਮੈਨੂੰ 3 ਗੁਣਾ ਜਾਂ ਜਿੰਨਾ ਮਰਜ਼ੀ ਮੈਨੂੰ ਕਸ਼ਟ ਮਿਲ ਜਾਂਦਾ, ਜਿੰਨਾ ਮਰਜ਼ੀ ਮੈਨੂੰ ਦੁੱਖ ਮਿਲ ਜਾਂਦਾ, ਲੇਕਿਨ ਸਹੀ ਦੇ ਵਿੱਚ ਇਹ ਸਵਰਗ ਦੇ ਮੁਕਾਬਲੇ ਕੁਛ ਵੀ ਨਹੀਂ ਸੀਗਾ। ਇਹ ਸਵਰਗ ਦੇ ਮੁਕਾਬਲੇ ਕੁਛ ਵੀ ਨਹੀਂ ਸੀਗਾ। ਇਸ ਕਰਕੇ ਸਹੀ ਦੇ ਵਿੱਚ ਮਸੀਹ ਦੇ ਵਿੱਚ ਚੱਲਦੇ ਚੱਲਦੇ ਤੁਹਾਨੂੰ ਜਿੰਨਾ ਮਰਜ਼ੀ ਦੁੱਖ ਮਿਲੇ, ਕੁਛ ਵੀ ਹੋਵੇ, ਤਾਂ ਉਸਨੂੰ ਸਹਿਨ ਕਰੋ। ਸਹਿਨ ਕਰੋ ਮਤਲਬ ਕਿਉਂ? ਕਿਉਂਕਿ ਸਾਰੇ ਲੋਕ ਜਾਣਦੇ ਆ, ਕਿਉਂਕਿ ਜੋ ਮਸੀਹ ਦਾ ਸਮਾਂ ਗਾ, ਮਤਲਬ ਜੋ ਇਹ ਸਮਾਂ ਚੱਲ ਰਿਹਾ ਹੈਗਾ, ਉਹ ਕਿਸ ਤਰ੍ਹਾਂ ਦਾ ਸਮਾਂ ਗਾ। ਅਗਰ ਇਹ ਸਮੇਂ ਦੇ ਵਿੱਚ ਆ ਕੇ ਅਗਰ ਕੁਛ ਗੜਬੜੀ ਕਰ ਲਈ, ਅਗਰ ਮੂੰਹ ਦੇ ਵਿੱਚੋਂ ਕੁਛ ਵੀ ਐਸੀਆਂ ਗੱਲਾਂ ਨਿਕਲੀਆਂ, ਕੁਛ ਵੀ ਐਸਾ ਹੋ ਗਿਆ, ਤਾਂ ਸਹੀ ਦੇ ਵਿੱਚ ਜੋ ਪਰਮੇਸ਼ਵਰ ਨੇ ਸਾਡੇ ਲਈ ਰੱਖਿਆ ਗਾ, ਉਹਦੇ ਵਿੱਚ ਨਹੀਂ ਜਾ ਸਕਦੇ। ਉਹਦੇ ਵਿੱਚ ਨਹੀਂ ਜਾ ਸਕਦੇ, ਉਹ ਸਾਨੂੰ ਮਿਲਣਾ ਨਹੀਂ ਹੈ। ਇਸ ਕਰਕੇ ਸਹੀ ਦੇ ਵਿੱਚ ਚਾਹੇ ਤੁਹਾਨੂੰ ਕਸ਼ਟ ਮਿਲੇ, ਤੁਹਾਨੂੰ ਲੱਗਦਾ ਕਸ਼ਟ ਬਹੁਤ ਹੈ, ਤੁਹਾਨੂੰ ਲੱਗਦਾ ਦੁੱਖ ਬਹੁਤ ਹੈ, ਲੇਕਿਨ ਪਰਮੇਸ਼ਵਰ ਦਾ ਦਾਸ ਕੀ ਕਹਿੰਦਾ ਗਾ ਕਿ ਇਹ ਛੋਟਾ ਜਿਹਾ ਦੁੱਖ ਹੈ ਮੇਰੇ ਲਈ, ਇਹ ਕਸ਼ਟ ਮੇਰੇ ਲਈ ਬਹੁਤ ਛੋਟਾ ਗਾ। ਕਿਉਂ ਕਸ਼ਟ ਹੈ? ਕਿਉਂਕਿ ਸਵਰਗ ਦੇ ਮੇਰੇ ਲਈ ਐਡਾ ਵੱਡਾ ਗਾ, ਸਵਰਗ ਦੇ ਵਿੱਚ ਮੇਰੇ ਲਈ ਇੰਨਾ ਕੁਛ ਹੈ। ਉਹ ਮਤਲਬ ਇਹ ਦੁੱਖ ਦੇ ਸਾਹਮਣੇ, ਇਹ ਦੁੱਖ ਦੇ ਸਾਹਮਣੇ, ਉਹ ਸਵਰਗ ਦੇ ਸਾਹਮਣੇ ਦੁੱਖ ਕੁਛ ਵੀ ਨਹੀਂ ਹੈ। ਮਤਲਬ ਜੋ ਮੈਨੂੰ ਸਵਰਗ ਮਿਲਣਾ ਗਾ, ਉਹਦੇ ਸਾਹਮਣੇ ਇਹ ਦੁੱਖ ਕੁਛ ਵੀ ਨਹੀਂ ਹੈ। ਔਰ ਸਹੀ ਦੇ ਵਿੱਚ ਚਾਹੇ ਤੁਹਾਨੂੰ ਦੁੱਖ ਮਿਲੇ, ਚਾਹੇ ਤੁਹਾਨੂੰ ਕਸ਼ਟ ਮਿਲੇ, ਇੱਕ ਵਾਰ ਫਿਰ ਆਪਣਾ ਵਚਨ ਪੜ੍ਹੋ, 2 ਕੁਰਿੰਥੀਆਂ ਉਹਦੇ 4 ਅਧਿਆਇ ਉਹਦੇ 17 ਵਚਨ। ਕਿਉਂਕਿ ਸਾਡਾ ਹੌਲਾ ਜਿਹਾ ਕਸ਼ਟ, ਹੌਲਾ ਜਿਹਾ ਕਸ਼ਟ, ਹੌਲਾ ਜਿਹਾ ਸਾਡਾ ਕਸ਼ਟ ਜਿਹੜਾ ਪਲ ਭਰਦਾ ਹੈ। ਦੇਖੋ ਥੋੜੇ ਟਾਈਮ ਦਾ ਹੀ ਹੈ। ਹੋ ਸਕਦਾ ਮਹੀਨਾ ਥੋੜੀ ਸਤਾਵਟ ਹੋਵੇ, 10 ਦਿਨ ਸਤਾਵਟ ਹੋਵੇ, 10 ਦਿਨ ਲੋਕ ਪਰੇਸ਼ਾਨ ਕਰਨ, ਹਫਤਾ ਪਰੇਸ਼ਾਨ ਕਰਨ, ਕਿੰਨਾ ਕੁ ਪਰੇਸ਼ਾਨ ਕਰਨਗੇ। ਲੇਕਿਨ ਇਹ ਕੀ ਹੈ? ਇਹ ਥੋੜਾ ਜਿਹਾ ਗਾ, ਇਹ ਹੌਲਾ ਜਿਹਾ ਗਾ ਕਸ਼ਟ ਫਿਰ ਹੈ, ਪਰ ਭਾਰੀ ਸਗੋਂ ਅਤ ਭਾਰੀ। ਭਾਰੀ ਸਗੋਂ ਅਤ ਭਾਰੀ ਸੰਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ। ਮਤਲਬ ਸੰਦੀਪਕ ਵਡਿਆਈ ਦੇ ਸਾਹਮਣੇ ਇਹ ਦੁੱਖ ਕੁਛ ਵੀ ਨਹੀਂ ਹੈ। ਅਗਰ ਤੁਹਾਡੀ ਨਿੰਦਿਆ ਹੋ ਰਹੀ ਹੈ, ਅਗਰ ਤੁਹਾਡੇ ਖਿਲਾਫ ਹੋ ਰਹੇ ਨੇ, ਤੁਹਾਡੇ ਉੱਪਰ ਇਲਜ਼ਾਮ ਲੱਗ ਰਹੇ ਨੇ, ਤੁਹਾਨੂੰ ਕੁਛ ਵੀ ਹੋ ਰਿਹਾ ਗਾ, ਕੁਛ ਵੀ ਕਹਿ ਰਹੇ ਨੇ ਲੋਕ, ਲੇਕਿਨ ਸਹੀ ਦੇ ਵਿੱਚ ਇਹ ਮਤਲਬ ਸਵਰਗ ਦੇ ਸਾਹਮਣੇ ਦੁੱਖ ਕੁਛ ਵੀ ਨਹੀਂ ਹੈ। ਹੁਣ ਸੰਤ ਪੌਲਸ ਨੂੰ ਪੁੱਛ ਕੇ ਦੇਖਿਓ, ਜਦੋਂ ਸਵਰਗ ਵਿੱਚ ਚਲੇ ਗਏ, ਵੀ ਸੰਤ ਪੌਲਸ ਕਿੰਨਾ ਕੁ ਦੁੱਖ ਸਹਿ ਕੇ ਆਏ ਤੂੰ, ਉਹ ਇਹੀ ਕਹੂਗਾ, ਦੇਖ ਲਿਓ ਵੀ ਯਾਰ ਮੈਨੂੰ ਸਵਰਗ ਮਿਲ ਗਿਆ, ਉਹ ਦੁੱਖ ਕੁਛ ਵੀ ਨਹੀਂ ਸੀ ਮੇਰੇ ਸਾਹਮਣੇ। ਮਤਲਬ ਇਹਦੇ ਸਾਹਮਣੇ ਕੁਛ ਵੀ ਨਹੀਂ ਸਵਰਗ ਦੇ ਸਾਹਮਣੇ। ਕਿਸੇ ਵੀ ਸੇਵਕ ਨੂੰ ਪੁੱਛ ਲਿਓ, ਮੂਸਾ ਨੂੰ ਪੁੱਛੋ, ਮੂਸਾ ਤੈਨੂੰ ਇੰਨਾ ਪਰੇਸ਼ਾਨ ਕੀਤਾ, ਉਹ ਕਹੂਗਾ ਭਾਈ ਮੈਨੂੰ ਸਵਰਗ ਮਿਲ ਗਿਆ, ਸਵਰਗ ਦੇ ਸਾਹਮਣੇ ਉਹ ਦੁੱਖ ਕੁਛ ਵੀ ਨਹੀਂ ਸੀਗਾ। ਕਹਿਣ ਦਾ ਮਤਲਬ ਕਿ ਅਗਰ ਸਾਨੂੰ ਇਦਾਂ ਹੁੰਦਾ ਗਾ, ਤਾਂ ਇੱਕ ਗੱਲ ਯਾਦ ਰੱਖੋ, ਅਸੀਂ ਸਵਰਗ ਵਿੱਚ ਜਾ ਰਹੇ ਹਾਂ। ਅਸੀਂ ਕੀ ਆ? ਅਸੀਂ ਸਵਰਗ ਵਿੱਚ ਜਾ ਰਹੇ ਹਾਂ। ਔਰ ਸਹੀ ਦੇ ਵਿੱਚ ਆਪਣਾ ਮਨ ਕੀ ਹੈ? ਅਸੀਂ ਆਪਣਾ ਸਵਰਗ ਵੱਲ ਮਨ ਲਗਾ ਕੇ ਰੱਖਣਾ ਗਾ। ਔਰ ਜੇ ਸਾਡਾ ਮਨ ਸਵਰਗ ਵੱਲ ਹੈ, ਸਵਰਗ ਦੀਆਂ ਚੀਜ਼ਾਂ ਵੱਲ ਹੈ, ਤਾਂ ਸਹੀ ਦੇ ਵਿੱਚ ਫਿਰ ਸਾਡਾ ਜੋ ਇਸ ਧਰਤੀ ਉੱਪਰ ਕਸ਼ਟ ਹੈ, ਉਹ ਕਸ਼ਟ ਅਸੀਂ ਸਹਿਣ ਕਰ ਸਕਦੇ ਹਾਂ। ਲੇਕਿਨ ਜੇ ਸਾਡਾ ਮਨ ਇੱਥੇ ਲੱਗਿਆ ਹੋਇਆ, ਤਾਂ ਫਿਰ ਅਸੀਂ ਲੋਕਾਂ ਨਾਲ ਵਿਰੋਧ ਕਰਾਂਗੇ, ਲੋਕਾਂ ਨਾਲ ਅਸੀਂ ਲੜਾਈ ਝਗੜਾ ਕਰਾਂਗੇ। ਕਿਉਂ? ਕਿਉਂਕਿ ਅਸੀਂ ਵੀ ਇਸ ਧਰਤੀ ਉੱਪਰ ਮਨ ਲਾ ਕੇ ਬੈਠੇ ਹੋਏ ਹਾਂ, ਤੇ ਉਹ ਲੋਕ ਵੀ ਇਸ ਧਰਤੀ ਉੱਪਰ ਮਨ ਲਾ ਕੇ ਬੈਠੇ ਹੋਏ ਨੇ। ਅਗਰ ਤੁਹਾਡਾ ਮਨ ਸਵਰਗ ਵੱਲ ਲੱਗਿਆ ਹੋਇਆਗਾ, ਉੱਪਰਲੀਆਂ ਚੀਜ਼ਾਂ ਵੱਲ ਲੱਗੇਗਾ, ਤੁਸੀਂ ਕਦੇ ਵੀ ਕਿਸੇ ਨਾਲ ਲੜਾਈ ਝਗੜਾ ਨਹੀਂ ਕਰੋਗੇ, ਕਦੇ ਵੀ ਕਿਸੇ ਨੂੰ ਬੁਰਾ ਨਹੀਂ ਬੋਲੋਗੇ, ਕਦੇ ਵੀ ਮਤਲਬ ਕਿਸੇ ਦੀ ਨਿੰਦਾ ਨਹੀਂ ਕਰੋਗੇ। ਲੇਕਿਨ ਫੈਸਲਾ ਤੁਹਾਡਾ ਗਾ ਕਿ ਜੋ ਦੁੱਖ ਹੈ ਤੁਸੀਂ ਇਸ ਨੂੰ ਸਹਿਣ ਕਰਨਾ ਗਾ, ਜਾਂ ਫਿਰ ਇੱਕ ਸਦਾ ਦਾ ਦੁੱਖ ਮਿਲਣਾ ਗਾ ਜੋ ਸਦਾ ਦੀ ਨਰਕ ਦੀ ਅੱਗ ਹੈ, ਜਾਂ ਉੱਥੇ ਜਾ ਕੇ ਉਹ ਸਦਾ ਵਾਸਤੇ ਸਹਿਣ ਕਰਨਾ ਗਾ। ਫੈਸਲਾ ਤੁਹਾਡਾ ਗਾ, ਜ਼ਿੰਦਗੀ ਤੁਹਾਡੀ ਹੈ। ਆਓ ਆਪਾਂ ਸਾਰੇ ਆਪਣੀ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ। और कोई भी जन अपनी अख ना खोलो, और सिर्फ अपने आप को जांचो, क्योंकि हुणे समा तुहाडे लगे, हुणे ही समा है। जो कुछ सिक्ख्या है और जो कुछ तुसी वचन दे विचों जानदे हो, उस दे अनुसार अपने आप को देखो कि मैनूं जो दुख मिल रहा है, मेरी जो सतावट हो रही है, कि मसीह दे करके हो रही है या मेरी गलतियां करके। मूसा नाल होया, वो परमेश्वर दे करके होया। संत पौलुस करके होया, संत पौलुस नाल जो कुछ होया वो परमेश्वर दे करके होया। इस्तीफान दे नाल होया, वो भी परमेश्वर दे करके होया। लेकिन जब वो स्वर्ग में चले गए, तो वो एक गल कहेंगे कि स्वर्ग के सामने वो दुख कुछ भी नहीं है। लेकिन तुहाडे नाल जो कुछ हो रहा है कि वो मसीह दे करके है, या तुहाडे नाल जो कुछ हो रहा है वो तुहाडी अपनी गलतियां करके है। ये अपने आप को सवाल करके देखो, अपने आप को पूछ के देखो। अगर लगता गा कि मसीह दे करके ये हो रहा गा,
ਤਾਂ ਆਨੰਦ ਦੀ ਗੱਲ ਹੈ, ਕਿਉਂਕਿ ਸਾਨੂੰ ਫਲ ਉਹ ਪਰਮੇਸ਼ਵਰ ਦੇਣ ਵਾਲੇ ਨੇ। ਅਗਰ ਲੱਗਦਾ ਹੈਗਾ ਕਿ ਮੇਰੇ ਨਾਲ ਜੋ ਕੁਝ ਹੋ ਰਿਹਾ ਹੈਗਾ ਉਹ ਮੇਰੀਆਂ ਗਲਤੀਆਂ ਕਰਕੇ ਹੈ, ਮੇਰੀ ਨਿੰਦਿਆ ਕਰਕੇ ਹੈ, ਮੇਰੇ ਬੁਰਾ ਭਲਾ ਬੋਲਣ ਕਰਕੇ ਹੈ, ਤਾਂ ਯਕੀਨ ਕਰੋ ਅੱਜ ਪਰਮੇਸ਼ਵਰ ਬਦਲਣਾ ਚਾਹੁੰਦਾ ਹੈਗਾ। ਅੱਜ ਪਰਮੇਸ਼ਵਰ ਚਾਹੁੰਦਾ ਹੈਗਾ ਕਿ ਤੁਸੀਂ ਇਸ ਕਸ਼ਟ ਤੋਂ ਸਹਿ ਲਓ। ਇਹ ਕਸ਼ਟ ਕੁਛ ਵੀ ਨਹੀਂ ਹੈ, ਇਹ ਦੁੱਖ ਕੁਛ ਵੀ ਨਹੀਂ ਹੈ ਉਸ ਸਵਰਗ ਦੇ ਸਾਹਮਣੇ, ਜੋ ਸਵਰਗ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ। ਸੱਚਮੁੱਚ ਪ੍ਰਭੂ ਯਿਸੂ ਮਸੀਹ ਸਾਨੂੰ ਪਿਆਰ ਕਰਦੇ ਨੇ, ਸਾਨੂੰ ਬਚਾਉਣਾ ਚਾਹੁੰਦੇ ਨੇ। ਪਰ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਕੋਈ ਗੱਲ ਨਹੀਂ ਮੇਰੇ ਬੇਟੇ, ਕੋਈ ਗੱਲ ਨਹੀਂ ਮੇਰੀ ਬੇਟੀ, ਇਹ ਜੋ ਵੀ ਦੁੱਖ ਹੈ, ਇਹ ਜੋ ਵੀ ਕਸ਼ਟ ਹੈ, ਇਸ ਨੂੰ ਸਹਿਣ ਕਰ, ਔਰ ਮੈਂ ਤੈਨੂੰ ਸਵਰਗ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇਵਾਂਗਾ, ਔਰ ਮੈਂ ਤੈਨੂੰ ਸਵਰਗ ਦੇ ਵਿੱਚ ਬਹੁਤ ਕੁਝ ਦੇਵਾਂਗਾ ਜੋ ਕਦੇ ਤੈਂ ਦੇਖਿਆ ਨਹੀਂ, ਕਦੇ ਸੁਣਿਆ ਨਹੀਂ, ਔਰ ਕਦੇ ਤੈਂ ਉਸਨੂੰ ਆਪਣੇ ਮਨ ਦੇ ਵਿੱਚ ਲੈ ਕੇ ਵੀ ਨਹੀਂ ਆਇਆ। ਇਸੇ ਕਰਕੇ ਚਾਹੇ ਤੁਹਾਡੀ ਨਿੰਦਿਆ ਹੋ ਰਹੀ ਹੈ, ਚਾਹੇ ਤੁਹਾਨੂੰ ਦੁੱਖ ਮਿਲਦਾ ਗਾ, ਅਗਰ ਮਸੀਹ ਕਰਕੇ ਮਿਲਦਾ ਗਾ ਤਾਂ ਉਸਨੂੰ ਸਹਿਣ ਕਰੋ। ਇਹ ਵਚਨ ਸਮਝ ਸਕੋ, ਇਸ ਨੂੰ ਕਬੂਲ ਕਰ ਸਕੋ, ਇਸ ਦੇ ਅਨੁਸਾਰ ਜੀਵਨ ਜੀ ਸਕੋ। ਇਸ ਵਚਨ ਦੀ ਆਸ ਨਾਲ ਪਰਮੇਸ਼ਰ ਸਾਨੂੰ ਸਭ ਨੂੰ ਭਰ ਦੇਣਾ। ਥੈਂਕ ਯੂ ਲੋਰਡ, ਥੈਂਕ ਯੂ ਜੀਸਸ।